ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇਵਾਲੀਆ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ। ਅੱਜ ਦਿਨ ਹੈ ਸੋਮਵਾਰ, ਤਰੀਕ ਹੈ 3 ਅਪ੍ਰੈਲ, ਸਮਾਂ ਸ਼ਾਮ ਦੇ 6:30 ਦਾ। ਪ੍ਰੋਗਰਾਮ ਸ਼ਮਾਦਾਨ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਦੇ ਉੱਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਨੂੰ ਤੁਸੀਂ ਰੇਡੀਓ ਪੰਜਾਬ ਟੁਡੇ ਦੀ ਐਪ ਦੇ ਉੱਤੇ ਆਡੀਓ ਸੈਕਸ਼ਨ ਦੇ ਵਿੱਚ ਵੀ ਸੁਣ ਸਕਦੇ ਹੋ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜਦਾ ਕੀਤਾ ਜੀ ਬਰਾਡ ਪੈਲੇਸ ਪਾਰਟੀ ਐਂਡ ਈਵੈਂਟ ਸੈਂਟਰ, 7500 ਡਿਸਟ੍ਰਿਕਟ ਬੁਲੇਵਰਡ, ਬੇਕਰਸਫੀਲਡ। ਬੁਕਿੰਗ ਦੇ ਲਈ 6619103677 ਦੇ ਉੱਤੇ ਕਾਲ ਕਰ ਸਕਦੇ ਹੋ। ਵਾਸ਼ਿੰਗਟਨ ਸਟੇਟ ਦੇ ਵਿੱਚ ਵਧੀਆ ਕੰਸਟਰਕਸ਼ਨ ਕਰਾਉਣੀ ਹੈ, ਐਡੀਸ਼ਨ ਕਰਾਉਣੀ ਹੈ, ਤਾਂ ਤੁਸੀਂ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ 2069415454 ਦੇ ਉੱਤੇ ਕਾਲ ਕਰੋ। ਹਰ ਤਰ੍ਹਾਂ ਦੇ ਅਕਾਊਂਟਸ, ਬੁੱਕ ਕੀਪਿੰਗ ਜਾਂ ਫਿਰ ਬਿਜ਼ਨਸ ਟੈਕਸਿਸ ਦੇ ਲਈ ਹਮੇਸ਼ਾ ਯਾਦ ਰੱਖੋ ਮਹਿੰਦਰ ਸਿੰਘ ਸੋਲ ਅਤੇ ਲੋਕਪਾਲ ਸਿੰਘ ਸੋਲ ਹੋਰਾਂ ਨੂੰ 2535208886 ਦੇ ਉੱਤੇ ਕਾਲ ਕਰ ਸਕਦੇ ਹੋ। ਲੋਕੇਸ਼ਨ ਹੈ ਜੀ 24915 104 ਐਵੀਨਿਊ ਕੈਂਟ, ਵਾਸ਼ਿੰਗਟਨ ਦੇ ਵਿੱਚ। ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ, ਜਿੱਥੇ ਤੁਸੀਂ ਡਾਈਨ ਇਨ ਕਰ ਸਕਦੇ ਹੋ, ਔਨਲਾਈਨ ਡਿਲੀਵਰੀ ਮੰਗਾ ਸਕਦੇ ਹੋ, ਜਾਂ ਫਿਰ ਮੱਖਣ ਨਾਗਰਾ ਹੋਰਾਂ ਤੋਂ ਤੁਸੀਂ ਫੂਡ ਆਰਡਰ ਵੀ ਕੈਟਰਿੰਗ ਵੀ ਕਰਵਾ ਸਕਦੇ ਹੋ। ਫ਼ੋਨ ਨੰਬਰ ਹੈ ਜੀ 2063531699 ਅਤੇ ਲੋਕੇਸ਼ਨ ਹੈ 23609 104 ਐਵੀਨਿਊ ਕੈਂਟ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ ਐਕਸਪਰਟ ਨੇ ਜੀ। ਇਹ ਹਰ ਰੀਫਰ ਦੀ, ਹਰ ਮੇਕ ਦੇ ਰੀਫਰ ਦੀ, ਹਰ ਤਰ੍ਹਾਂ ਦੀ ਰਿਪੇਅਰ ਦੇ ਲਈ। ਇਸ ਤੋਂ ਇਲਾਵਾ ਇਹ ਸੈਮੀ ਅਤੇ ਟ੍ਰੇਲਰ ਦੇ ਸਾਰੇ ਮਕੈਨੀਕਲ ਜੋਬ ਕਰਦੇ ਨੇ, AC ਜੋਬ ਕਰਦੇ ਆ, ਡੈਫ ਕਲੀਨਿੰਗ, DOT ਸੇਫਟੀ। 10224 ਰੈਜ਼ੀਡੈਂਸੀ ਰੋਡ ਮਨਾਸਸ ਤੇ ਇਹਨਾਂ ਦੀ ਲੋਕੇਸ਼ਨ ਹੈ। ਫ਼ੋਨ ਨੰਬਰ ਹੈ 8043728800। ਸੋ ਮੇਰੇ ਨਾਲ ਇਸ ਵਕਤ ਜੁੜ ਗਏ ਨੇ ਜੀ ਸ਼ਿਵਿੰਦਰ ਜੀ। ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਮਿਹਰਬਾਨੀ ਜੀ। ਸ਼ਿਵਿੰਦਰ ਜੀ, ਲਗਭਗ ਆਪਾਂ ਕਹੀਏ ਕਿ ਸਿਆਸਤ ਤੋਂ 1 ਸਾਲ ਦਾ ਬਨਵਾਸ 11 ਮਹੀਨਿਆਂ ਦਾ ਕੱਟ ਕੇ ਨਵਜੋਤ ਸਿੰਘ ਸਿੱਧੂ ਹੋਰੀ ਬਾਹਰ ਆਏ ਨੇ ਜੀ। ਇਹਨਾਂ ਦਾ ਪੰਜਾਬ ਦੇ ਵਿੱਚ ਜੇਲ੍ਹ ਤੋਂ ਬਾਹਰ ਆਉਣਾ ਉਸ ਵਕਤ ਬਹੁਤ ਮਾਇਨੇ ਰੱਖਦਾ ਹੈ ਜਦੋਂ ਪੰਜਾਬ ਦੇ ਮੌਜੂਦਾ ਹਾਲਾਤ ਚਿੰਤਾਜਨਕ ਨੇ। ਚਿੰਤਾਜਨਕ ਇਸ ਕਰਕੇ ਨੇ, ਪੋਲਰਾਈਜੇਸ਼ਨ ਦਾ ਜ਼ੋਰ ਲੱਗ ਰਿਹਾ, ਲਾਅ ਐਂਡ ਆਰਡਰ ਦੀ ਸਥਿਤੀ ਹੈ, ਪੋਲੀਟੀਕਲ ਰੈਸਟਲੈਸਨੈਸ ਹੈ, ਲੋਕਾਂ ਦੇ ਵਿੱਚ ਬੇਚੈਨੀ ਹੈ। ਕੀ ਕਹੋਗੇ? ਬਿਲਕੁਲ ਤੁਸੀਂ ਸਹੀ ਫਰਮਾਇਆ ਦਨੇਲੀ ਸਾਹਿਬ। ਜਦੋਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕੋ ਹੀ ਸਮੇਂ ਬਹੁਤ ਕੁਛ ਚੱਲ ਰਿਹਾ ਤੇ ਉਦੋਂ ਨਵਜੋਤ ਸਿੰਘ ਸਿੱਧੂ ਦਾ ਆਪਣਾ ਵੀ ਵਕਾਰ ਲਾਹ ਦੇ ਉੱਤੇ ਹੈ, ਕਿਉਂਕਿ 10-11 ਮਹੀਨੇ ਹੋ ਗਏ ਜੇਲ੍ਹ ਦੇ ਵਿੱਚ ਉਹਨਾਂ ਨੂੰ, ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ। ਉਦੋਂ ਬਾਅਦ ਵਿੱਚ ਹੁੰਦਾ ਕੀ ਹੈ ਕਿ ਤੁਹਾਡੀ ਜਿਹੜੀ ਆਪਣੀ ਪਾਰਟੀ ਹੈ ਕਾਂਗਰਸ ਪਾਰਟੀ, ਉਹਦੇ ਵਿੱਚ ਵੀ ਕਾਫੀ ਹਿਲਜੁਲ ਹੈ। ਕਈ ਬੰਦੇ BJP ਚਲੇ ਗਏ ਨੇ, ਹੋ ਸਕਦਾ ਕੋਈ ਇੱਧਰ ਉੱਧਰ ਜਾਣ ਨੂੰ ਤਿਆਰ ਹੋਵੇ। ਪਾਰਟੀ ਇੱਕ ਨਹੀਂ ਹੈਗੀ। ਪਹਿਲਾਂ ਇਹ ਸੂਰਤ ਹਾਲ ਨਹੀਂ, ਕਿਉਂਕਿ ਇੱਕ ਸਮਾਂ ਸੀ ਜਦੋਂ ਤੁਹਾਡਾ ਰਾਜਾ ਵੜਿੰਗ ਨਾਲ ਤੁਹਾਡੀ ਬਣਦੀ ਹੁੰਦੀ ਸੀਗੀ, ਹੁਣ ਉਹ ਨਹੀਂ ਬਣ ਰਹੀ ਹੈਗੀ। ਆਪਸ ਵਿੱਚ ਕਿਸੇ ਇੱਕ ਲੀਡਰ ਦੀ ਦੂਜੇ ਲੀਡਰ ਨਾਲ ਨਹੀਂ ਬਣ ਰਹੀ। ਇਹ ਚੁਣੌਤੀਆਂ ਹੈਗੀਆਂ ਨੇ। ਤੇ ਜਦੋਂ ਇਹ ਵੀ ਇੱਕ ਧਾਰਨਾ ਬਣੀ ਹੋਈ ਹੈ ਵੀ ਪਾਰਟੀ ਦੀ ਜਿਹੜੀ ਹਾਰ ਹੈ ਉਹ ਆਪਸੀ ਫੁੱਟ ਕਰਕੇ ਹੋਈ ਸੀ ਹੈ, ਤੇ ਉਹਦੇ ਵਿੱਚ ਉਹ ਫੁੱਟ ਵਿੱਚੋਂ ਨਵਜੋਤ ਸਿੰਘ ਸਿੱਧੂ ਦਾ ਵੀ ਨਾਂ ਬੋਲਦਾ ਵੀ ਨਵਜੋਤ ਸਿੰਘ ਸਿੱਧੂ ਵੀ ਉਦੋਂ ਜਿਸ ਤਰ੍ਹਾਂ ਬਿਆਨਬਾਜ਼ੀ ਕਰਦੇ ਸੀ ਉਹ ਵੀ ਕਾਰਨ ਹੈਗਾ। ਇਹ ਉਹ ਹੁਣ ਸਾਰਾ ਕੀ ਨਵਜੋਤ ਸਿੰਘ ਸਿੱਧੂ ਦੋਸ਼ੀ ਆ ਏਦਾਂ ਨਹੀਂ ਆਪਾਂ ਕਹਾਂਗੇ, ਪਰ ਉਹ ਇੱਕ ਕਾਰਨਾਂ ਵਿੱਚੋਂ ਇੱਕ ਕਾਰਨ ਹੈ। ਦੂਜੇ ਬੰਨੇ ਜਦੋਂ ਅਸੀਂ ਗੱਲ ਕਰੀਏ ਇਹ ਤੋਂ ਬਿਨਾਂ ਕੁਝ ਹੋਰ ਕਾਰਨ, ਕਿ ਜਦੋਂ ਹੁਣ ਜਿਹੜੀ ਰਾਜ ਕਰਦੀ ਹੋਈ ਆਮ ਆਦਮੀ ਪਾਰਟੀ ਹੈ ਉਹ ਭਾਵੇਂ ਲੋਕਾਂ 'ਚ ਉਹਦਾ ਵਕਾਰ ਢੇਰੀ ਹੋਇਆ ਜਾਂ ਢਹਿ ਗਿਆ ਪਹਿਲਾਂ ਨਾਲੋਂ, ਲੇਕਿਨ ਉਹ ਬਹੁਮਤ ਵਾਲੇ ਐਂਗਲ ਤੋਂ ਸਟਰੋਂਗ ਹੈ ਤੇ ਉਹ ਦੂਜਿਆਂ ਦੀ ਚੱਲਣ ਨਹੀਂ ਦੇ ਰਹੀ ਹੈਗੀ। ਉਹ ਵੀ ਉਹਨਾਂ ਨੂੰ ਵੀ ਉਸੇ ਤਰ੍ਹਾਂ ਹੀ ਮਾਣ ਹੈ ਵੀ ਸਾਡੇ ਕੋਲ ਤਾਂ 92 ਨੇ, ਤੁਸੀਂ ਕੌਣ ਹੁੰਦੇ ਹੋ। ਅਕਸਰ ਹੀ ਇਹ ਟੀਚਰਾਂ ਜਿਹੜੀਆਂ ਭਗਵੰਤ ਮਾਨ ਨੇ ਕਈ ਵਾਰ ਕੀਤੀਆਂ ਨੇ ਵਿਰੋਧੀਆਂ ਨੂੰ। ਇਸ ਹਾਲਤ ਦੇ ਵਿੱਚ ਇੱਕ ਤਕੜੀ ਵਿਰੋਧੀ ਧਿਰ ਦੀ ਲੋੜ ਹੈ, ਜਿਹੜੀ ਵਿਰੋਧੀ ਧਿਰ ਜਿਹੜੀ ਹੈਗੀ ਆ ਨਹੀਂ ਦਿਖ ਰਹੀ ਹੈਗੀ। ਤੇ ਇਹਦੇ ਵਿੱਚ ਹੁੰਦਾ ਕੀ ਹੈ ਕਿ ਵਿਰੋਧੀ ਧਿਰ ਤਕੜੀ ਹੁੰਦੀ ਹੈ ਆਪਣੇ ਇਸ਼ੂ ਉਠਾ ਕੇ, ਆਪਣੇ ਮੁੱਦਿਆਂ ਦੇ ਨਾਲ, ਭਾਵੇਂ ਉਹਦੇ ਕੋਲ ਸੀਟਾਂ ਬਹੁਤ ਘੱਟ ਹੋਣ, ਫਿਰ ਵੀ ਉਹ ਜੇ ਸਹੀ ਢੰਗ ਨਾਲ ਇਸ਼ੂ ਨੂੰ ਐਡਰੈਸ ਕਰਦੀ ਹੋਵੇ ਤਾਂ ਉਹ ਤਕੜਾ ਮੰਨਿਆ ਜਾਂਦਾ ਹੈਗਾ। ਇਸ ਕਰਕੇ ਇੱਕ ਤਾਂ ਮੈਨੂੰ ਇਹ ਲੱਗਦਾ ਵੀ ਇਹ ਸਾਰੇ ਦੇ ਕਾਸੇ ਦੇ ਨਾਲ ਇੱਕ ਤਾਂ ਨਵਜੋਤ ਸਿੰਘ ਸਿੱਧੂ ਦੇ ਕੋਲ ਇੱਕ ਮੌਕਾ ਹੈਗਾ ਵੀ ਉਹ ਆਪਣੀ ਸ਼ਾਖ ਨੂੰ ਉਭਾਰ ਸਕਦਾ। ਜਦੋਂ ਕਾਂਗਰਸ ਪਾਰਟੀ ਦੇ ਵਿੱਚ ਇਹ ਸਾਰਾ ਕੁਛ ਹੋਇਆ
ਉਹ ਆ ਕੇ ਇੱਕ ਮੁੱਦਾ ਉਠਾਊਗਾ ਤੇ ਉਹਦੇ ਨਾਲ ਕਾਂਗਰਸ ਪਾਰਟੀ ਨੂੰ ਵੀ ਤੇ ਉਹਨੂੰ ਖੁਦ ਨੂੰ ਵੀ ਫਲ ਮਿਲੂਗਾ। ਤੇ ਇਹਦੇ ਨਾਲ ਹੀ ਇੱਕ ਉਹਦੇ ਕੋਲ ਇਹ ਵੀ ਮੌਕਾ, ਕਿਉਂਕਿ ਕਾਂਗਰਸ ਦੀ ਹਾਈ ਕਮਾਂਡ ਨੇ ਚੰਨੀ ਵੀ ਦੇਖ ਲਿਆ, ਹੁਣ ਚੰਨੀ ਵੀ ਇੱਕ ਤਰ੍ਹਾਂ ਨਾਲ ਸਾਈਡ ਤੇ ਹੋ ਗਿਆ, ਉਹਨਾਂ ਨੇ ਜਿਹੜਾ ਇਹਨੂੰ ਵੀ ਦੇਖ ਲਿਆ, ਰਾਜਾ ਵੜਿੰਗ ਨੂੰ ਵੀ ਦੇਖ ਲਿਆ, ਹੋਰਾਂ ਨੂੰ ਵੀ ਦੇਖ ਲਿਆ। ਹੁਣ ਨਵਜੋਤ ਸਿੰਘ ਸਿੱਧੂ ਦੇ ਕੋਲ ਮੌਕਾ ਵੀ ਉਹ ਆਪਣੇ ਆਪ ਨੂੰ ਦਿਖਾ ਦੇਵੇ, ਜਿਵੇਂ ਅੱਜ ਆ 2 ਦਿਨ ਦੇ ਵਿੱਚ ਉਹਦੀ ਪਰਫਾਰਮੈਂਸ ਸਾਨੂੰ ਨਜ਼ਰ ਆਈ ਹੈ ਵੀ ਉਹਨੇ ਆਉਂਦੇ ਸਾਰੀ ਪੰਜਾਬ ਸਰਕਾਰ ਨੂੰ ਘੇਰਿਆ, ਸੈਂਟਰ ਸਰਕਾਰ ਨੂੰ ਘੇਰਿਆ। ਅੱਜ ਵੀ ਉਹ ਸਿੱਧੂ ਮੂਸੇਵਾਲੇ ਦੇ ਮਾਂ ਬਾਪ ਨੂੰ ਮਿਲਿਆ ਤੇ ਉੱਥੇ ਜਾ ਕੇ ਵੀ ਉਹਨੇ ਅਮਨ ਕਾਨੂੰਨ ਦੇ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਨੂੰ ਘੇਰਿਆ। ਇਹ ਬਸ ਇਹੀ ਇੱਕ ਮੌਕੇ ਹੁੰਦੇ ਨੇ ਜਿਹਦੇ ਵਿੱਚ ਤੁਸੀਂ ਘੇਰਨਾ ਹੁੰਦਾ ਤੇ ਆਪਣੇ ਜਿਹੜੇ ਹੈਗੇ ਆ ਆਪਣਾ ਕੱਦ ਵੀ ਤੇ ਆਪਣੀ ਪਾਰਟੀ ਨੂੰ ਵੀ ਕੁਛ ਮੁੱਦੇ ਦੇਣੇ ਹੁੰਦੇ ਹੈਗੇ ਨੇ। ਇਹਦੇ ਤੋਂ ਬਿਨਾਂ ਹੁਣ ਜ਼ਿਮਨੀ ਚੋਣ ਆ ਰਹੀ ਹੈਗੀ ਆ, ਹਾਲਾਂਕਿ ਖਬਰਾਂ ਇਹ ਵੀ ਆ ਰਹੀਆਂ ਵੀ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਕਰਨਾਟਕ ਦੇ ਵਿੱਚ ਸਟਾਰ ਪ੍ਰਚਾਰਕ ਵੱਲੋਂ ਭੇਜਿਆ ਜਾਵੇ। ਕਰਨਾਟਕ ਜਿੱਤਣਾ ਸਾਨੂੰ ਪਤਾ ਵੀ ਕਾਂਗਰਸ ਲਈ ਜ਼ਰੂਰੀ ਹੈ, ਉਹ ਇਸ ਲਈ ਜ਼ਰੂਰੀ ਹੈ ਕਿਉਂਕਿ ਉੱਥੇ ਇੱਕ ਮੌਕਾ ਹੈਗਾ, ਉੱਥੇ ਬੀਜੇਪੀ ਸੱਤਾਧਾਰੀ ਧਿਰ ਹੈ ਜਿਹੜੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਘਿਰੀ ਹੋਈ ਹੈਗੀ ਹੈ ਤੇ ਕਾਂਗਰਸ ਚਾਹੂਗੀ ਵੀ ਜਿਹੜੀ ਘਿਰੀ ਹੋਈ ਧਿਰਾਂ ਨੂੰ ਅਸੀਂ ਘੇਰਿਆ ਜਾਵੇ, ਜਿਵੇਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਘਿਰੀ ਹੋਈ ਆ। ਔਰ ਉੱਥੇ ਫਿਰ ਇਸ ਤਰ੍ਹਾਂ ਦੇ ਸਟਾਰ ਪ੍ਰਚਾਰਕਾਂ ਦੀ ਲੋੜ ਆ। ਪਰ ਇਹ ਵੀ ਯਾਦ ਰੱਖਣਾ ਚਾਹੀਦਾ ਵੀ ਕਾਂਗਰਸ ਨੂੰ ਪੰਜਾਬ ਦੇ ਵਿੱਚ ਜਿਹੜੀ ਸਿੱਧੂ ਦੀ ਲੋੜ ਆ, ਜ਼ਿਮਨੀ ਚੋਣ ਜਿਹੜੀ ਆ ਰਹੀ ਹੈ ਜਲੰਧਰ ਵਾਲੀ ਹੈ, ਉਹਦੇ ਵਿੱਚ ਵੀ ਬਹੁਤ ਲੋੜ ਹੈਗੀ ਹੈ। ਕਿਉਂਕਿ ਜੇ ਉਹ ਇਹ ਹੋਇਆ ਵੀ ਉਹਨੂੰ ਜਾ ਕੇ ਤੁਸੀਂ ਇੱਧਰ ਕਰਨਾਟਕ ਹੀ ਰੱਖ ਲਿਆ ਤੇ ਜਲੰਧਰ ਉਹਦੀ ਕੋਈ ਵਰਤੋਂ ਨਾ ਕੀਤੀ, ਉਹ ਵੀ ਕਿਤੇ ਨਾ ਕਿਤੇ ਕੰਮ ਖਰਾਬ ਹੋ ਸਕਦਾ ਹੈਗਾ। ਸੋ ਮੈਨੂੰ ਲੱਗਦਾ ਵੀ ਜਿੱਥੇ ਇਹ ਸਿੱਧੂ ਨੂੰ ਵੀ ਸਮਝਣ ਦੀ ਲੋੜ ਆ, ਉੱਥੇ ਕਾਂਗਰਸ ਦੀ ਹਾਈ ਕਮਾਂਡ ਨੂੰ ਵੀ ਚਾਹੀਦਾ ਵੀ ਉਸ ਬੰਦੇ ਦਾ ਜਿਹੜਾ ਫਾਇਦਾ ਕਿਵੇਂ ਲਿਆ ਜਾ ਸਕਦਾ। ਬਾਕੀ ਕੁਛ ਜਿਹੜੇ ਪ੍ਰੋਬਲਮਸ ਨੇ ਸਿੱਧੂ ਦੀਆਂ ਵੀ ਇੱਕਦਮ ਹੀ ਜਿਹੜਾ ਹੈਗਾ ਥੋੜਾ ਜਿਹਾ ਫੁਕਰਾ ਪੰਥੀ ਆਪਣੇ ਆਪ ਸਭੇ ਕੇਂਦਰਿਤ ਹੋਣਾ, ਉਹ ਛੱਡਣੀਆਂ ਪੈਣੀਆਂ ਨੇ। ਕੁਛ ਲੋਕ ਤਾਂ ਕਹਿ ਰਹੇ ਨੇ ਵੀ ਉਸ ਤੋਂ ਬਾਅਦ ਉਹਦੇ ਵਿੱਚ ਚੇਂਜ ਆਈ ਹੋਈ ਆ, ਪਰ ਉਹ ਚੇਂਜ ਹੁਣ ਦਿਖੂਗੀ ਜਦੋਂ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗੂ ਵੀ ਕਿੰਨੀ ਹੈਗੀ ਆ। ਕਿਉਂਕਿ ਉਹ ਜੇ ਚੀਜ਼ ਠੀਕ ਕਰੇਗਾ ਤਾਂ ਇਹਦਾ ਆਪਣਾ ਹੀ ਜਿਹੜਾ ਸਿਆਸੀ ਤੌਰ ਦੇ ਉੱਤੇ ਇਹਨੂੰ ਫਾਇਦਾ ਮਿਲੂਗਾ। ਜੀ ਬਿਲਕੁਲ, ਤੁਸੀਂ ਸਿਆਸੀ ਤੌਰ ਦੇ ਉੱਤੇ ਫਾਇਦਾ ਮਿਲਣ ਦੀ ਗੱਲ ਕਹੀ ਹੈ, ਪਰ ਉੱਧਰ ਜਿਹੜੇ ਸੁੱਖੀ ਰੰਧਾਵਾ ਨੇ ਉਹਨਾਂ ਦਾ ਵੀ ਬਿਆਨ ਕੁਛ ਸੁਖਾਵਾਂ ਜਿਹਾ ਨਹੀਂ ਆਇਆ ਵੀ ਜਿਨ੍ਹਾਂ ਨੇ ਪਾਰਟੀ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਉਹਨਾਂ ਨੂੰ ਕੋਈ ਵੀ ਇੱਕ ਤਰ੍ਹਾਂ ਨਾਲ ਟੇਢੇ ਬੀਡੇ ਢੰਗ ਨਾਲ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਤੰਜ ਕੱਸਿਆ। ਦੇਖੋ, ਤੁਹਾਨੂੰ ਯਾਦ ਹੋਣਾ ਵੀ ਸੁੱਖੀ ਰੰਧਾਵਾ ਨੇ ਨਾ ਪਹਿਲਾਂ ਵੀ ਜਦੋਂ ਉਹ ਸਿੱਧੂ ਜੇਲ੍ਹ ਦੇ ਵਿੱਚ ਨਹੀਂ ਗਿਆ ਸੀ ਨਾ ਜੀ, ਉਦੋਂ ਵੀ ਉਹਨਾਂ ਗੱਲਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਆਖੀਆਂ ਸੀਗੀਆਂ ਵੀ ਜਿਹੜੇ ਬੰਦਿਆਂ ਨੇ ਮਤਲਬ ਇਸ ਤਰ੍ਹਾਂ ਕੀਤਾ। ਇਹ ਤਾਂ ਹੁਣ ਚੱਕਰ ਇਹ ਹੈਗਾ ਵੀ ਇਹ ਨਾ ਕਾਂਗਰਸ ਪਾਰਟੀ ਦੀ ਸਾਰੀ ਦੀ ਸਮੱਸਿਆ ਪੰਜਾਬ ਵਾਲੀ ਦੀ ਵੀ ਉੱਥੇ ਕੋਈ ਉਸ ਤਰ੍ਹਾਂ ਦਾ ਏਕਾ ਹੈ ਨਹੀਂ, ਜਿੰਨੇ ਲੀਡਰ ਨੇ ਉਨੇ ਹੀ ਧੜੇ ਬਣੇ ਹੋਏ ਨੇ। ਇਹ ਹੁਣ ਇਹਨਾਂ ਨੂੰ ਆਪਣੇ ਲਈ ਸਭ ਇਹ ਸਿੱਖਣਾ ਪਊਗਾ ਵੀ ਭਾਈ ਜੇ ਤਾਂ ਤੁਸੀਂ ਸੱਚੀ ਮੁੱਚੀ ਕੁਛ ਅੱਗੇ ਗੇਨ ਕਰਨਾ ਹੈਗਾ, ਫਿਰ ਇਹਨੂੰ ਆਹ ਚੀਜ਼ਾਂ ਨੇ ਜਿਹੜੀਆਂ ਇਹ ਫੇਰ ਲੜ ਲਿਓ ਤੁਸੀਂ। ਜੇ ਫਿਰ ਏਦਾਂ ਹੀ ਲੜੀ ਜਾਣੀ ਆ, ਪਹਿਲਾਂ ਵੀ ਘਰ ਦੇ ਵਿੱਚ ਹੀ ਮੋਰਚਾਬੰਦੀ ਕਰਨੀ ਆ, ਫਿਰ ਠੀਕ ਹੈ, ਫਿਰ ਤਾਂ ਜਿਹਨੂੰ ਕਹਿੰਦੇ ਆ ਕਿ ਬੇਗਾਨਿਆਂ ਲਈ ਪਿੰਡ ਖਾਲੀ ਪਿਆ ਹੈਗਾ ਤੇ ਉਹ ਫਿਰ ਕਿਸੇ ਹੋਰ ਲਈ ਤੁਸੀਂ ਆਪਣਾ ਪਿੰਡ ਖਾਲੀ ਕਰ ਦਿਓ। ਕਿਉਂਕਿ ਮੇਰਾ ਮੰਨਣਾ ਵੀ ਹਾਲੇ ਵੀ ਕਈ ਸਾਰੀਆਂ ਦਿੱਕਤਾਂ ਦੇ ਬਾਵਜੂਦ ਵੀ ਜਿਹੜਾ ਇੱਕ ਵੋਟ ਬੈਂਕ ਦੇ ਐਂਗਲ ਤੋਂ ਦੇਖਿਆ ਜਾਵੇ ਨਾ, ਉੱਥੇ ਕਾਂਗਰਸ ਦਾ ਹਾਲੇ ਆਧਾਰ ਹੈਗਾ। ਮਤਲਬ ਕਿਉਂਕਿ ਉਹਦਾ ਪਤਾ ਸਾਨੂੰ ਲੱਗਦਾ ਜਿਹੜੀ ਹੈ ਸੰਗਰੂਰ ਵਾਲੀ ਜਿਹੜੀ ਜ਼ਿਮਨੀ ਚੋਣ ਹੋਈ ਸੀ, ਬਾਈ ਇਲੈਕਸ਼ਨ ਹੋਈ ਸੀ, ਉਹਦੇ ਵਿੱਚੋਂ ਵੀ ਤੁਸੀਂ ਦੇਖ ਲਓ ਕਿ ਉੱਥੋਂ ਵੀ ਕਾਂਗਰਸ ਦਾ ਵੋਟ ਸੀਗਾ, ਅਕਾਲੀ ਦਲ ਨਾਲੋਂ ਸਟਰੋਂਗ ਸੀ ਕਾਂਗਰਸ ਤੇ ਬਾਕੀਆਂ ਨਾਲੋਂ ਸਟਰੋਂਗ ਸੀਗੀ। ਇਸ ਕਰਕੇ ਇਸੇ ਹਾਲਾਂਕਿ ਉੱਥੇ ਕਾਂਗਰਸ ਨੇ ਖੁਦ ਵੀ ਆਪਣਾ ਧਿਆਨ ਨਹੀਂ ਦਿੱਤਾ, ਬਲਕਿ ਖਬਰਾਂ ਆਈਆਂ ਵੀ ਕਾਂਗਰਸ ਦੀ ਵੀ ਕਾਫੀ ਵੋਟ ਜਿਹੜੀ ਉੱਧਰ ਸਿਮਰਨਜੀਤ ਸਿੰਘ ਮਾਨ ਕਰਨੀ ਜਾਂ ਇੱਧਰ ਉੱਧਰ ਗਈ ਸੀਗੀ। ਲੇਕਿਨ ਕਾਂਗਰਸ ਇੱਕ ਪਾਵਰ ਹੈ, ਇਹਦੇ ਇਸ ਕਰਕੇ ਜਦੋਂ ਤੁਸੀਂ ਖੁਦ ਇੱਕ ਪਾਵਰ ਹੁੰਦੇ ਹੋ ਨਾ, ਉਹਦੇ ਵਿੱਚ ਸਿਰਫ ਤੁਸੀਂ ਜਦੋਂ ਕਮਜ਼ੋਰ ਇਸ ਲਈ ਹੁੰਦੇ ਹੋ ਵੀ ਤੁਹਾਡੀ ਆਪਸੀ ਧੜੇਬੰਦੀ ਕਰਕੇ, ਫਿਰ ਪਹਿਲਾਂ ਤਾਂ ਉਹੀ ਆ ਵੀ ਜਿੱਥੇ ਬਿਮਾਰੀ ਹੈ ਪਹਿਲਾਂ ਉਹ ਬਿਮਾਰੀ ਦਾ ਇਲਾਜ ਕਰਨਾ ਚਾਹੀਦਾ। ਉਹ ਬਿਮਾਰੀ ਦਾ ਮਤਲਬ ਹਾਲੇ ਤੱਕ ਇਲਾਜ ਨਹੀਂ ਹੋ ਰਿਹਾ। ਹੁਣ ਕਾਂਗਰਸ ਦੀ ਰਿਵਾਈਵਲ ਦੀ ਗੱਲ ਹੈ, ਅਕਾਲੀ ਦਲ ਰਿਵਾਈਵਲ ਵੱਲ ਜਾ ਰਿਹਾ ਹੈ। ਐਗਜ਼ਿਸਟੈਂਸ ਆਮ ਆਦਮੀ ਪਾਰਟੀ 1 ਸਾਲ ਦੇ ਵਿੱਚ, ਲਗਭਗ 1 ਸਾਲ ਦੇ ਵਿੱਚ ਉਹਨੇ ਇੰਨੀ ਛੇਤੀ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਗਲੈਮਰ ਆਪ ਦਾ ਜਿਹੜਾ ਗਵਾਇਆ ਹੈ, ਉਹ ਸ਼ਾਇਦ ਹੋਰ ਕਿਸੇ ਨੇ ਨਹੀਂ ਗਵਾਇਆ ਹੋਊਗਾ। ਅਤੇ ਭਗਵੰਤ ਮਾਨ ਦਾ ਜਿਹੜਾ ਗ੍ਰਾਫ ਸੀਗਾ, ਜਿਵੇਂ ਲੋਕਾਂ ਨੂੰ ਉਮੀਦਾਂ ਸੀਗੀਆਂ, ਉਹ ਵੀ ਬੜਾ ਡਾਊਨ ਗਿਆ।
ਤੇ ਪੰਜਾਬ ਦੀ ਜਿਹੜੀ ਮੌਜੂਦਾ ਸਥਿਤੀ ਹੈ ਲਾਅ ਐਂਡ ਆਰਡਰ ਦੀ, ਉਹਦੇ ਉੱਤੇ ਵੀ ਇੱਕ ਨਜ਼ਰ ਮਾਰੀਏ ਤਾਂ ਤਮਾਮ ਤਿੰਨੇ ਬੀਜੇਪੀ, ਕਿਉਂਕਿ ਲੋਕ ਕਿਸੇ ਨਾ ਕਿਸੇ ਤਰ੍ਹਾਂ ਨਾਲ, ਮੈਂ ਹੁਣ ਜਦੋਂ ਗਿਆ ਆਪਾਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਜਿਹੜੇ ਸੂਝਵਾਨ ਲੋਕ ਨੇ ਉਹ ਬੜੇ ਚਿੰਤਤ ਨੇ। ਅੱਜ ਮੈਂ ਇੱਕ ਬੜੇ ਸਿਆਣੇ ਬੰਦੇ ਬੈਠੇ, ਉਹਨਾਂ ਨੇ ਗੱਲ ਕੀ ਜੀ ਖਾਲਿਸਤਾਨ ਦੀ ਮੰਗ। ਕਹਿੰਦੇ ਖਾਲਿਸਤਾਨ, ਇੱਕ ਗੱਲ ਦੱਸੋ ਵੀ ਜਿਹੜੇ ਬੰਦੇ ਖਾਲਿਸਤਾਨ ਦੀ ਮੰਗ ਕਰਦੇ ਆ ਉਹਨਾਂ ਨੂੰ ਇੱਕ ਸਵਾਲ ਕਰੋ। ਮੈਂ ਕਿਹਾ ਜੀ ਕੀ? ਕਹਿੰਦੇ ਚਲੋ ਛੱਡ ਦਿਓ, ਬਾਕੀਆਂ ਨੂੰ ਤਾਂ ਤੁਸੀਂ, ਆਪਾਂ ਕਹਿੰਦੇ ਆ ਕਿ ਪੰਜਾਬ ਵਾਲੇ ਜ਼ਿਆਦਾ ਜੱਟ ਹੀ ਮੰਗਦੇ ਆ ਜੀ ਖਾਲਿਸਤਾਨ। ਕਹਿੰਦੇ ਤੁਸੀਂ ਇਹ ਦੱਸੋ ਵੀ ਜਿਹੜੇ ਯੂਪੀ ਦੇ ਵਿੱਚ, ਉੱਤਰਾਖੰਡ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਰਾਜਸਥਾਨ ਤੇ ਹਰਿਆਣੇ 'ਚ ਜੱਟ ਸਿੱਖ ਜ਼ਮੀਨਾਂ ਵਾਲੇ ਬੈਠੇ ਆ, ਉਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ? ਫਿਰ ਕਹਿੰਦੇ 84 ਦੇ ਵਿੱਚ ਟਰਾਂਸਪੋਰਟਰ ਵੀ ਜ਼ਿਆਦਾ ਜੱਟ ਜ਼ਿਮੀਂਦਾਰ ਕਲਕੱਤੇ ਬੈਠੇ ਨੇ, ਹੋਰ ਬੈਠੇ ਨੇ, ਉਹਨਾਂ ਦੇ ਤਾਂ ਕਹਿੰਦੇ ਤੁਸੀਂ ਉਹ ਨੋਟ ਕਰੋ ਵੀ ਜਦੋਂ ਉਹਨਾਂ ਨੂੰ ਆਉਣੇ ਪਾਉਣੇ ਭਾਅ ਜਿਹੜਾ ਸਾਰਾ ਕੁਝ ਵੇਚ ਵੱਟ ਕੇ ਮਗਰ ਆਉਣਾ ਪਿਆ, ਤੇ ਇੱਧਰ ਤੁਸੀਂ ਸੰਭਾਲਿਆ ਨਹੀਂ। ਦਿੱਲੀ ਦੇ ਜਿਹੜੇ ਕਤਲੇਆਮ ਦੇ ਪੀੜਤ ਪਰਿਵਾਰ ਨੇ ਉਹ ਪੰਜਾਬ ਆ ਗਏ, ਉਹਨਾਂ ਨੂੰ ਹਜੇ ਤੱਕ ਕੀ ਕਹਿੰਦੇ ਤੁਸੀਂ ਉਹਨਾਂ ਨੂੰ, ਤੇ ਇੱਕ ਜਿਨ੍ਹਾਂ ਨੇ ਇੰਨਾ, ਜਿਵੇਂ 47 ਵੇਲੇ ਛੱਡ ਕੇ ਆਏ ਸੀਗੇ ਮਹਿਲ ਮਨਾਰੇ, ਤੇ ਇੱਥੇ ਆ ਕੇ ਵਿਚਾਰਿਆਂ ਨੂੰ ਝੁੱਗੀ ਝੌਂਪੜੀਆਂ 'ਚ ਰਹਿਣਾ ਪੈ ਗਿਆ, ਇਵੇਂ ਦਿੱਲੀ ਵਾਲੇ ਵਿਚਾਰੇ ਇੱਕ ਕਮਰੇ ਦੇ ਸੈੱਟ 'ਚ ਬੈਠੇ ਨੇ, ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ? ਇਹ ਸਵਾਲ ਖੜੇ ਕਰ ਰਹੇ ਨੇ ਆਮ ਲੋਕ, ਬਾਹਰਲੇ ਸਿੱਖ ਵੀ ਸਵਾਲ ਖੜੇ ਕਰ ਰਹੇ ਨੇ, ਜਿਹੜੇ ਸਾਡੇ ਬਾਹਰ ਵੀ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਉਹ ਵੀ ਸਵਾਲ ਖੜੇ ਕਰ ਰਹੇ ਆ ਵੀ ਉਹ ਸਵਾਲ ਕੀ ਕਰਦੇ ਆ, ਕੀ ਤੁਸੀਂ ਕੀ ਕਹਿੰਦੇ ਪਟਨਾ ਸਾਹਿਬ ਫਿਰ ਵੀਜ਼ਾ ਲੈ ਕੇ ਜਾਇਆ ਕਰੋਗੇ ਨਨਕਾਣਾ ਸਾਹਿਬ ਵਾਂਗੂ? ਕੀ ਤੁਸੀਂ ਕੀ ਕਹਿੰਦੇ ਆ ਉੱਥੇ ਕੀ ਕਹਿੰਦੇ ਆ ਆਪਣਾ ਹਜ਼ੂਰ ਸਾਹਿਬ ਕੀ ਹੋ ਰਿਹਾ? ਗੁਰੂ ਧਾਮ ਨੇ ਜਿਹੜੇ ਹਿੰਦੁਸਤਾਨ ਦੇ ਵਿੱਚ ਹੈਗੇ ਨੇ ਜੀ, ਤੇ ਇਹਦੇ ਵਿੱਚ ਦੇਖੋ ਇੱਕ ਤਾਂ ਦਾਨੀਆਲ ਸਰ ਗੱਲ ਹੈਗੀ ਹੈ ਕਿ ਤੁਸੀਂ ਸ਼ੁਰੂ ਕੀਤੀ ਸੀਗੀ ਵੀ ਗੱਲ, ਵੀ ਇੱਕ ਤਾਂ ਜਿਹੜੀ ਆਮ ਆਦਮੀ ਪਾਰਟੀ ਹੈ ਨਾ, ਉਹਨੇ ਇੱਕ ਬੜੀ ਛੇਤੀ ਆਪਣਾ ਆਧਾਰ ਗਵਾ ਲਿਆ। ਇਹ ਉਹ ਕਹਾਣੀ ਸਾਰੀ ਆਏ ਹੈਗੀ ਆ ਵੀ ਇੱਕ ਤਰ੍ਹਾਂ ਦੀ ਸਿਆਸੀ ਅਸਥਿਰਤਾ ਸਾਡੇ ਪੰਜਾਬ ਦੇ ਵਿੱਚ ਦਿਖਾਈ ਦਿੰਦੀ ਆ। ਇਹ ਸਿਆਸੀ ਅਸਥਿਰਤਾ ਦੇ ਵਿੱਚੋਂ ਨਾ ਕਈ ਤਰ੍ਹਾਂ ਦੇ ਪ੍ਰਵਚਨ ਪੈਦਾ ਕੀਤੇ ਜਾਂਦੇ ਹੁੰਦੇ ਨੇ, ਭਾਵੇਂ ਉਹ ਜ਼ਮੀਨ ਉੱਤੇ ਨਾ ਵੀ ਹੋਣ। ਭਾਵੇਂ ਕਿ ਇਹ ਗੱਲ ਠੀਕ ਹੈ ਕਿ ਬਹੁਤੇ ਬੰਦੇ ਮੰਨਦੇ ਨੇ, ਜਾਂ ਗੱਲ ਸਹੀ ਵੀ ਹੈ ਵੀ ਜਿਹੜਾ ਖਾਲਿਸਤਾਨ ਦੀ ਮੰਗ ਜੱਟ ਹੀ ਕਰਦੇ ਨੇ, ਪਰ ਇਹਦੇ ਵਿੱਚ ਵੀ ਸੱਚਾਈ ਤਾਂ ਨਹੀਂ ਹੈਗੀ ਵੀ ਉਹਦੇ ਵਿੱਚ ਉਹ ਸੈਕਸ਼ਨ ਕਰਦਾ, ਪਰ ਉਹ ਸੈਕਸ਼ਨ ਬਹੁਤ ਥੋੜਾ ਹੈਗਾ। ਤੇ ਪੰਜਾਬ 'ਚ ਕੋਈ ਖਾਲਿਸਤਾਨ ਵਰਗਾ ਮੁੱਦਾ ਹੈ ਹੀ ਨਹੀਂ ਹੈਗਾ। ਇਹ ਤਾਂ ਮੁੱਦਾ ਨਾ ਮੂੰਹ 'ਚ ਪਾਇਆ ਜਾਂਦਾ ਹੁੰਦਾ, ਮੂੰਹ 'ਚ ਇਸ ਲਈ ਪਾਇਆ ਜਾਂਦਾ ਹੁੰਦਾ, ਜਿਵੇਂ ਹੁਣ ਮੂੰਹ 'ਚ ਕੌਣ ਪਾ ਰਿਹਾ? ਇੱਕ ਤਾਂ ਕੱਲ ਦਾ ਜਵਾਕ ਅਮਰਤਪਾਲ ਆ ਗਿਆ, ਠੀਕ ਹੈ, ਆ ਕੇ ਉਹਨੇ ਕਹਿ ਦਿੱਤਾ, ਤੁਹਾਨੂੰ ਪਤਾ ਹੀ ਉਹਦੇ ਮਗਰ ਕਿੰਨੇ ਸੀਗੇ। ਸੈਂਟਰ ਨੇ ਇੰਨਾ ਵੱਡਾ ਹੂਆ ਬਣਾ ਕੇ ਪੇਸ਼ ਕਰਤਾ ਜਿਵੇਂ ਸਾਰਾ ਪੰਜਾਬ ਹੀ ਖਾਲਿਸਤਾਨੀ ਹੋ ਗਿਆ ਹੋਵੇ, ਕਿਉਂਕਿ ਸੈਂਟਰ ਨੈਰੇਟਿਵ ਬੁਣਦਾ ਹੈ। ਸੈਂਟਰ ਨੈਰੇਟਿਵ ਬੁਣਦਾ ਤੁਹਾਨੂੰ ਬਦਨਾਮ ਕਰਨ ਲਈ, ਤੇ ਜਿਹੜੇ ਬੰਦੇ ਉਹਦੇ ਪਿੱਛੇ ਹਲਾ ਕਰਦੇ ਨੇ ਵੀ ਹਾਂਜੀ ਅਸੀਂ ਚਾਹੁੰਦੇ ਹਾਂ ਖਾਲਿਸਤਾਨ, ਇਹ ਸੈਂਟਰ ਵਾਲੇ ਨੈਰੇਟਿਵ ਦੇ ਵਿੱਚ ਹੀ ਸੈੱਟ ਹੋ ਰਹੇ ਨੇ ਬੰਦੇ, ਉਹਦੇ ਵਿੱਚ ਵੀ ਫਸ ਰਹੇ ਨੇ, ਤੇ ਉਹ ਗਿਣਤੀ ਬਹੁਤ ਘੱਟ ਹੈਗੀ ਆ। ਲੇਕਿਨ ਪੰਜਾਬ 'ਚ ਵੱਡੀ ਗੱਲ ਹੈ ਕਿ ਸਿਆਸੀ ਜਿਹੜੀ ਅਸਥਿਰਤਾ ਹੈਗੀ ਆ, ਕਈ ਵਾਰ ਸਿਆਸੀ ਅਸਥਿਰਤਾ ਜ਼ਰੂਰ ਬੰਦੇ ਨੂੰ, ਸੂਬੇ ਨੂੰ ਪਿੱਛੇ ਵੱਲ ਲਿਜਾ ਜਾਂਦੀ ਹੈ। ਉਹਦਾ ਕਾਰਨ ਕੀ ਹੈ ਕਿ ਆਮ ਆਦਮੀ ਪਾਰਟੀ ਹੈ ਜਿਹੜੀ, ਇੱਕ ਤਾਂ ਉਹਦੇ ਤੇ ਵੈਸੇ ਹੀ ਹਮਲੇ ਸੀਗੇ ਕਿਉਂਕਿ ਵਿਰੋਧੀਆਂ ਨੇ ਕਰਨੇ ਸੀਗੇ ਹਮਲੇ, ਜਿਹੜੀਆਂ ਹਾਰੀਆਂ ਹੋਈਆਂ ਪਾਰਟੀਆਂ ਸੀ, ਚਾਹੇ ਕਾਂਗਰਸੀ ਸੀ ਜਾਂ ਅਕਾਲੀ ਸੀ ਜਾਂ ਹੋਰ। ਤੇ ਉਹਦੇ ਵਿੱਚ ਹੁੰਦਾ ਕੀ ਹੈ ਕਿ ਜਦੋਂ ਤੁਹਾਡੇ ਉੱਤੇ ਚੌਤਰਫੇ ਹਮਲੇ ਹੁੰਦੇ ਨੇ ਨਾ, ਤੇ ਤੁਸੀਂ ਨਵੇਂ ਹੁੰਦੇ ਹੋ, ਤੇ ਉਦੋਂ ਤੁਹਾਨੂੰ ਬਹੁਤ ਸਿਆਣੇ ਹੋਣ ਦੀ ਲੋੜ ਹੁੰਦੀ ਆ। ਉਹ ਸਿਆਣੇ ਹੋਏ ਨਹੀਂ ਗਏ। ਜਿਵੇਂ ਉਹ ਤੁਸੀਂ ਸ਼ਾਇਦ ਹੀਰ ਵਾਰਿਸ ਸ਼ਾਹ ਦੀ ਪੜ੍ਹੀ ਹੋਣੀ ਆ, ਉਹਦੇ ਵਿੱਚ ਜਦੋਂ ਵਾਰਿਸ ਸ਼ਾਹ ਦੀ ਹੀਰ ਦੇ ਵਿੱਚ ਉਹਦੇ ਰਾਂਝੇ ਦਾ ਆਪਦੀਆਂ ਭਾਬੀਆਂ ਦੇ ਨਾਲ ਸੰਵਾਦ ਚੱਲਦਾ, ਉਹਨੂੰ ਕਹਿੰਦੀ ਨਾ ਵੀ ਤੂੰ ਕੋਈ ਨਖੱਟੂ ਆ, ਕੋਈ ਕੰਮ ਕਰਦਾ ਨਹੀਂ, ਵਿਹਲਾ ਬੈਠਾ, ਤੇ ਉਹ ਇੱਕਦਮ ਉਹਦੇ ਤੇ ਪੈਂਦੀਆਂ ਟੁੱਟ ਕੇ, ਤਾਂ ਉਹਨੂੰ ਉਸ ਜਿਹੜੇ ਕਲਾਮ ਨੂੰ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਆਪਸ ਵਿੱਚ ਹੁੰਦਾ, ਉਹਨੂੰ ਵਾਰਿਸ ਸ਼ਾਹ ਏਦਾਂ ਸੰਬੋਧਨ ਕਰਦਾ ਵੀ ਵਾਰਿਸ ਸ਼ਾਹ ਕੱਲੜਾ ਕੀ ਕਰ ਸੀ ਜਦੋਂ ਤੁਸੀਂ ਸੱਤੇ ਵਗਦੀਆਂ ਹੋ। ਉਹ 7 ਭਰਜਾਈਆਂ ਸੀ ਨਾ ਉਹਦੀਆਂ, ਵੀ ਪੱਲਾ ਵਾਰਿਸ ਸ਼ਾਹ ਕੀ ਕਰੂਗਾ ਹੁਣ ਜਦੋਂ ਤੁਸੀਂ ਸੱਤੇ ਹੀ ਮੇਰੇ ਮਗਰ ਪੈ ਗਈਆਂ। ਤੇ ਇਸੇ ਤਰ੍ਹਾਂ ਉਹਦੇ ਮਤਲਬ ਸਾਰੀਆਂ ਪਾਰਟੀਆਂ ਮਗਰ ਪਈਆਂ, ਤਾਂ ਉਦੋਂ ਹੁੰਦਾ ਕੋਸ਼ਿਸ਼ ਤੁਸੀਂ ਆਪਣੀ ਧੀਰਜ ਰੱਖਣੀ ਹੁੰਦੀ ਹੈਗੀ ਆ, ਤੇ ਉਹ ਧੀਰਜ ਹੈ ਨਹੀਂ ਸੀ। ਇਹ ਆਪ ਮੂਰਖ ਸੀ ਕਿਉਂਕਿ ਇਹ ਆਪ ਅਲੜ ਸੀਗੇ। ਇਹ ਜਾ ਕੇ ਜਿਹੜਾ ਇੱਕ ਤੋਂ ਬਾਅਦ ਇੱਕ ਹਰਕਤ ਕਰੀ ਗਏ ਤੇ ਉਹਨਾਂ ਨੂੰ ਮੌਕਾ ਮਿਲ ਗਿਆ। ਤੇ ਉਹ ਮਤਲਬ ਇਹਦੇ ਵਿੱਚ ਹੋਇਆ ਕੀ ਕਿ ਇਹ ਨਾ ਤਾਂ ਇਹਨਾਂ ਨੇ ਜਿਹੜਾ ਆਉਂਦੇ ਸਾਰੀ ਜਿਹੜੀਆਂ ਗਲਤੀਆਂ ਕੀਤੀਆਂ, ਇਹਨਾਂ ਦੇ ਇੱਧਰ ਦੀ ਕੇਂਦਰੀ ਹਾਈ ਕਮਾਂਡ ਨੂੰ ਵੀ ਪਤਾ ਸੀ, ਉਹਨਾਂ ਨੂੰ ਪੰਜਾਬ ਦੀ ਸਮਝ ਤਾਂ ਹੈ ਨਹੀਂ ਸੀ। ਉਹਨਾਂ ਨੇ ਤਾਂ ਪੰਜਾਬ ਨੂੰ ਬਸ ਇੱਕ ਜ਼ਮੀਨ ਦਾ ਟੁਕੜਾ ਸਮਝ ਲਿਆ ਸੀ ਵੀ ਲਓ ਜੀ ਪੰਜਾਬ 'ਚ ਰਾਜ ਆ ਗਿਆ ਸਾਡਾ, ਤੇ ਹੁਣ ਅਸੀਂ ਪੰਜਾਬ ਦੇ ਬਹਾਨੇ ਪੰਜਾਬ 'ਚ ਜਿੰਨਾ ਪੈਸਾ ਹੈਗਾ ਉਹਦੇ ਵਿੱਚ ਉਹ ਖਰਚ ਕਰਕੇ, ਕਿਉਂਕਿ ਅਸਲੀ ਸੂਬਾ ਵਾ ਦਿੱਲੀ ਤੱਕ ਸੂਬਾ ਸੀਗਾ, ਇਹਦਾ ਹੁਣ ਫਾਇਦਾ ਲੈ ਕੇ ਅਸੀਂ ਬਾਕੀ ਮੁਲਕ ਦੇ ਵਿੱਚ ਵੀ ਰਾਜ ਕਰ ਲਾਂਗੇ। ਪੰਜਾਬ ਦਾ ਪੈਸਾ ਲੁੱਟਿਆ ਜਾ ਕੇ, ਉਸ ਇਸ਼ਤਿਹਾਰਾਂ ਰਾਹੀਂ ਵੰਡਿਆ। ਅੱਛਾ, ਫਿਰ ਜਿਹੜੇ ਆਪਦੇ MP ਜਿਹੜੇ ਹੈਗੇ ਆ ਇੱਧਰ ਰਾਜ ਸਭਾ ਦੇ ਵਿੱਚ ਭੇਜ ਦਿੱਤੇ, ਜਿਨ੍ਹਾਂ ਦਾ
ਕੋਈ ਪੰਜਾਬੀਅਤ ਨਾਲ ਲੈਣਾ ਦੇਣਾ ਨਹੀਂ ਸੀ, ਨਾ ਹੀ ਉਹ ਪੰਜਾਬ ਨਾਲ ਲੈਣਾ ਦੇਣਾ ਸੀ। ਮਤਲਬ ਲੈਣਾ ਦੇਣਾ ਮੀਨਸ ਭਾਵੇਂ ਉਹ ਪੰਜਾਬ ਦੇ ਜੰਮੇ ਹੋਣ, ਪਰ ਉਹਨਾਂ ਦਾ ਮਤਲਬ ਹੀ ਕੋਈ ਨਹੀਂ, ਉਹਨਾਂ ਨੇ ਤਾਂ ਹੋਰ ਕੰਮਾਂ ਲਈ ਭੇਜੇ ਨੇ ਉਹ ਤਾਂ। ਹਾਂ, ਉਹ ਉਹਨਾਂ ਦੀ ਜਿਹੜੀ ਖਸਰਤ ਹੈ ਨਾ ਉਹ ਪੰਜਾਬ ਵਾਲੀ ਨਹੀਂ ਸੀਗੀ। ਸੋ ਇਸ ਤਰ੍ਹਾਂ ਜਿੱਥੇ ਸਾਨੂੰ ਚਾਹੀਦਾ ਸੀਗਾ ਵੀ ਤੁਸੀਂ ਇੱਕ ਮਿਸਾਲ ਕਾਇਮ ਕਰਦੇ ਵੀ ਪੰਜਾਬ ਦੇ ਵਿੱਚੋਂ ਇੱਕ ਇੰਟਲੈਕਚੁਅਲ ਚੁਣ ਕੇ ਭੇਜਦੇ ਰਾਜ ਸਭਾ ਦੇ ਵਿੱਚ, ਸਿਆਣੇ ਬੰਦੇ ਭੇਜਦੇ, ਕੋਈ ਆਮ ਦੇਸੀ ਕਿਸਾਨ ਹੀ ਭੇਜ ਦਿੰਦੇ, ਕੋਈ ਆਮ ਦੇਸੀ ਕੋਈ ਦਲਿਤ ਭੇਜ ਦਿੰਦੇ, ਕੋਈ ਆਮ ਜਿਹੜਾ ਹੈਗਾ ਕੋਈ ਟੀਚਰ ਭੇਜ ਦਿੰਦੇ ਹੈ ਸਾਬਕਾ, ਤੇ ਕੋਈ ਸਾਡੇ ਕੋਲ ਸਿੱਖਿਆ ਸ਼ਾਸਤਰੀਆਂ ਦੀ ਘਾਟ ਨਹੀਂ ਹੈਗੀ। ਤੁਸੀਂ ਜਾ ਕੇ ਇਹੋ ਜਿਹੇ ਬੰਦੇ ਭੇਜਦੇ ਜਿਨ੍ਹਾਂ ਨੇ ਤਕੜਾ ਤੁਹਾਨੂੰ ਫੰਡ ਦਿੱਤਾ, ਤਕੜੇ ਰਹੀਸ ਬੰਦੇ ਸੀਗੇ, ਤੇ ਉਹਨਾਂ ਨਾਲ ਤੁਸੀਂ ਬੱਲੇ ਬੱਲੇ ਜਿਹੜੀ ਹੈਗੀ ਆ ਕਰਾਉਣੀ ਸੀ ਆਪਣੀ, ਉੱਥੇ ਮਾਰ ਖਾਧੀ। ਫਿਰ ਇੱਕ ਤੋਂ ਬਾਅਦ ਇੱਕ ਜਿਹੜੀਆਂ ਨਿਯੁਕਤੀਆਂ ਉਹ ਵੀ ਹੁਣ ਜਿਹੜੇ ਦਿੱਲੀ ਦੇ ਵਿੱਚੋਂ ਰਿਟਾਇਰ ਹੋਏ ਹੋਏ ਬੰਦੇ ਉਹ ਚੱਕ ਕੇ ਪੰਜਾਬ ਦੇ ਵਿੱਚ ਫਿੱਟ ਕਰਨ ਲੱਗੇ ਤੁਸੀਂ। ਇਹ ਗਲਤੀਆਂ ਹੋਈਆਂ। ਤੇ ਸੁਰੱਖਿਆ ਦੇ ਮਾਮਲੇ ਤੁਹਾਡੀ ਬੋਲੀ ਉਹੀ ਜਿਹੜੀ ਬੀਜੇਪੀ ਦੀ ਬੋਲੀ। ਬੀਜੇਪੀ ਤਾਂ ਚਾਹੁੰਦਾ ਸੀਗਾ ਵੀ ਆਪਣੀ ਇਹ ਬੋਲੀ ਬੋਲ ਕੇ ਪੰਜਾਬ ਨੂੰ ਘੇਰਿਆ ਜਾਵੇ, ਤੇ ਉਹ ਤੁਹਾਡੀ ਮਿੱਟੀ ਪਲੀਤ ਵੀ ਕਰਨਾ ਚਾਹੁੰਦਾ ਸੀ। ਤੁਸੀਂ ਮੌਕਾ ਦਿੱਤਾ, ਹਾਂ ਭਾਈ ਠੀਕ ਹੈ, ਸਾਡੇ ਸਿਰ ਦੇ ਵਿੱਚ ਸਵਾਹ ਪਾਓ। ਤੇ ਇਹ ਇਹਨਾਂ ਕੋਲੋਂ ਹੋਈਆਂ ਗਲਤੀਆਂ। ਤੇ ਇਹਦੇ ਵਿੱਚ ਜਿਹੜਾ ਹੈਗਾ ਸੈਂਟਰ ਨੇ ਆਪਣਾ ਨੈਰੇਟਿਵ ਬੁਣਿਆ, ਨੈਰੇਟਿਵ ਖਾਲਿਸਤਾਨ ਵਾਲਾ ਬੁਣਿਆ, ਜੋ ਕਿ ਕੋਈ ਜ਼ਮੀਨੀ ਆਧਾਰ ਜਿਹਦਾ ਹੈ ਨਹੀਂ ਗਾ। ਖਾਲਿਸਤਾਨ ਇੱਕ ਬਹੁਤੀ ਜਿਹੜੀ ਮੰਗ ਹੈ, ਇੱਕ ਤਾਂ ਸੈਂਟਰ ਮੂੰਹ ਚ ਪਾ ਰਿਹਾ ਤੁਹਾਡੇ, ਦੂਜਾ ਸਾਡੇ ਜਿਹੜੇ ਕੁਝ ਸੱਜਣ ਨੇ, ਬੁਰਾ ਨਾ ਮੰਨਣ, ਵਿਦੇਸ਼ਾਂ ਵਿੱਚ ਬੈਠੇ ਹੋਏ ਕੁਝ ਸੱਜਣ, ਸਾਰੇ ਨਹੀਂ ਮੈਂ ਸ਼ਬਦ ਵਰਤਦਾ, ਕੁਝ ਸੱਜਣ ਜਿਨ੍ਹਾਂ ਦਾ ਰੋਟੀ ਪਾਣੀ ਚੱਲ ਰਿਹਾ, ਕਈਆਂ ਨੇ ਉਹ ਪੋਲੀਟੀਕਲ ਸ਼ਰਨਾਂ ਲਈਆਂ ਹੋਈਆਂ, ਉਹਨਾਂ ਦਾ ਉੱਥੇ ਕਾਰੋਬਾਰ ਤਾਂ ਹੀ ਚੱਲੂ ਜੀ ਉਹ ਆਪਣੀ ਹੁਕੂਮਤਾਂ ਨੂੰ ਦਿਖਾਉਣਗੇ ਵੀ ਦੇਖੋ ਜੀ ਸਾਡੇ ਤਾਂ ਮੁਹਿੰਮ ਚੱਲ ਰਹੀ ਆ, ਅਸੀਂ ਤਾਂ ਇੱਥੇ ਆ ਕੇ ਜਿਹੜਾ ਹੈਗਾ ਸਹੀ ਸ਼ਰਨ ਲਈ ਹੋਈ ਹੈਗੀ ਆ। ਤੇ ਕਈਆਂ ਦਾ ਉੱਥੇ ਹੁਣ ਕਾਰੋਬਾਰ ਹੈਗਾ, ਉਹਨਾਂ ਨੇ ਉੱਥੇ ਹਲਾ ਕੀਤੀ ਹੋਈ ਹੈਗੀ ਆ। ਉਹ ਹਾਲਾਂਕਿ ਉਹਨਾਂ ਤੋਂ ਦੂਜੇ ਸਾਡੇ ਪ੍ਰਵਾਸੀ ਸੱਜਣ ਵੀ ਔਖੇ ਨੇ। ਆ ਜਦੋਂ ਆਹ ਪਿੱਛੇ ਜਿਹੇ ਘਟਨਾਵਾਂ ਹੋਈਆਂ, ਜਦੋਂ ਤਿਰੰਗਾ ਜਿਹੜਾ ਹੈਗਾ ਦੀ ਬੇਪੱਤੀ ਕਰਕੇ ਇਹਨਾਂ ਨੇ ਖਾਲਿਸਤਾਨੀ ਝੰਡਾ ਲਾਇਆ, ਉੱਥੇ ਬਹੁਤ ਸਾਰੇ ਸਾਡੇ ਪ੍ਰਵਾਸੀ ਦੋਸਤਾਂ ਨੇ ਕਿਹਾ ਵੀ ਆਹ ਕੀ ਕਰਨ ਲੱਗੇ ਸੀ ਤੁਸੀਂ ਭਾਈ। ਅੱਛਾ, ਉੱਥੇ ਫਿਰ ਤੁਸੀਂ ਦੇਖਿਆ ਵੀ ਟਿਚਰਾਂ ਕਰਨ ਲੱਗੇ ਸੀ, ਉਹ ਜਿਹੜੀਆਂ ਉੱਧਰੋਂ ਦੂਜਾ ਗੁੱਟ ਆ ਗਿਆ, ਬੀਜੇਪੀ ਵਾਲਾ ਗੁੱਟ ਆ ਗਿਆ, ਜਾਂ ਕਹਿ ਲਓ ਕਿ ਨੌਨ ਪੰਜਾਬੀ ਜਾਂ ਨੌਨ ਸਿੱਖ ਆ ਗਏ, ਉਹ ਜਾ ਕੇ ਤਿਰੰਗਾ ਲਾਉਣ ਲੱਗ ਗਏ। ਇਹ ਜਾ ਕੇ ਕੁਝ ਮਛਰੇ ਹੋਏ ਕਰਨ ਟੀਚਰਾਂ ਵੀ। ਆ ਦੇਖੋ ਜੀ, ਇੱਕ ਖਾਸ ਜਾਤ ਦਾ ਨਾਮ ਲੈ ਕੇ ਵੀ ਫਲਾਨੀਆਂ ਜਾਤ ਦੀਆਂ ਔਰਤਾਂ ਬੜੀਆਂ ਸੋਹਣੀਆਂ ਨੇ, ਉਹਨਾਂ ਨੂੰ ਟੀਚਰਾਂ ਕਰਨ ਲੱਗੇ ਹੋਏ ਸੀ। ਹੁਣ ਉਹ ਕੋਈ ਸਿੱਖੀ ਸੀ, ਉਹਦੇ ਤੇ ਜਥੇਦਾਰ ਸਾਹਿਬ ਨੇ ਵੀ ਇਤਰਾਜ਼ ਕੀਤਾ, ਅਕਾਲ ਤਖਤ ਦੇ ਜਥੇਦਾਰ ਨੇ। ਤੇ ਨਾ ਹੀ ਉਹ ਕੋਈ, ਅੱਛਾ ਫਿਰ ਪਤਾ ਕੀ ਲੱਗਿਆ ਵੀ ਬੰਦਾ ਕੌਣ ਸੀ ਉਹ ਜਿਹੜੇ ਟੀਚਰਾਂ ਕਰਨ ਵਾਲੇ? ਉਹ ਸੀ ਉਹ ਚਾਚੇ ਬਘੇਲੇ ਦੇ ਗਰੁੱਪ ਵਾਲੇ ਬੰਦੇ, ਜਿਹੜੇ ਉਹ ਜਿਹਦੇ ਨਾਲ ਅਮਰਤਪਾਲ ਵੀ ਕਹਿੰਦਾ ਵੀ ਮੇਰਾ ਖਾਸ ਬੰਦਾ ਉਹ ਹੈ। ਤੇ ਉਹੀ ਬੰਦਾ ਜਾ ਕੇ ਇੱਕ ਵਾਰ ਚਾਚੇ ਬਘੇਲੇ ਦੇ ਨਾਲ ਫੋਟੋਆਂ ਦੇ ਵਿੱਚ ਨਜ਼ਰ ਆ ਰਿਹਾ। ਮਤਲਬ ਇੱਕ ਏਦਾਂ ਦੀ ਕੈਟਾਗਰੀ ਜਿਹੜੀ ਕਿ ਜਿਨ੍ਹਾਂ ਦਾ ਰਿਮੋਟ ਕੰਟਰੋਲ ਵੀ ਪਤਾ ਨਹੀਂ ਸੈਂਟਰ ਦੇ ਹੱਥ ਹੈਗਾ ਵਾ, ਤੇ ਉਹ ਜਾ ਕੇ ਜਿਹੜੀ ਹੈਗੀ ਹੈ ਸਿੱਖੀ ਨੂੰ ਇੱਕ ਨਵੀਂ ਤਰ੍ਹਾਂ ਨਾਲ ਪਰਿਭਾਸ਼ਿਤ ਕਰਨਾ ਚਾਹੁੰਦੇ ਆ ਵੀ ਜਿਹੜੇ ਸਿੱਖ ਨੇ ਉਹ ਤਾਂ ਇਹੋ ਜਿਹੇ ਜਾਹਲ ਨੇ, ਉਹ ਤਾਂ ਔਰਤਾਂ ਦੀ ਕੋਈ ਇੱਜ਼ਤ ਨਹੀਂ ਕਰਦੇ ਹੈਗੇ, ਜਦਕਿ ਸਾਨੂੰ ਮੰਨਿਆ ਹੀ ਖਾਲਿਸਤਾਨ ਗਾਲਾਂ ਕੱਢਣਾ ਵਾ। ਜਦਕਿ ਸਿੱਖਾਂ ਨੂੰ ਮੰਨਿਆ ਹੀ ਔਰਤਾਂ ਦੇ, ਆਪਾਂ ਗੱਲ ਕਰੀਏ ਵੀ ਰਖਵਾਲੇ ਮੰਨਿਆ ਗਿਆ ਕਿ ਸਾਡਾ ਦੁਨੀਆ 'ਚ ਗੱਲ ਹੁੰਦੀ ਹੈ। ਮੈਂ ਇੱਕ ਇੰਗਲਿਸ਼ ਵੂਮਨ ਦੀ ਸਪੀਚ ਪੜ੍ਹ ਰਿਹਾ ਸੀ ਕਿ ਇਹ ਸਿੱਖ ਧਰਮ ਬੜਾ ਛੋਟਾ ਜਿਹਾ ਜਿਹੜਾ ਇਹਨਾਂ ਦੀ ਪਾਪੂਲੇਸ਼ਨ ਵਾਈਜ਼ ਆ, ਪਰ ਕਹਿੰਦਾ ਦੇਖੋ ਕਿੰਨੇ ਸਾਲ ਪਹਿਲਾਂ ਅਸੀਂ ਅੱਜ ਇਕੁਐਲਿਟੀ ਦੀ ਗੱਲ ਕਰਦੇ ਹਾਂ, ਅੱਜ ਇਕੁਐਲਿਟੀ ਬਾਰੇ ਅਸੀਂ ਫਾਈਟ ਕਰ ਰਹੇ ਹਾਂ, ਅੱਜ ਇਕੁਐਲਿਟੀ ਵਾਲੇ ਸਟਰਗਲ ਕਰ ਰਹੇ ਹਾਂ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਉਹ ਪੰਕਤੀ ਜੋ ਕਿ ਬੰਦਾ ਆਖੀਏ ਜਿੱਤ ਜੰਮੇ ਰਾਜਾਨ, ਉਹਦੀ ਪਰਿਭਾਸ਼ਾ ਉੱਥੇ ਉਹਨਾਂ ਨੂੰ ਉੱਥੇ ਸੁਣਾ ਕੇ ਤੇ ਫਿਰ ਉਸਦੀ ਵਿਆਖਿਆ ਕੀਤੀ ਗਈ ਇੰਗਲਿਸ਼ 'ਚ ਉਹਨੇ। ਜਿਹੜਾ ਇਹ ਕੈਟਾਗਰੀ ਪੈਦਾ ਹੋਈ ਹੈ ਨਾ ਦਰਨਲੀ ਸਾਹਿਬ, ਇਹਦਾ ਕੰਮ ਹੀ ਇਹੀ ਆ ਵੀ ਜਿਹੜੀ ਇੱਕ ਸਿੱਖੀ ਦੀ ਆਪਣੀ ਵਿਰਾਸਤ ਆ, ਇੱਕ ਉਹਦੀ ਫਿਲਾਸਫੀ ਆ, ਉਹਨੂੰ ਧੁੰਮਲ ਕਰਨਾ, ਉਹਨੂੰ ਇੱਕ ਤਰ੍ਹਾਂ ਦਾ ਮਿੱਟੀ 'ਚ ਰੋਲਣਾ। ਤੁਸੀਂ ਦੇਖੋ ਨਾ ਆਹ ਮੂਰਖ ਜਿਹੇ ਜਿਹੜੇ ਸੀਗੇ ਦਿਮਾਗੀ ਤੌਰ ਤੇ ਹਿੱਲੇ ਹੋਏ ਸੀ ਜਿਹੜੇ ਬਾਜੇ ਕੀ ਵਰਗੇ, ਉਹ ਕਿਵੇਂ ਦਲੀਲਾਂ ਦਿੰਦੇ ਸੀਗੇ ਕਿ ਅਸੀਂ ਜੀ ਪੜ੍ਹ ਕੇ ਕੀ ਲੈਣਾ, ਅਸੀਂ ਕਿਹੜਾ ਗ੍ਰੰਥੀ ਬਣਨਾ ਹੈਗਾ। ਮਤਲਬ ਸਿੱਖੀ ਤੁਹਾਨੂੰ ਪੜ੍ਹਨ ਦੀ ਗੱਲ ਕਰਦੀ, ਤੁਸੀਂ ਕਿਹੜਾ ਅਸੀਂ ਕਿਹੜਾ ਗ੍ਰੰਥੀ। ਅੱਛਾ, ਜਦੋਂ ਅਮਰਤਪਾਲ ਤੋਂ ਪੁੱਛਿਆ ਜਾਂਦਾ ਸੀ ਕਿ ਤੂੰ ਕਿੰਨਾ ਕੁ ਪੜ੍ਹਿਆ ਹੋਇਆ, ਕਹਿੰਦਾ ਪੜ੍ਹਾਈ ਨਾਲ ਤਾਂ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ, ਮੈਂ ਬਹੁਤਾ ਸੁਣਿਆ ਹੀ ਆ ਜ਼ਿਆਦਾ। ਅੱਛਾ ਫਿਰ ਇੱਕ ਹੋਰ ਬੰਦੇ ਗਾਲੀ ਕੱਢ ਮਹਿਕਮਾ ਇਹਨਾਂ ਦਾ ਸੀਗਾ, ਜੇ ਮਤਲਬ ਕਿਸੇ ਨੇ ਸਵਾਲ ਕੀਤਾ ਤੁਹਾਡੇ ਤੇ ਫਿਰ ਤੁਹਾਨੂੰ ਗਾਲਾਂ ਕੱਢਾਂਗੇ ਬਰਾਬਰ। ਹੁਣ ਸਿੱਖੀ ਦਾ ਜਿਹੜਾ ਕੁਛ ਕਹੀਏ ਕੁਛ ਸੁਣੀਆਂ ਦੀ ਗੱਲ ਕਰਦੀ ਹੈਗੀ ਆ, ਨਾਨਕ ਜਬ ਲੱਗ ਰਹੀ ਹੈ ਕੁਛ ਸੁਣੀਏ ਕੁਛ ਕਹੀਏ, ਰੋਸ ਨਾ ਕੀਜੇ ਉੱਤਰ ਬੀਜੇ ਦੀ ਗੱਲ ਕਰਦੀ ਹੈਗੀ ਹੈ। ਤੇ ਇਹ ਜਾ ਕੇ ਕਹਿੰਦੇ ਕਿ ਜੇ ਸਾਨੂੰ ਉੱਤਰ ਕਰਾਂਗੇ ਤਾਂ ਛਿੱਤਰ ਮਾਰਾਂਗੇ ਤੁਹਾਡੇ। ਸੋ ਇੱਕ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਕੈਟਾਗਰੀ ਪੈਦਾ ਹੋ ਗਈ ਜਿਹਦਾ ਰਿਮੋਟ ਕੰਟਰੋਲ ਸਾਨੂੰ ਡਰ ਹੈ, ਸ਼ੱਕ ਹੈ ਵੀ ਉਹ ਕਿਤੇ ਕਿਸੇ ਇਹੋ ਜਿਹੀ ਤਾਕਤ ਦੇ ਹੱਥ ਦੇ ਵਿੱਚ ਜਿਹੜੀ ਪੰਜਾਬ ਵਿਰੋਧੀ ਵੀ ਹੈ, ਸਿੱਖ ਵਿਰੋਧੀ ਵੀ ਆ, ਉਹ ਜਿਹੜੀ ਤਮਾਮ ਹਾਲਤ ਹੋ ਗਈ ਜਿਹਦੇ ਤੇ ਉਹ ਸ਼ਾਹ ਮੁਹੰਮਦ ਆਪਣੇ ਜਿਹੜਾ ਹੈਗਾ
ਕਿਸੇ ਦੇ ਵਿੱਚ ਕਹਿ ਰਿਹਾ, ਜੰਗਨਾਮੇ 'ਚ ਕਹਿ ਰਿਹਾ ਵੀ ਸ਼ਾਹ ਮੁਹੰਮਦ ਦਾ ਲੁੱਕ ਦੇ ਸਰਦਾਰ ਫਿਰਨ ਭੂਤ ਮੰਡਲੀ ਹੋਈ ਸਵਾਰਮੀ ਆ। ਉਹੀ ਕੰਮ ਆ ਕਿ ਜਿਹੜਾ ਸਿਆਣਾ ਬੰਦਾ ਉਹ ਜਾ ਕੇ ਫੇਸਬੁੱਕ ਉੱਤੇ ਇਹਨਾਂ ਦਾ ਵਿਰੋਧ ਕਰਨ ਤੋਂ ਵੀ ਡਰਦਾ ਕਿ ਜੇਕਰ ਵਿਰੋਧ ਕਰਾਂਗੇ ਤਾਂ ਇਹਨਾਂ ਨੇ ਗਾਲਾਂ ਕੱਢਣੀਆਂ ਨੇ, ਜਾਂ ਫਿਰ ਸਾਡੀ ਕੁੜੀ ਦੀ, ਭੈਣ ਦੀ, ਜਾਂ ਕੋਈ ਵੀ ਔਰਤ ਘਰ ਦੀ ਹੈਗੀ ਆ ਉਹਦੀ ਕੋਈ ਨਾ ਕੋਈ ਫੋਟੋ ਲੱਭ ਕੇ ਇਹਨਾਂ ਨੇ ਜਿਹੜਾ ਹੈਗਾ ਉਹਦੀ ਕੋਈ ਬੇਹੂਦਗੀ ਕਰਨੀ ਹੈਗੀ, ਉਹਦੇ ਚਰਿੱਤਰ ਦਾ ਘਾਣ ਕਰਨਾ ਹੈਗਾ। ਸੋ ਇਸ ਕਰਕੇ ਉਹ ਹਾਲਤ ਉਹੀ ਹੋਈ ਹੈ ਜਿਹੜੇ ਸ਼ਾਹ ਮੁਹੰਮਦ ਨੇ ਕਈ ਸਾਲ ਪਹਿਲਾਂ ਕਿਹਾ ਸੀਗਾ ਵੀ ਸ਼ਾਹ ਮੁਹੰਮਦ ਦਾ ਲੁੱਕ ਦੇ ਸਰਦਾਰ ਫਿਰ ਭੂਤ ਮੰਡਲੀ ਹੋਈ ਸਵਾਰਮੀ ਆ। ਇਹ ਭੂਤ ਮੰਡਲੀ ਦੇ ਅੱਗੇ ਜਿਹੜਾ ਹੈਗਾ ਕਿਤੇ ਨਾ ਕਿਤੇ ਸਿਆਣਾ ਬੰਦਾ ਘਬਰਾਇਆ ਹੋਇਆ ਵੀ, ਡਰਿਆ ਹੋਇਆ ਵੀ ਨਜ਼ਰ ਆ ਰਿਹਾ। ਪਰ ਜਿੱਥੇ ਫਿਰ ਜਹਾਜ਼ ਚੱਲਦਾ ਉਹ, ਕਿਉਂਕਿ ਤੁਹਾਨੂੰ ਪਤਾ ਵੀ ਹਰੇਕ ਚੀਜ਼ ਦੀ ਇੱਕ ਇੰਤਹਾ, ਉੱਥੇ ਫਿਰ ਉਹ ਸਿਆਣੇ ਬੰਦੇ ਬੋਲ ਵੀ ਪੈਂਦੇ ਨੇ, ਫਿਰ ਇਹਨਾਂ ਨੂੰ ਸਬਕ ਵੀ ਸਿਖਾ ਦਿੰਦੇ ਨੇ ਉਹ ਜੀ। ਇਹਦੇ ਉੱਤੇ ਸਾਡੇ ਲਿਸਨਰਸ ਦੇ ਵਿਚਾਰ ਵੀ ਲੈਣੇ ਚਾਹਾਂਗੇ ਤਮਾਮ ਗੱਲਬਾਤ ਦੇ ਉੱਤੇ। फ़ोन नंबर है 9264100666 ਤੇ 9814910666। ਦੋ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਕਾਲ ਦੀ ਉਡੀਕ ਕਰਾਂਗੇ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਥੋੜ੍ਹੇ ਜਿਹੇ ਵਪਾਰਕ ਸੁਨੇਹੇ ਦੇ ਲਈਏ ਤੇ ਫਿਰ ਹਾਜ਼ਰ ਹੁੰਦੇ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। जी ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ AC ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈਟ, ਜੜਾਊ ਸੈਟ, ਪੋਲਕੀ ਸੈਟ, ਹੀਰੇ ਜੜੇ ਸੈਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ, ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੀਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਵਿਦੇਸ਼ਾਂ 'ਚ ਵਸਣ ਵਾਲੇ ਪੰਜਾਬੀਆਂ ਦੇ ਲਈ ਸੁਨਹਿਰੀ ਮੌਕਾ ਲੈ ਕੇ ਆਈ ਆ ਪੰਜਾਬ ਦੀ ਬਹੁਤ ਹੀ ਵੱਡੀ ਰੀਅਲ ਅਸਟੇਟ ਕੰਪਨੀ DH ਰੀਅਲ ਅਸਟੇਟ। ਬਹੁਤ ਹੀ ਨਾਮਵਰ ਕੰਪਨੀ ਤੁਹਾਨੂੰ ਮੌਕਾ ਪ੍ਰਦਾਨ ਕਰਦੀ ਹੈ ਕਿ ਬਿਨਾਂ ਪੰਜਾਬ ਗਏ ਤੁਸੀਂ ਹੁਣ ਆਪਣੀ ਜ਼ਮੀਨ ਵੇਚ ਸਕੋਗੇ ਜਾਂ ਫਿਰ ਆਪਣੀ ਪਸੰਦੀ ਦੀ ਜ਼ਮੀਨ ਖਰੀਦ ਸਕੋਗੇ। ਕਿਸੇ ਵੀ ਤਰ੍ਹਾਂ ਦੀ ਕੋਠੀ, ਫਲੈਟ, ਪਲਾਟ ਜਾਂ ਫਿਰ ਕਮਰਸ਼ੀਅਲ ਜਾਂ ਐਗਰੀਕਲਚਰ ਲੈਂਡ ਲੈਣੀ ਹੋਵੇ ਤਾਂ DH ਰੀਅਲ ਅਸਟੇਟ ਨਾਲ ਸੰਪਰਕ ਕਰੋ। ਤੁਹਾਨੂੰ ਪੰਜਾਬ ਜਾਣ ਦੀ ਲੋੜ ਨਹੀਂ, ਸੌਦਾ ਬੈਠੇ ਬਿਠਾਏ ਇੱਥੇ ਹੀ ਕਰਾ ਕੇ ਤੇ ਇੱਥੇ ਹੀ ਪੈਸੇ ਪਹੁੰਚਦੇ ਕਰ ਦਿੰਦੇ ਨੇ। ਨੰਬਰ ਹੈ DH ਰੀਅਲ ਅਸਟੇਟ ਦਾ 98775 0758 ਪਲੱਸ 91 ਇੰਡੀਆ ਦਾ ਕੋਡ ਲਾਉਣਾ। WhatsApp ਤੇ ਜਾਂ ਫਿਰ ਡਾਇਰੈਕਟ ਕਾਲ ਕਰ ਲੈਣੀ ਹੈ 98775 0758 DH ਰੀਅਲ ਅਸਟੇਟ। ਇਹਨਾਂ ਦਾ ਸਲੋਗਨ ਹੈ ਪੰਜਾਬ ਵਿੱਚ ਬੇਫਿਕਰੇ ਹੋ ਕੇ ਹੁਣ ਖਰੀਦੋ ਜ਼ਮੀਨ, ਪਲਾਟ, ਕੋਠੀ ਜਾਂ ਫਿਰ ਫਲੈਟ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਮੇਰੇ ਨਾਲ ਨੇ ਸ਼ਿਵਿੰਦਰ ਜੀ। ਸ਼ਿਵਿੰਦਰ ਜੀ, ਤਮਾਮ ਘਟਨਾਕ੍ਰਮ ਨੂੰ ਅੱਗੇ ਲੈ ਕੇ ਚੱਲੀਏ ਤਾਂ ਜਿਹੜੀ ਜਲੰਧਰ ਬਾਈ ਇਲੈਕਸ਼ਨ ਹੈ, ਜਲੰਧਰ ਬਾਈ ਇਲੈਕਸ਼ਨ ਨੂੰ ਤੁਸੀਂ ਕਿਵੇਂ ਲੈ ਕੇ ਚੱਲਦੇ ਹੋ? ਉੱਥੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਸਥਿਤੀ ਕੀ ਹੈ? ਕਿਉਂਕਿ ਜੇਕਰ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਜਿਹੜੀ ਅੰਮ੍ਰਿਤਪਾਲ ਸਿੰਘ ਵੱਲੋਂ ਜਿਹੜੀ ਫਿਜ਼ਾ ਦੇ ਵਿੱਚ ਥੋੜ੍ਹਾ ਜਿਹਾ ਡਰ ਭੈ ਪੈਦਾ ਕੀਤਾ ਗਿਆ ਸੀਗਾ, ਉੱਥੋਂ ਲੋਕ ਸਮਝਦਾਰ ਨੇ। ਇੱਕ ਖਾਸ ਪੋਲੀਟੀਕਲ ਪਾਰਟੀ ਦਾ ਨਾਂ ਲੈ ਕੇ ਉਹਨਾਂ ਨੂੰ ਸਮਝ ਆਉਂਦੀ ਹੈ। ਪਰ ਜੇਕਰ ਗੱਲ ਕਰੀਏ ਵੀ ਸਾਡੀ ਸਰਕਾਰ ਨੇ ਬੜਾ ਪੈਸਾ ਲਾਇਆ ਐਡਵਰਟੀਜ਼ਮੈਂਟ 'ਤੇ, ਬਾਹਰ ਗਏ ਹਰ ਕੋਸ਼ਿਸ਼ ਕਰਦੇ ਆ ਵੀ ਇਨਵੈਸਟਮੈਂਟ ਹੋਵੇ, ਪਰ ਉਹ ਇਨਵੈਸਟਮੈਂਟ ਪੰਜਾਬ 'ਚ ਹੋਣੀ ਕੀ ਸੀ? ਪੰਜਾਬ ਦੀ ਇਨਵੈਸਟਮੈਂਟ ਬਾਹਰਲੇ ਸੂਬਿਆਂ ਜਾਣੀ ਸ਼ੁਰੂ ਹੋ ਗਈ।
ਹੁਣ ਇਹ ਸਥਿਤੀ ਜੇਕਰ ਆਪਾਂ ਗੱਲ ਕਰੀਏ ਵੀ ਜਿਹੜਾ ਪਹਿਲਾਂ ਹੀ ਪੰਜਾਬ ਹੈ ਜਿਹੜਾ ਇੱਕ ਤਾਂ ਕਹਿੰਦਾ ਇੱਕ ਮਾਰ ਇਹ ਪੈ ਗਈ ਕਿ 90% ਪੰਜਾਬ ਦੇ ਵਿੱਚ ਫਸਲ ਦੀ ਬਰਬਾਦੀ ਹੋ ਗਈ। ਹੁਣ ਪੈਸਾ ਸਰਕਾਰ ਕੋਲੇ ਮੁਆਵਜ਼ਾ ਦੇਣ ਨੂੰ ਹੈ ਨਹੀਂ, ਸਰਕਾਰ ਨੇ ਕਹਿੰਦਾ ਪਾਈ ਮੁਆਵਜ਼ਾ ਦੇਵਾਂਗੇ। ਹੁਣ ਇਹਦੇ ਵਿੱਚ ਕਿੰਨੇ % ਦੇਖੋ ਵੀ ਹੁਣ ਇੱਕ ਚੀਜ਼ ਸਰਕਾਰ ਦੇ ਹੱਥ 'ਚ ਹੈਗੀ ਹੈ, ਉਹ ਹੈਗੀ ਹੈ ਕਿ ਨੁਕਸਾਨ ਕਿੰਨਾ ਦਿਖਾਇਆ ਜਾਵੇ। ਹੁਣ ਨੁਕਸਾਨ ਦੇ ਪੈਰਾਮੀਟਰ ਤਾਂ ਤੁਸੀਂ ਵੀ ਸਿਆਣੇ ਹੋ, ਜਿਹਦੀਆਂ ਬੱਲੀਆਂ ਵਿੱਚ ਉੱਗ ਪਈਆਂ ਉਹਦਾ ਤਾਂ 100% ਕਣਕ ਗਈ, ਪਰ 100% ਦਾ ਨੁਕਸਾਨ ਨਹੀਂ ਦਿਖਾਉਣਾ। ਬਾਗ ਹੈ ਜਿੱਥੋਂ ਲੰਘ ਗਿਆ ਬੂਟੇ ਪੱਟੇ ਗਏ, ਹੁਣ ਉਹਦਾ 100% ਨਹੀਂ ਦਿਖਾਉਣਾਗਾ। ਹੁਣ ਕਿੰਨੇ % DC ਮੁਹਾਲੀ ਦੀ ਗੱਲ ਕਰੀਏ, ਉਹ ਕਹਿੰਦੀ ਜੀ 5 ਕਿੱਲਿਆਂ ਤੱਕ ਹੀ ਇੱਕ ਮਾਲਕ ਨੂੰ ਮੁਆਵਜ਼ਾ ਮਿਲੇਗਾ। ਜੇ ਉਹਦੇ ਕੋਲ 10 ਕਿੱਲੇ ਜ਼ਮੀਨ ਹੈ ਤਾਂ 5 ਕਿੱਲਿਆਂ ਦਾ ਮੁਆਵਜ਼ਾ ਮਿਲਿਆ ਤਾਂ ਉਹਦਾ 50% ਤਾਂ ਵੈਸੇ ਹੀ ਹੋ ਗਿਆ, ਪਾਏ ਤਾਂ ਫੇਰ ਚਲੀ ਗਈ। ਹੁਣ ਇਹ ਤਮਾਮ ਸਥਿਤੀਆਂ ਨੂੰ ਫਾਈਨੈਂਸ਼ੀਅਲ ਹਾਲਾਤ, ਉੱਤੋਂ ਮੌਸਮ ਦੀ ਮਾਰ, ਉੱਤੋਂ ਕੀ ਕਹਿੰਦੇ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਆ ਉਹ ਮਾਰ ਹੈ, ਫਾਈਨੈਂਸਿਸ ਜਿਹੜੇ ਆਉਣੇ ਸੀ ਉਹ ਵੀ ਘੱਟ ਗਏ। ਇਹਨਾਂ ਤਮਾਮ ਚੀਜ਼ਾਂ ਨੂੰ ਲੈ ਕੇ ਫਾਈਨੈਂਸ਼ੀਅਲ ਹਾਲਾਤ ਦੇ ਉੱਤੇ ਗੱਲ ਕਰੀਏ ਤੇ ਫਿਰ ਇਹਨੂੰ ਜਲੰਧਰ ਵੱਲ ਨੂੰ ਤੋਰੀਏ। ਹਜੇ ਤੱਕ ਆਮ ਆਦਮੀ ਪਾਰਟੀ ਕੋਲੇ ਉਮੀਦਵਾਰ ਨਹੀਂ ਹੈਗਾ। ਦੇਖੋ ਇਹਦੇ ਵਿੱਚ ਨਾ ਇੱਕ ਚੀਜ਼ ਧਿਆਨ ਰੱਖਣ ਵਾਲੀ ਹੈ ਕਿ ਜਿਹੜੇ ਤਮਾਮ ਤੁਸੀਂ ਮੁੱਦੇ ਗਿਣਾਏ ਨੇ ਨਾ, ਉਹਦੇ ਵਿੱਚ ਇਹ ਜ਼ਿਆਦਾਤਰ ਤਾਂ ਮੁੱਦੇ ਆਮ ਕਰਕੇ ਭਾਰੂ ਰਹਿੰਦੇ ਹੁੰਦੇ ਨੇ ਜਦੋਂ ਵਿਧਾਨ ਸਭਾ ਚੋਣ ਹੁੰਦੀ ਹੈ ਜਾਂ ਲੋਕ ਸਭਾ ਚੋਣ ਹੁੰਦੀ ਹੈ। ਤੇ ਕਈ ਵਾਰ ਜਿਹੜੀਆਂ ਹੁੰਦੀਆਂ ਨੇ ਜ਼ਿਮਨੀ ਚੋਣਾਂ ਨਾ, ਇਹਦੇ ਵਿੱਚ ਮੁੱਦਿਆਂ ਦੇ ਨਾਲੋਂ ਕੁਛ ਹੋਰ ਚੀਜ਼ਾਂ ਜ਼ਿਆਦਾ ਭਾਰੂ ਹੁੰਦੀਆਂ ਨੇ, ਕਿਉਂਕਿ ਪੰਜਾਬ ਦੇ ਵਿੱਚ ਥੋੜ੍ਹੀ ਜਿਹੀ ਆਪਾਂ ਹਿਸਟਰੀ ਇੱਕ ਵਾਰ ਦੇਖ ਲਈਏ ਇਹਦੀਆਂ ਜ਼ਿਮਨੀ ਚੋਣਾਂ ਦੀ। ਉਹਦੇ ਵਿੱਚ ਕੀ ਹੈ ਕਿ 94 ਜਾਂ 5 ਦੀ ਗੱਲ ਕਰੀਏ, 95 ਦੀ ਗੱਲ ਕਰੀਏ, ਤੁਹਾਡੇ ਇੱਥੇ ਨਾਲ ਪੈਂਦਾ ਗਿੱਦੜਬਾਹਾ, ਇੱਥੇ ਜਿਹੜਾ ਹੈਗਾ ਜ਼ਿਮਨੀ ਚੋਣ ਹੋਈ ਸੀ ਜਿਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਜਿੱਤ ਗਏ ਸੀ। ਜਦੋਂ ਉਹ ਪਹਿਲੀ ਵਾਰ ਉਹਦੇ ਪੈਰ ਲੱਗੇ ਸੀ, ਉਦੋਂ ਇੱਕ ਵਿਰੋਧੀ ਪਾਰਟੀ ਦਾ ਉਮੀਦਵਾਰ ਜਿੱਤਿਆ ਸੀਗਾ, ਮਤਲਬ ਰਾਜ ਕਰਦੀ ਹੋਈ ਪਾਰਟੀ ਹਾਰੀ ਸੀ, ਤੇ ਉਹੀ ਮਤਲਬ ਮਨਪ੍ਰੀਤ ਦੀ ਇੱਕ ਸ਼ੁਰੂਆਤ ਸੀਗੀ ਉਸ ਸਮੇਂ। ਤੇ ਅੱਛਾ ਉਸ ਤੋਂ ਬਾਅਦ ਵਿੱਚ ਫਿਰ ਉਸ ਤੋਂ ਬਾਅਦ ਵਿੱਚ 97 ਦੇ ਵਿੱਚ ਅਕਾਲੀ ਦਲ ਸੱਤਾ 'ਚ ਆਉਂਦਾ। ਫਿਰ ਉਦੋਂ ਜਿਹੜੀ ਸੀਟ ਖਾਲੀ ਹੁੰਦੀ ਆ, ਕਿਲ੍ਹਾ ਰਾਏਪੁਰ ਦੀ ਸੀਟ ਖਾਲੀ ਹੁੰਦੀ ਹੈ, ਤੇ ਕਿਉਂਕਿ ਬਾਦਲ ਸਾਹਿਬ ਨੇ ਉਦੋਂ ਕਿਲ੍ਹਾ ਰਾਏਪੁਰ ਦੀ ਲੰਮੀ ਤੋਂ ਜ਼ਿਮਨੀ ਚੋਣ ਲੜੀ ਸੀਗੀ, ਤੇ ਉਹਦੇ ਵਿੱਚ ਕੀ ਆ, ਲੰਮੀ ਉਹਨਾਂ ਨੇ ਰੱਖ ਲਈ ਸੀ ਤੇ ਕਿਲ੍ਹਾ ਰਾਏਪੁਰ ਉਹਨਾਂ ਨੇ ਛੱਡ ਦਿੱਤੀ ਸੀਗੀ। ਤੇ ਕਿਲ੍ਹਾ ਰਾਏਪੁਰ ਸੀਟ ਜਿਹੜੀ ਹੈਗੀ ਹੈ ਜੀ, ਉਸ ਤੋਂ ਬਾਅਦ ਵਿੱਚ ਅਕਾਲੀ ਦਲ ਜਿਹੜਾ ਹੈਗਾ ਵਾ ਜ਼ਿਮਨੀ ਚੋਣ ਵਿੱਚ ਜਿੱਤਿਆ, ਮਤਲਬ ਰਾਜ ਕਰਦੀ ਹੋਈ ਪਾਰਟੀ ਜਿੱਤੀ ਉਹਦੇ ਵਿੱਚ, ਤੇ ਬਾਦਲ ਸਾਹਿਬ ਨਾਲੋਂ ਜ਼ਿਆਦਾ ਫਰਕ ਨਾਲ ਜਿੱਤੀ ਸੀ ਉਹ ਹੈ। ਤੇ ਜਿੰਨੀ ਨਾਲ ਬਾਦਲ ਸਾਹਿਬ ਨੇ ਕਿਲ੍ਹਾ ਰਾਏਪੁਰ ਜਿੱਤੀ ਸੀ, ਉਸ ਤੋਂ ਬਾਅਦ ਵਿੱਚ ਅਗਲੇ ਉਮੀਦਵਾਰ ਨੇ ਉਸ ਤੋਂ ਬਾਅਦ। ਪਰ ਮੈਨੂੰ ਨਾ ਉਹ ਯਾਦ ਹੈ, ਤਰਸੇਮ ਯੋਧਾ ਸੀ ਕਾਮਰੇਡ ਉੱਥੇ, ਤਰਸੇਮ ਯੋਧਾ ਸੀ ਸਾਈਕਲ ਤੇ ਉਹਨੇ ਦੇਖ ਲਓ ਬਾਦਲ ਸਾਹਿਬ ਦੇ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਨਾ ਬਾਈ ਨਾਸੀ ਧੂੰਆਂ ਲਿਆਤਾ ਸੀਗਾ, ਇੰਨੀ ਕੰਪੇਨ ਕਰਨੀ ਪਈ ਸੀ ਉੱਥੇ ਕਿਲ੍ਹਾ ਰਾਏਪੁਰ, ਕਿਲ੍ਹਾ ਰਾਏਪੁਰ ਦੇ ਵਿੱਚ। ਉਦੋਂ ਕਾਂਗਰਸ ਦੀ ਸਪੋਰਟ ਸੀ ਤਰਸੇਮ ਯੋਧਾ ਨੂੰ, ਤੇ ਕਾਂਗਰਸ ਨੇ ਆਪਣਾ ਉਮੀਦਵਾਰ, ਤਰਸੇਮ ਯੋਧਾ ਦਾ ਆਪਦਾ ਆਧਾਰ ਬੜਾ ਸੀ ਨਾ। ਹਾਂਜੀ, ਜਦੋਂ ਜ਼ਿਮਨੀ ਚੋਣ ਹੋਈ ਉਹਦੇ ਵਿੱਚ ਵੀ ਫਿਰ ਕਾਂਗਰਸ ਨੇ ਤਰਸੇਮ ਯੋਧਾ ਨੂੰ ਦੁਬਾਰੇ ਸਪੋਰਟ ਦਿੱਤੀ ਸੀ। ਉਦੋਂ ਫਿਰ ਤਰਸੇਮ ਯੋਧਾ ਉਹ ਵਾਲੀ ਕਾਰਗੁਜ਼ਾਰੀ ਨਹੀਂ ਦਿਖਾ ਸਕਿਆ ਸੀਗਾ ਜਿਹੜੀ ਕਿ ਉਦੋਂ ਦਿਖਾਣੀ ਚਾਹੀਦੀ ਸੀਗੀ। ਫਿਰ ਅੱਛਾ ਉਸ ਤੋਂ ਬਾਅਦ ਵਿੱਚ 98 ਦੇ ਵਿੱਚ ਪਹੁੰਚ ਕੇ ਆਦਮਪੁਰ ਵਾਲੀ ਚੋਣ ਹੁੰਦੀ ਹੈ। ਆਦਮਪੁਰ ਵਾਲੀ ਚੋਣ ਦੇ ਵਿੱਚ ਅਕਾਲੀ ਦਲ ਚੋਣ ਹਾਰ ਜਾਂਦਾ ਰਾਜ ਕਰਦਾ ਹੋਇਆ, ਉਦੋਂ ਕਾਂਗਰਸ ਜਿੱਤ ਜਾਂਦਾ ਹੈਗਾ। ਤੇ ਪਹਿਲਾਂ ਤਾਂ ਨਤੀਜੇ ਆਉਂਦੇ ਨੇ ਕਿ 5 ਵੋਟਾਂ ਦੇ ਫਰਕ ਨਾਲ ਜੀ ਅਕਾਲੀ ਦਲ ਹਾਰਿਆ। ਅਕਾਲੀ ਦਲ ਨੇ ਰੌਲਾ ਪਾਇਆ ਵੀ ਐਂ ਕਿਵੇਂ ਹਾਰ ਗਏ, ਕਿਉਂਕਿ ਸੱਤਾ ਦੇ ਵਿੱਚ ਸੀਗਾ। ਫਿਰ ਦੁਬਾਰਾ ਗਿਣਤੀ ਹੋਈ, ਫਿਰ 1 ਵੋਟ ਹੋਰ ਵੱਧ ਗਈ ਕਾਂਗਰਸ ਦੀ, 6 ਵੋਟਾਂ ਦਾ ਫਰਕ ਹੋ ਗਿਆ। ਉਦੋਂ ਵੀ ਅਸੀਂ ਦੇਖਿਆ ਵੀ ਰਾਜ ਕਰਦੀ ਹੋਈ ਪਾਰਟੀ ਹਾਰੀ ਸੀ। ਅੱਛਾ, ਫਿਰ ਉਸ ਤੋਂ ਬਾਅਦ ਵਿੱਚ ਅਸੀਂ ਆਉਂਦੇ ਹਾਂ ਸਿੱਧਾ 2002 ਦੀ ਚੋਣ ਹੁੰਦੀ ਹੈ ਜੀ। 2002 ਦੀ ਚੋਣ ਦੇ ਵਿੱਚ ਜਿਹੜਾ ਜ਼ਿਮਨੀ ਚੋਣਾਂ ਹੁੰਦੀਆਂ ਉਹ ਕਾਂਗਰਸ ਦਾ ਟਾਈਮ ਪੀਰੀਅਡ ਸੀਗਾ ਜੀ, ਤੇ ਜਿਹਦੇ ਵਿੱਚ ਕਿ ਲਗਭਗ ਕਾਂਗਰਸ ਪਾਰਟੀ ਹੀ ਉਹਦੇ ਵਿੱਚ ਜਿੰਨੀਆਂ ਕਿ ਜ਼ਿਮਨੀ ਚੋਣਾਂ ਹੁੰਦੀਆਂ ਕਾਂਗਰਸ ਪਾਰਟੀ ਹੀ ਜਿੱਤਦੀ ਹੈ। ਫਿਰ ਅਕਾਲੀ ਦਲ ਦਾ ਰਾਜ ਆਉਂਦਾ। ਅਕਾਲੀ ਦਲ ਦੇ ਰਾਜ ਦੇ ਵਿੱਚ ਉਹਨਾਂ ਨੇ ਇੱਕ ਨਵੀਂ ਤਰ੍ਹਾਂ ਦੀ ਪ੍ਰੈਕਟਿਸ ਸ਼ੁਰੂ ਕੀਤੀ ਵੀ ਜਿੰਨੀਆਂ ਵੀ ਸੀਟਾਂ ਖਾਲੀ ਹੁੰਦੀਆਂ ਸੀ ਉਹ ਜਿੱਤ ਲੈਂਦੇ ਸੀ, ਜਾਂ ਐਂ ਵੀ ਕਰ ਲੈਂਦੇ ਸੀ ਕਾਂਗਰਸ ਦਾ ਬੰਦਾ ਆਪਣੀ ਪਾਰਟੀ ਸ਼ਾਮਿਲ ਕਰ ਲਿਆ, ਸੀਟ ਖਾਲੀ ਹੋਣੀ ਸੀ ਕਿਉਂਕਿ ਦਲ ਬਦਲੂ ਐਕਟ ਕਾਨੂੰਨ ਸੀਗਾ, ਉਹਦੇ ਤਹਿਤ ਫਿਰ ਉਸੇ ਨੂੰ ਟਿਕਟ ਦਿੱਤੀ ਗਈ, ਜਿਵੇਂ ਮੋਗੇ ਦੀ ਉਦਾਹਰਨ ਹੈ। ਤੇ ਉਹਦੇ ਵਿੱਚ ਉਹੀ ਜਿਹੜੇ ਹੈਗੇ ਜਨਾਬ ਸੇਠ ਜੀ ਜਿੱਤ ਗਏ। ਇਹ ਹੁੰਦਾ ਰਿਹਾ। ਉਦੋਂ ਤੱਕ ਵੀ ਅਸੀਂ ਦੇਖਿਆ ਕਿ ਫਿਰ ਉਸ ਤੋਂ ਬਾਅਦ ਵਿੱਚ 17 ਦੇ ਵਿੱਚ ਅਸੀਂ ਦੇਖੀਏ ਵੀ ਜਿਹੜਾ ਚੋਣ ਹੋਈ ਹੈ ਇਹਦੀ ਕਾਂਗਰਸ ਪਾਰਟੀ ਆ ਗਈ। ਉਦੋਂ ਵੀ ਲਗਭਗ 1 ਸੀਟ ਨੂੰ ਛੱਡ ਕੇ ਰਾਜ ਕਰਦੀ ਹੋਈ ਪਾਰਟੀ ਜਿੱਤੀ ਹੈ। ਸਿਰਫ ਉਹ 1 ਸੀਟ ਸੀਗੀ ਇਹਦੀ ਮੁੱਲਾਪੁਰ ਦਾਖਾਂ ਵਾਲੀ, ਜਿਹਦੇ ਵਿੱਚੋਂ HS ਫੂਲਕਾ ਨੇ ਆਪਣੀ ਸੀਟ ਛੱਡੀ ਸੀਗੀ, ਤੇ ਉਹਦੇ ਤੇ ਦੂਜਾ ਜਿੱਤ ਗਿਆ ਸੀਗਾ ਅਕਾਲੀ ਦਲ ਦਾ ਉਮੀਦਵਾਰ, ਇਹ ਵਾਲੀ ਜਿੱਤ ਗਿਆ ਸੀ ਦੁਬਾਰੇ। ਪਹਿਲਾਂ ਉਹ ਹਾਰ ਗਿਆ ਸੀਗਾ ਫੂਲਕਾ ਹੋਰਾਂ ਤੋਂ, ਜਦੋਂ ਫੂਲਕਾ ਨੇ
ਆਪਣੀ ਸੀਟ ਛੱਡੀ, ਉਹ ਜਿੱਤ ਗਿਆ ਸੀਗਾ। ਇਦੋਂ ਬਿਨਾਂ ਰਾਜ ਕਰਦੀ ਹੋਈ ਪਾਰਟੀ ਹੀ ਜਿੱਤਦੀ ਰਹੀ ਹੈ। ਲੇਕਿਨ ਸਭ ਤੋਂ ਬਾਅਦ ਆ ਕੇ ਫਿਰ ਜਿਹੜਾ ਇਤਿਹਾਸ ਦੁਹਰਾਇਆ ਜਾਂਦਾ ਹੈਗਾ, ਉਹ ਦੁਹਰਾਇਆ ਜਾਂਦਾ ਹੈਗਾ ਆਪਣਾ ਜਿਹੜਾ ਹੈਗਾ ਇਹਦੇ ਵਿੱਚ ਸੰਗਰੂਰ ਜਦੋਂ ਸੰਗਰੂਰ ਵਾਲਾ ਹੁਣ ਹੋਇਆ, ਉਹਦੇ ਵਿੱਚ ਜਿਹੜੀ ਪਾਰਟੀ ਹਲੇ ਕੁਛ ਵੀ ਨਹੀਂ ਹੋਏ ਹੁੰਦੇ ਸੱਤਾ ਦੇ ਵਿੱਚ, ਉਹ ਜਿਹੜੀ ਹੈਗੀ ਹੈ ਲੋਕ ਸਭਾ ਦੀ ਚੋਣ ਹਾਰ ਜਾਂਦੀ ਹੈ। ਤੇ ਇਸੇ ਢੰਗ ਦੇ ਨਾਲ ਹੀ ਤੁਸੀਂ ਇਹ ਤਾਂ ਸੀਗਾ ਮੈਂ ਵਿੱਚ ਦੀ ਜ਼ਿਆਦਾਤਰ ਮੇਰਾ ਧਿਆਨ ਰਿਹਾ ਹੈਗਾ ਵਿਧਾਨ ਸਭਾ ਚੋਣਾਂ ਦੇ ਉੱਤੇ। ਜੇਕਰ ਲੋਕ ਸਭਾ ਚੋਣਾਂ ਦੀ ਵੀ ਮੈਂ ਗੱਲ ਕਰਾਂ, ਲੋਕ ਸਭਾ ਦੇ ਵਿੱਚ ਜਿਵੇਂ ਆਹ ਗੁਰਦਾਸਪੁਰ ਵਾਲੀ ਚੋਣ ਹੈਗੀ ਆ, ਗੁਰਦਾਸਪੁਰ ਚੋਣ ਦੇ ਵਿੱਚ ਬਾਈ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ ਰਿਹਾ ਸੀਗਾ, ਸੁਨੀਲ ਜਾਖੜ ਜੇਤੂ ਰਿਹਾ ਸੀ, ਬਾਅਦ ਵਿੱਚ ਉਹ ਸਨੀ ਦਿਓਲ ਤੋਂ ਹਾਰ ਗਿਆ ਸੀਗਾ। ਸੋ ਇਹ ਚ ਕੁੱਲ ਮਿਲਾ ਕੇ ਜਿਹੜੀ ਕਹਾਣੀ ਮੈਂ ਇਹ ਸਮਝਾਉਣਾ ਚਾਹੁੰਦਾ ਵੀ ਇੱਥੇ ਨਾ ਕਈ ਵਾਰ ਰਾਜ ਕਰਦੀ ਹੋਈ ਤੇ ਜਿੱਤ ਜਾਂਦੀ ਹੈ, ਪਰ ਪੰਜਾਬ 'ਚ ਕਈ ਵਾਰ ਏਦਾਂ ਦਾ ਵੀ ਕਰਨ ਰਿਹਾ ਆ ਵੀ ਰਾਜ ਕਰਦੀ ਹੋਈ ਪਾਰਟੀ ਹਾਰਦੀ ਵੀ ਹੈ। ਆਮ ਕਰਕੇ ਧਾਰਨਾ ਬਣ ਗਈ ਸੀ ਬਾਦਲਕਿਆਂ ਦੇ ਰਾਜ ਦੇ ਵਿੱਚ ਜਾਂ ਕੈਪਟਨ ਦੇ ਰਾਜ ਵਿੱਚ ਵੀ, ਜਿਹੜਾ ਬਾਦਲਾ ਰਾਜ ਹੈ ਜਾਂ ਪਹਿਲਾਂ ਵਾਲਾ ਵੀ ਜੇ ਰਾਜ ਕਰਦੀ ਹੋਈ ਪਾਰਟੀ ਨੂੰ ਵੋਟ ਪਾ ਦਿਓ ਯਾਰ, ਇੱਥੇ ਕਿਹੜਾ ਕੁਛ ਹੁੰਦਾ ਹੈਗਾ, ਕਰ ਲਓ। ਹਾਲ ਦੀ ਘੜੀ ਕੀ ਹੈ ਕਿ ਇਹਦੀ ਖਾਸੀਅਤ ਇਹ ਹੈਗੀ ਹੈ ਇਸ ਹਲਕੇ ਦੀ ਕਿ 9 ਸੀਟਾਂ ਪੈਂਦੀਆਂ ਨੇ ਜੀ ਵਿਧਾਨ ਸਭਾ ਦੀਆਂ ਇਹਦੇ ਵਿੱਚ, ਜਲੰਧਰ ਵਾਲੇ 9 ਦੇ ਵਿੱਚੋਂ 5 ਸੀਟਾਂ ਕਾਂਗਰਸ ਨੇ ਜਿੱਤੀਆਂ ਹੋਈਆਂ ਨੇ, ਕਾਂਗਰਸ ਇੱਥੇ ਮਜ਼ਬੂਤ ਹੈ। ਤੇ ਹੁਣ ਇੱਥੇ ਕਹਾਣੀ ਹੈ ਕਿ ਆਮ ਆਦਮੀ ਪਾਰਟੀ ਨੇ ਇੱਕ ਤਾਂ ਜਿਹੜਾ ਹੈਗਾ ਇੱਥੇ ਮੈਂ ਇਲਾਕੇ ਦਾ ਨਾਂ ਭੁੱਲ ਗਿਆ ਜਿੱਥੋਂ ਇਹਨਾਂ ਨੇ ਉਜਾੜਾ ਕੀਤਾ ਸੀਗਾ ਉੱਥੋਂ ਉਹਦੇ ਕਰਕੇ ਸੈਟਬੈਕ ਦੇ ਵਿੱਚ ਆਏ ਹੋਏ ਹੈਗੇ ਨੇ। ਇਹ ਦੂਜੇ ਪਾਸੇ ਜਲੰਧਰ ਵਾਲਾ ਉਜਾੜਾ ਕੀ ਨਾ ਖੈਰ ਮੇਰੇ ਵੀ ਨਿਕਲ ਗਿਆ ਜਲੰਧਰੋਂ, ਥੋੜਾ ਮੇਰੇ ਵੀ ਦਿਮਾਗ ਚੋਂ ਇੱਕਦਮ ਨਿਕਲ ਗਿਆ। ਚਲਾ ਦੇਗਾ ਤਾਂ ਕੋਈ ਗੱਲ ਨਹੀਂ। ਇਹ ਜਿਹੜੀ ਨੇ ਉਹਦੇ ਵਿੱਚ ਕੀ ਹੈ ਕਿ ਇਹਨਾਂ ਨੂੰ ਹੁਣ ਉਮੀਦਵਾਰ ਲੱਭਣ ਲੱਗੇ ਹੋਏ ਹੈਗੇ ਨੇ ਵੀ ਕੋਈ ਉਮੀਦਵਾਰ ਇਹੋ ਜਿਹਾ ਹੋਵੇ, ਉਹ ਗਿਣਤੀ ਮਿਣਤੀ ਕਰਕੇ ਲੱਭਣ ਲੱਗੇ ਹੋਏ ਨੇ। ਕਾਂਗਰਸ ਦੇ ਲਈ ਇਹ ਹੈਗਾ ਵੀ ਕਾਂਗਰਸ ਲਈ ਕੋਈ ਪ੍ਰੋਬਲਮ ਲੱਗਦੀ ਹੈ ਮੈਨੂੰ, ਆਪਸੀ ਭਾਟੋ ਧਾੜ ਲੱਗਦੀ ਹੈ ਕਿਉਂਕਿ ਉਹਨਾਂ ਨੇ ਦੁਬਾਰੇ ਚੌਧਰੀ ਖਾਨਦਾਨ ਨੂੰ ਟਿਕਟ ਦਿੱਤੀ ਹੈ ਤੇ ਚੌਧਰੀ ਖਾਨਦਾਨ ਦਾ ਲਤੀਫਪੁਰਾ ਹੈਗਾ। ਹਾਂਜੀ, ਤੇ ਇਸ ਕਰਕੇ ਮੈਨੂੰ ਇਹ ਲਤੀਫਪੁਰਾ ਤੇ ਚੌਧਰੀ ਖਾਨਦਾਨ ਨੂੰ ਉਹਨਾਂ ਨੇ ਜਿਹੜਾ ਹੈਗਾ ਟਿਕਟ ਦਿੱਤੀ ਹੈ। ਚੌਧਰੀ ਖਾਨਦਾਨ ਦਾ ਆਪਣਾ ਵੀ ਇੱਕ ਆਧਾਰ ਹੈਗਾ ਜੀ। ਇਹਦੇ ਵਿੱਚ ਅਕਾਲੀ ਦਲ ਦਾ ਹੁਣ ਕਹਾਣੀ ਅਗਲੇ ਦਿਨਾਂ 'ਚ ਪਤਾ ਲੱਗੂ ਕਿਉਂਕਿ ਜੇ ਅਕਾਲੀ ਦਲ ਆਪਣਾ ਉਮੀਦਵਾਰ ਖੜਾਉਂਦਾ ਹੈਗਾ ਤਾਂ ਉਹਨੂੰ ਬਸਪਾ ਦੀ ਵੋਟ ਮਿਲ ਸਕਦੀ ਹੈ ਕਿਉਂਕਿ ਬਸਪਾ ਨੇ ਪਿਛਲੀ ਲੋਕ ਸਭਾ ਦੇ ਵਿੱਚ ਇੱਥੋਂ 1 ਲੱਖ ਤੋਂ ਉੱਪਰ ਵੋਟ ਲਈ ਸੀਗੀ ਜਿਹੜੀ 19 ਦੀ ਲੋਕ ਸਭਾ ਇਲੈਕਸ਼ਨ ਹੋਈ ਸੀ। ਤੇ ਜੇਕਰ ਬਸਪਾ ਆਪਣਾ ਉਮੀਦਵਾਰ ਖੜਾ ਕਰਦੀ ਹੈ ਤਾਂ ਬਸਪਾ ਨੂੰ ਸ਼ੱਕ ਹੈ, ਸਾਨੂੰ ਨਹੀਂ ਹਾਲੇ ਸ਼ੱਕ, ਬਸਪਾ ਨੂੰ ਵੱਧ ਸ਼ੱਕ ਹੈ ਵੀ ਅਕਾਲੀ ਸਾਨੂੰ ਵੋਟ ਨਹੀਂ ਪਾਉਂਦੇ ਹੈਗੇ ਕਿਉਂਕਿ ਉਹਨਾਂ ਨੇ ਵਿਧਾਨ ਸਭਾ 'ਚ ਦੇਖ ਚੁੱਕੇ ਹੈਗੇ ਨੇ। ਇਸ ਕਰਕੇ ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਸੀਟ ਆ ਇੱਕ ਤਾਂ ਦਾਨੇਵਾਲ ਸਾਹਿਬ, ਇਹ ਸਾਰੀਆਂ ਪਾਰਟੀਆਂ ਲਈ ਸੰਭਾਵਨਾਵਾਂ ਭਰਪੂਰ ਵੀ ਹੈ ਤੇ ਚੁਣੌਤੀ ਭਰਪੂਰ ਵੀ ਹੈ। ਇਹਦੇ ਵਿੱਚ ਪਲੱਸ ਪੁਆਇੰਟ ਵੀ ਦਿਖ ਰਹੇ ਨੇ ਤੇ ਮਾਈਨਸ ਵੀ। ਤੇ ਆਮ ਆਦਮੀ ਪਾਰਟੀ ਦੇ ਤੁਸੀਂ ਜੇ ਮੇਰੇ ਤੋਂ ਪੁੱਛੋ ਵੀ ਸ਼ਵਿੰਦਰ ਇਹਦੇ ਵਿੱਚੋਂ ਤਾਂ ਇਹਨਾਂ ਦਾ ਸੀਟ ਤਾਂ ਇਹਨਾਂ ਕੋਈ ਲਈ ਨਹੀਂ ਸੀ ਵਿਧਾਨ ਸਭਾ ਦੇ ਵਿੱਚ ਵੀ, ਇਹ ਤੈਨੂੰ ਪਲੱਸ ਪੁਆਇੰਟ ਕੀ ਦਿਖ ਰਹੇ ਨੇ? ਪਲੱਸ ਪੁਆਇੰਟ ਇਹ ਦਿਖ ਰਹੇ ਨੇ ਕਿ ਜਿਹੜੀ ਇੱਕ ਧਾਰਨਾ ਬਣੀ ਹੁੰਦੀ ਹੈ ਵੀ ਰਾਜ ਕਰਦੀ ਹੋਈ ਪਾਰਟੀ ਨੂੰ ਜਿਤਾ ਦਿਓ, ਜਿਹੜੀ ਕਿ ਪਿਛਲੀ ਵਾਰ ਗਲਤ ਸਾਬਤ ਹੋ ਗਈ ਸੰਗਰੂਰ ਦੇ ਵਿੱਚ, ਬਸ ਉਹੀ ਇੱਕ ਧਾਰਨਾ ਹੈਗੀ ਹੈ। ਇੱਕ ਦੂਜੀ ਹੁਣ ਸ਼ਹਿਰੀ ਵੋਟਰ ਜਿਵੇਂ ਹੁਣ ਬੀਜੇਪੀ ਹੈ, ਬੀਜੇਪੀ ਐਤਕੀ ਪੂਰੇ ਚੋਣ ਲੜ ਰਹੀ ਹੈ ਪਹਿਲੀ ਵਾਰ। ਬੀਜੇਪੀ ਦੀ ਬੇਸਿਕ ਜਿਹੜੀ ਹੈਗੀ ਹੈ ਟੇਕ ਹੋਊਗੀ, ਇੱਕਤਾ ਹੋਊਗੀ ਸ਼ਹਿਰੀ ਵੋਟ ਉੱਤੇ ਵੀ ਹਿੰਦੂ ਵੋਟ ਸਾਨੂੰ ਮਿਲ ਜੂਗੀ। ਤੇ ਪਰ ਉਹ ਹਿੰਦੂ ਵੋਟ ਇਹ ਵੀ ਯਾਦ ਰੱਖੋ ਵੀ ਹਿੰਦੂ ਵੋਟ ਡਿਵਾਈਡ ਵੀ ਹੋਣੀ ਹੈ ਕਿਉਂਕਿ ਪੰਜਾਬ ਦਾ ਜਿਹੜਾ ਹਿੰਦੂ ਆ ਆਮ ਤੌਰ ਤੇ ਕਾਂਗਰਸ ਨੂੰ ਵੋਟ ਪਾਉਂਦਾ ਰਿਹਾ ਤੇ ਆਪ ਨੂੰ ਵੀ ਵੋਟ ਪਾਈ ਆ ਉਹਨੇ। ਚਾਹੇ ਉਹ 17 ਦੀ ਵੀ ਗੱਲ ਕਰੀਏ ਤੇ ਐਤਕੀ ਜਿਹੜੀ 22 ਵਾਲੀ ਵਿਧਾਨ ਸਭਾ ਚੋਣਾਂ ਚ ਹਿੰਦੂ ਨੇ ਆਪ ਨੂੰ ਵੀ ਬਹੁਤ ਵੋਟ ਪਾਈ ਆ। ਇੱਕ ਤਾਂ ਵੋਟ ਵੰਡ ਜੂ ਤਿੰਨ ਪਾਸੇ ਮੈਨੂੰ ਲੱਗਦਾ, ਜਿਹਦਾ ਕਿ ਪੋਲਰਾਈਜ਼ ਕਰਨਾ ਬੀਜੇਪੀ ਲਈ ਸ਼ਾਇਦ ਔਖਾ ਮੇਰੇ ਮੁਤਾਬਕ। ਅੱਗੇ ਜਾ ਕੇ ਇਹਨੂੰ ਦੇਖਾਂਗੇ ਜਦੋਂ ਕੀ ਬਣਦੀ ਹੈ ਕਹਾਣੀ ਹਾਲ ਦੀ ਘੜੀ। ਤੇ ਅੱਛਾ ਫਿਰ ਆਦਾ ਦਲਿਤ ਸੈਕਸ਼ਨ 'ਚ ਬੀਜੇਪੀ ਨੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਹਾਲਾਂਕਿ ਵੱਡਾ ਨਹੀਂ ਪਰ ਉਹ ਥੋੜਾ ਜਿਹਾ ਦਲਿਤ ਸੈਕਸ਼ਨ। ਹੁਣ ਦਲਿਤ ਸੈਕਸ਼ਨ ਦਾ ਕੰਮ ਇਸ ਲਈ ਨਹੀਂ ਹੋ ਸਕਦਾ ਕਿ ਪੰਜਾਬ ਦੇ ਵਿੱਚ 33% ਦੇ ਕਰੀਬ ਦਲਿਤਾਂ ਦੀ ਆਬਾਦੀ ਹੈ, ਪਰ ਕਦੇ ਵੀ ਜਿਹੜਾ ਦਲਿਤ ਸੈਕਸ਼ਨ ਦੀ ਵੋਟ ਇੱਕ ਪਾਸੇ ਨਹੀਂ ਗਈ ਹੈਗੀ। ਇਸੇ ਕਰਕੇ ਹੀ ਉਰੇ ਬਸਪਾ ਵਰਗੀ ਜਿਹੜੀ ਪਾਰਟੀ ਹੈ ਉਹਦਾ ਮੁਖੀ ਹੈ ਉਹ ਪੰਜਾਬ 'ਚ ਹੀ ਪੈਦਾ ਹੋਇਆ ਕਾਸ਼ੀ ਰਾਮ, ਲੇਕਿਨ ਬਸਪਾ ਦੇ ਪੰਜਾਬ ਦੇ ਵਿੱਚ ਨਹੀਂ ਕਦੇ ਪੈਰ ਲੱਗੇ ਹੈਗੇ। ਉਹ ਤਾਂ ਹੀ ਨਹੀਂ ਲੱਗੇ ਕਿਉਂਕਿ ਜਿਹੜੀ ਦਲਿਤ ਵੋਟ ਉਰੇ ਜੁਨਾਈਟ ਨਹੀਂ ਹੈਗੀ। ਜਦੋਂ ਆਹ ਕਾਂਗਰਸ ਪਾਰਟੀ ਨੇ ਵੀ ਚੰਨੀ ਦਾ ਮੁੱਦਾ ਉਠਾਇਆ ਉਦੋਂ ਕੀ ਹੋਇਆ ਵੀ ਤੁਸੀਂ ਦੇਖੋ ਵੀ ਮਾਲਵੇ ਵਿੱਚ ਤਾਂ ਸਾਡੇ ਕਹਾਣੀ ਇਹ ਸੀਗੀ ਵੀ ਇੱਕ ਬੰਦਾ ਤਾਂ ਦਲਿਤ ਖੜਾ ਕਰ ਦਿੱਤਾ ਜਿਹਨੂੰ ਆਪਾਂ ਹਰੀਜਨ ਵਿੱਚੋਂ ਜਾਂ ਰਾਮਦਾਸੀ ਚੋਂ ਕਹਿ ਦਿੰਦੇ ਹਾਂ, ਤੇ ਉਹਦੇ ਉਲਟ ਮਜ਼੍ਹਬੀ ਸਿੱਖ ਖੜਾ ਹੋ ਗਿਆ। ਮਤਲਬ ਉਹ ਵੀ ਕਹਿ ਰਿਹਾ ਕਿ ਮੈਂ ਵੀ ਦਲਿਤ ਹੈਗਾ ਵਾਂ। ਸੋ ਇਹ ਪੰਜਾਬ ਦੇ ਵਿੱਚ ਜਿਹੜੇ ਜਾਤੀ ਸਮੀਕਰਨ ਉਹ ਵੱਖਰਾ ਰਹਿੰਦਾ ਹੈਗਾ ਦੂਜੇ ਸਟੇਟ ਨਾਲੋਂ, ਕਿਉਂਕਿ ਉੱਥੇ ਕਾਂਗਰਸ ਨੇ ਚੰਨੀ ਵੇਲੇ ਗਲਤੀ ਕਰ ਲਈ ਸੀ। ਉਹਨੂੰ ਲੱਗਦਾ ਸੀ ਵੀ ਜਿਵੇਂ ਯੂਪੀ ਬਿਹਾਰ ਵਾਲਾ ਫੰਡਾ ਵਾ ਉਹ ਪੰਜਾਬ 'ਚ ਵੀ ਚੱਲ ਜਾਊਗਾ, ਉਹ ਨਹੀਂ ਚੱਲਿਆ ਹੈਗਾ। ਸੋ ਇਸ ਕਰਕੇ ਇੱਥੇ ਜਿਹੜਾ ਨਾ ਕਈ ਸਾਰੇ ਕਾਰਨਾਂ ਕਰਕੇ ਸੀਟ ਦੀ ਜਿਹੜੀ ਖਾਸੀਅਤ ਹੋਊਗੀ। ਤੇ ਹੁਣ ਜੇ ਆ ਗਏ ਦੂਜੇ ਮੁੱਦੇ, ਇਹ ਆਹ ਜਿਹੜਾ ਫਾਈਨੈਂਸ਼ੀਅਲ ਮੁੱਦਾ ਹੈਗਾ
ਜਿਹਦੀ ਤੁਸੀਂ ਗੱਲ ਕੀਤੀ ਹੈ ਵੀ ਆ ਇੱਕਦਮ ਹੁਣ ਫਸਲਾਂ ਵਾਲਾ ਮਸਲਾ ਆ ਗਿਆ, ਇਸ ਤੋਂ ਪਹਿਲਾਂ ਪੰਜਾਬ ਦੀ ਹਾਲਤ ਮਾੜੀ ਹੈ, ਫਿਰ ਜਿਹੜੇ ਇਹਨਾਂ ਨੇ ਪ੍ਰੋਮਿਸ ਕੀਤੇ ਉਹ ਪੂਰੇ ਨਹੀਂ ਕੀਤੇ। ਇਹ ਹੋ ਸਕਦਾ ਇਹ ਜਿਹੜੇ ਹੈਗੇ ਆ ਪ੍ਰਭਾਵਿਤ ਕਰਨ, ਕਿਉਂਕਿ ਪੰਜਾਬ ਦੇ ਲੋਕਾਂ ਨੇ ਜਦੋਂ ਨਾ ਇੱਕਦਮ ਐਕਸਾਈਟਮੈਂਟ ਵਿੱਚ ਉਹ ਕਿਸੇ ਨੂੰ ਜਿਤਾਉਂਦੇ ਆ, ਫਿਰ ਉਹ ਇੱਛਾ ਵੀ ਰੱਖਦੇ ਨੇ ਵੀ ਸਾਨੂੰ ਲੋਕ ਜਿਹੜਾ ਹੈਗਾ ਜਿਹੜੀ ਪਾਰਟੀ ਅਸੀਂ ਜਿਤਾਈ ਆ ਉਹ ਸਾਡੇ ਲਈ ਕੰਮ ਕਰੇ। ਜਦੋਂ ਨਹੀਂ ਕਰਦੇ ਫਿਰ ਪੰਜਾਬੀ ਗੁੱਸੇ ਵੀ ਹੋ ਜਾਂਦੇ ਨੇ। ਇਹ ਲਗਭਗ ਸਾਰੇ ਪੰਜਾਬ ਦੀ ਆਪਣੇ ਦੀ ਸਾਈਕੀ ਆ, ਚਾਹੇ ਉਹ ਮਾਲਵਾ ਹੋਵੇ, ਤੁਹਾਡਾ ਮਾਝਾ ਹੋਵੇ ਜਾਂ ਦੁਆਬਾ ਹੋਵੇ, ਉਹ ਸਮੁੱਚੇ ਆਪਣੇ ਪੰਜਾਬੀਆਂ ਦੀ ਸਾਈਕੀ ਆ। ਉਹ ਚੀਜ਼ ਮੈਨੂੰ ਲੱਗਦਾ ਕਿ ਸ਼ਾਇਦ ਕੋਈ ਅਸਰ ਰੱਖੂਗੀ। ਅੰਮ੍ਰਿਤਪਾਲ ਵਾਲਾ ਫੰਡਾ ਪਤਾ ਲੱਗੇਗਾ, ਕਿਉਂਕਿ ਉਹਦਾ ਕਾਰਨ ਮੈਂ ਇਸ ਲਈ ਕਹਿ ਰਿਹਾ ਕਿ ਜਦੋਂ ਅੰਮ੍ਰਿਤਪਾਲ ਦਾ ਵਰਤਾਰਾ ਆਇਆ ਤਾਂ ਮੈਂ ਅੱਜ ਜਦੋਂ ਤੁਰੰਤ ਕਾਰਵਾਈ ਹੋਈ ਹੈ, ਮੈਂ ਉਹਨੇ 9 ਡਿਸਟ੍ਰਿਕਟ ਕਵਰ ਕੀਤੇ ਸੀਗੇ ਆਪਣਾ ਇਹਦੇ ਵਿੱਚ, ਤੇ ਉਹ 9 ਡਿਸਟ੍ਰਿਕਟ ਵਿੱਚੋਂ ਜਲੰਧਰ ਵੀ ਇੱਕ ਸੀਗਾ। ਤੇ ਮੈਨੂੰ ਕੋਈ ਉਹ, ਹਾਲਾਂਕਿ ਪਹਿਲੇ ਦਿਨਾਂ ਦੀ ਗੱਲ ਹੀ ਹੈ, 2 ਦਿਨ ਜਦੋਂ 18 ਨੂੰ ਕਾਰਵਾਈ ਕੀਤੀ ਹੈ, 19 ਨੂੰ ਮੈਂ ਜਲੰਧਰ ਗਿਆ ਸੀਗਾ, ਮੈਨੂੰ ਸੀ ਵੀ ਮੈਂ ਦੇਖਾਂ, ਉਦੋਂ ਤੱਕ ਮੈਨੂੰ ਕੋਈ ਵੀ ਗੱਲਬਾਤ ਇਹੋ ਜਿਹੀ ਨਹੀਂ ਲੱਗੀ ਹੈਗੀ। ਉਸ ਤੋਂ ਬਾਅਦ ਵਿੱਚ ਵੀ ਮੈਂ ਆਪਣੇ ਸੋਰਸ ਰਾਹੀਂ ਪਤਾ ਕਰਦਾ ਰਿਹਾ ਕਿ ਕੋਈ ਬਹੁਤ ਵੱਡੀ ਕੋਈ ਇਹੋ ਜਿਹੀ ਗੱਲ ਹੋਵੇ। ਸੋ ਮੈਨੂੰ ਇਹ ਲੱਗਦਾ ਵੀ ਇਹਨੂੰ ਇੱਕ ਕ੍ਰੀਏਟ ਕੀਤਾ ਗਿਆ ਮੁੱਦਾ ਵੀ ਪੰਜਾਬ ਦੇ ਵਿੱਚ ਪੋਲਰਾਈਜ਼ ਵਾਲਾ ਕੰਮ ਕੀਤਾ ਜਾਵੇ ਜਾਂ ਫਲਾਨਾ। ਮੈਨੂੰ ਨਹੀਂ ਲੱਗਦਾ ਵੀ ਜਿਹੜਾ ਜ਼ਮੀਨ ਦੇ ਉੱਤੇ ਇਹ ਮੁੱਦਾ ਕੋਈ ਅਸਰ ਰੱਖੂਗਾ ਵੀ ਇਹਦੇ ਰਾਹੀਂ ਪੰਜਾਬ ਦੇ ਲੋਕ ਵੰਡੇ ਜਾਣਗੇ ਜਾਂ ਜਿਹੜੀ ਪਾਰਟੀ ਦੀ ਜਿਹੜੀ ਬੀਜੇਪੀ ਦੀ ਫਿਰਕੁਤੂਬੀ ਕਰਨ ਵਾਲੀ ਗੇਮ ਆ ਉਹਦੇ ਵਿੱਚ ਆ ਜਾਣਗੇ, ਕਿਉਂਕਿ ਜ਼ਮੀਨ ਉੱਤੇ ਉਸ ਤਰ੍ਹਾਂ ਦਾ ਮਾਸ ਫੇਸ ਪਹਿਲਾਂ ਹੀ ਨਹੀਂ ਸੀ ਨਾ ਅੰਮ੍ਰਿਤਪਾਲ ਦਾ। ਸੋ ਇਸ ਲਈ ਮੈਨੂੰ ਲੱਗਦਾ ਵੀ ਜਿਹੜੇ ਮੁੱਦੇ ਹੋਣਗੇ ਲੋਕਾਂ ਦੇ ਜਿਹੜੀਆਂ ਆਮ ਜ਼ਿੰਦਗੀ ਦੀਆਂ ਲੋੜਾਂ ਨੇ ਉਹ ਮੁੱਦੇ ਹੋਣਗੇ। ਤੇ ਇਹਦੇ ਨਾਲ ਦੀ ਨਾਲ ਪਾਰਟੀਆਂ ਦੇ ਲਈ ਕਈ ਸਾਰੇ ਪਾਸਿਓਂ ਪਲੱਸ ਪੁਆਇੰਟ ਵੀ ਨੇ, ਸੰਭਾਵਨਾ ਵਾਲੇ, ਤੇ ਚੁਣੌਤੀਆਂ ਵੀ ਹੈਗੀਆਂ ਨੇ। ਉਹ ਹੁਣ ਅੱਗੇ ਚੱਲ ਕੇ ਉਹ ਜਿਹੜੀਆਂ ਪਲੱਸ ਪੁਆਇੰਟ ਵਾਲੀਆਂ ਸੰਭਾਵਨਾਵਾਂ ਜ਼ਿਆਦਾ ਵੱਧਦੀਆਂ ਨੇ, ਕਿਹੜੀ ਪਾਰਟੀ ਵੱਲ ਵੱਧਦੀਆਂ ਨੇ ਜਾਂ ਫਿਰ ਮਾਈਨਸ ਵਾਲੀਆਂ ਵੱਧਦੀਆਂ ਨੇ, ਉਹ ਤੁਹਾਨੂੰ ਅੱਗੇ ਜਾ ਕੇ ਪਤਾ ਲੱਗੂਗਾ। ਬਿਲਕੁਲ, ਇਹ ਤੁਹਾਡੀ ਗੱਲ ਹੈ ਕਿ ਇਹਦੇ ਵਿੱਚ ਇੱਕ ਬਹੁਤ ਮਾਈਨਸ ਪਲੱਸ ਜਿਹੜਾ ਹੈਗਾ ਕਿਹੜਾ ਕੀ ਚੀਜ਼ ਹੈ। ਸੋ ਇਹਦੇ ਉੱਤੇ ਜਿਹੜਾ ਆਪਾਂ ਪੂਰਾ ਵਿਸਥਾਰ ਨਾਲ ਕੀਤਾ, ਆਪਾਂ ਵੇਟ ਕਰ ਰਹੇ ਕਿ ਜੇ ਸਾਡੇ ਲਿਸਨਰ ਨੇ ਜਿਹੜੇ, ਠੀਕ ਹੈ ਜੀ, ਉਹ ਆਪਣੇ ਕਮੈਂਟ ਕਰਨ। ਮੈਂ ਮਾਫੀ ਚਾਹੁੰਦਾ ਜੀ। ਤੇ ਉਹ ਕਈ ਵਾਰ ਆਏ ਹੁੰਦਾ ਦਾਨੇ ਸਾਹਿਬ, ਮੈਨੂੰ ਇਹ ਲੱਗਦਾ ਵੀ ਲਿਸਨਰ ਨੂੰ ਨਾ ਆਪਣੀਆਂ ਗੱਲਾਂ ਤਿਆਰੀਆਂ ਜ਼ਿਆਦਾ ਲੱਗਦੀਆਂ, ਉਹ ਫਿਰ ਤਾਂ ਨਹੀਂ ਫੋਨ ਕਰਦੇ ਵੀ ਇਹਨਾਂ ਦਾ ਦੋਹਾਂ ਭਰਾਵਾਂ ਦਾ ਸੰਵਾਦ ਨਾ ਤੋੜਿਆ ਜਾਵੇ। ਪਰ ਮੈਂ ਕਹਿੰਦਾ ਵੀ ਉਹ ਹਾਜ਼ਰੀ ਲਾ ਲਿਆ ਕਰਨ ਜੀ। ਜੀ ਨਵਜੋਤ ਸਿੱਧੂ ਵਾਲਾ ਇਸ਼ੂ ਆਪਾਂ ਪੂਰਾ ਡਿਟੇਲ ਕਰ ਰਹੇ ਤੇ ਹੁਣ ਆਪਾਂ ਨਵਜੋਤ ਸਿੱਧੂ ਬਾਰੇ ਰਾਹੁਲ ਗਾਂਧੀ ਵਾਲੇ ਇਸ਼ੂ ਤੇ ਵੀ ਆਈਏ ਥੋੜਾ ਜਿਹਾ। ਰਾਹੁਲ ਗਾਂਧੀ ਦੀ ਜਿਹੜੀ ਕਹਾਣੀ ਹੈ, ਦੇਖੋ ਹੁਣ ਉਹਨਾਂ ਨੇ ਇੱਕ ਗੱਲ ਤਾਂ ਹੈ ਵੀ ਉਹਨਾਂ ਨੇ ਆਪਣਾ ਕੇਸ ਉੱਪਰਲੀ ਅਦਾਲਤ ਵਿੱਚ ਲਾਇਆ ਤੇ ਬਹੁਤ ਕਹਿੰਦੇ ਕਹਾਉਂਦੇ ਵਕੀਲ RS ਚੀਮਾ ਆਪਣੇ ਪੰਜਾਬ ਦੇ ਨੇ, ਮੰਨੇ ਪਰਮੰਨੇ ਵਕੀਲ ਨੇ, ਉਹ ਮਤਲਬ ਉਹਨਾਂ ਦਾ ਮਾਮਲਾ ਲੜਨਗੇ। ਤੇ ਇਹਦੇ ਵਿੱਚ ਇੱਕ ਚੀਜ਼ ਤਾਂ ਆਪਾਂ ਪਹਿਲੇ ਵੀ ਪ੍ਰੋਗਰਾਮਾਂ 'ਚ ਕਹੀ ਆ ਵੀ ਉਹਦੇ ਨਾਲ ਹੋਈ ਤਾਂ ਜੱਗੋ ਤੇਰਵੀਂ ਹੈ, ਕਿਉਂਕਿ ਅਜੇ ਕਰੇ ਇਹੋ ਜਿਹੇ ਮਾਮਲੇ 'ਚ ਪਹਿਲਾਂ ਕਦੇ ਕਿਸੇ ਨਾਲ ਇਹੋ ਜਿਹੀ ਜੱਗੋ ਤੇਰਵੀਂ ਹੋਈ ਨਹੀਂ। ਵੀ ਤੁਸੀਂ ਇੱਕ ਸਿੰਪਲ ਜੀ ਗੱਲ ਕਹਿ ਰਹੇ ਹੋ, ਉਹ ਕਹਿ ਰਹੇ ਹੋ ਵੀ ਆਹ ਜਿਹੜੇ ਮੋਦੀ ਨੇ ਉਹੀ ਕਿਉਂ ਭੱਜੇ ਹੋਏ ਹੈਗੇ ਨਹੀਂ ਹੈ, ਤੇ ਇਹਨਾਂ ਨੇ ਉਹ ਮੁੱਦੇ ਨੂੰ ਏਡਾ ਉਹ ਰੰਗ ਦੇ ਦਿੱਤਾ ਵੀ ਇਹ ਤਾਂ ਜੀ ਦੇਖੋ ਜੀ ਕਹਿੰਦੇ ਜੀ ਉਹ ਤਾਂ OBC ਦੇ ਵਿਰੁੱਧ ਬੋਲ ਗਿਆ। ਪਹਿਲੀ ਗੱਲ ਤਾਂ ਮੈਂ ਤੁਹਾਡੀ ਜਾਣਕਾਰੀ ਲਈ ਦੱਸਾਂ, ਜਿਹੜੇ ਸਾਰੇ ਮੋਦੀ ਕਾਸਟ ਆ ਨਾ OBC ਨਹੀਂ ਹੈਗੇ ਬਿਲਕੁਲ, ਉਹ ਅਪਰ ਕਲਾਸ ਵਿੱਚ ਵੀ ਆ ਜਾਂਦਾ ਨਾ। ਇੱਕ ਮੈਨੂੰ ਨਵੀਂ ਗੱਲ ਮੇਰੇ ਇੱਕ ਮਿੱਤਰ ਨੇ ਹੋਰ ਦੱਸੀ, ਗੁਜਰਾਤੀ ਮਿੱਤਰ ਨੇ, ਕਹਿੰਦਾ ਕਈ ਮੋਦੀ ਮੁਸਲਮਾਨ ਵੀ ਨੇ। ਅੱਛਾ, ਮੋਦੀ ਨਹੀਂ ਕਹਿੰਦੇ ਮੁਸਲਮਾਨਾਂ ਦਾ ਵੀ ਹੈਗਾ ਕਈਆਂ ਦਾ, ਜਿਹੜੇ ਕਿ ਖਾਸ ਕਰਕੇ ਗੁਜਰਾਤੀ ਮੁਸਲਮਾਨ ਹੈਗੇ ਨੇ। ਉਹ ਮੇਰੇ ਲਈ ਉਹ ਨਵੀਂ ਗੱਲ ਸੀਗੀ। ਸੋ ਇਸ ਕਰਕੇ ਵੀ ਇਹਨਾਂ ਨੇ ਜਿਵੇਂ ਨਾ ਇਹਨੂੰ ਸਾਰਾ ਚੀਜ਼ ਨੂੰ ਰੰਗ ਦਿੱਤਾ, ਉਹ ਗਲਤ ਸੀ। ਫਿਰ ਉਹ ਜਿਹੜੀ ਨਿਚਲੀ ਅਦਾਲਤ ਦਾ ਫੈਸਲਾ ਵੀ ਇੱਕ ਤਾਂ ਟੈਕਨੀਕਲ ਪੱਖੋਂ ਗਲਤ ਸੀਗਾ ਕਿ ਤੁਸੀਂ ਫੈਸਲਾ ਸੁਣਾਉਂਦੇ ਹੋ ਵੀ ਇੱਕ ਤਾਂ ਦੀ ਸਜ਼ਾ 2 ਸਾਲ ਦੀ ਬਣਦੀ ਨਹੀਂ, ਪਰ ਜਾਣ ਬੁੱਝ ਕੇ ਮਤਲਬ ਪ੍ਰੋਪਰ 2 ਸਾਲ ਦੀ ਸਜ਼ਾ ਦਿੱਤੀ ਗਈ ਹੈ। ਕਿਉਂਕਿ ਉਹਦਾ ਕਾਰਨ ਹੈ ਕਿ ਜੇ 2 ਸਾਲ ਦੀ ਸਜ਼ਾ ਹੁੰਦੀ ਹੈ ਵੀ ਤੁਸੀਂ ਫਿਰ ਤੁਹਾਡੀ ਦੂਜੀ ਇਲੈਕਸ਼ਨ ਦੇ ਵੇਲੇ ਵੀ ਪੰਗਾ ਖੜਾ ਹੋਊਗਾ ਇਹ ਜੇ ਸਜ਼ਾ ਹੋ ਜਾਂਦੀ ਹੈ। ਤੇ ਜੇ ਕਿਉਂਕਿ ਲੋਕ ਸਭਾ ਵਾਲੀ ਚੋਣ ਤਾਂ ਉਹਨਾਂ ਲਈ ਆ ਸਾਲ ਬਾਅਦ ਜਿਹੜੀ ਆਉਣੀ ਹੈਗੀ ਹੈ, ਤੇ ਇਹਦੇ ਵਿੱਚ ਵੀ ਪੰਗਾ ਹੁੰਦਾ ਨਹੀਂ। ਆਮ ਤੌਰ ਤੇ ਉਹ ਸਜ਼ਾ ਬਹੁਤ ਘੱਟ ਹੁੰਦੀ ਹੈ। ਅੱਛਾ, ਫਿਰ ਦੂਜਾ, ਜਿਵੇਂ ਹੁਣ ਸਜ਼ਾ ਹੋਈ ਹੈ, ਸਜ਼ਾ ਤੋਂ ਬਾਅਦ ਤੁਸੀਂ ਬੰਦੇ ਨੂੰ ਅਪੀਲ ਕਰਨੀ ਹੁੰਦੀ ਹੈ ਉੱਪਰ ਵਾਲੀ ਅਦਾਲਤ ਵਿੱਚ। ਸਪੀਕਰ ਨੇ ਉਹਦੀ ਵੇਟ ਨਹੀਂ ਕੀਤੀ, ਝੱਟ ਉਹਦੀ ਮੈਂਬਰੀ ਤੋਂ ਸਸਪੈਂਡ ਕਰ ਦਿੱਤਾ। ਏਦਾਂ ਹੁੰਦਾ ਨਹੀਂ ਹੁੰਦਾ ਹੈਗਾ। ਪਹਿਲਾਂ ਉਹ ਹੁੰਦਾ ਵੀ ਦੇਖਿਆ ਜਾਂਦਾ ਵਿੱਚ ਵੀ ਭਾਈ ਅੱਗੇ ਕੀ ਕਹਾਣੀ ਕੀ ਬਣਦੀ ਹੈ, ਉੱਪਰਲੀ ਵਾਲੀ ਅਦਾਲਤ ਕੀ ਕਹਿੰਦੀ ਹੈਗੀ ਆ। ਇਹਨਾਂ ਨੇ ਝੱਟ ਮੌਕਾ ਮਿਲ ਕੇ, ਕਿਉਂਕਿ ਉਹਦੇ ਵਿੱਚ ਕਾਰਨ ਕਿਸੇ ਵੀ ਕਹਿ ਸੀ ਰਾਹੁਲ ਗਾਂਧੀ ਪਹਿਲਾਂ ਇੰਗਲੈਂਡ ਦੇ ਵਿੱਚ ਜਾ ਕੇ ਨਰਿੰਦਰ ਮੋਦੀ ਦੀ ਉੱਥੇ ਪੱਟੀ ਮੇਸ ਕਰਕੇ ਆਇਆ। ਇਹਨਾਂ ਨੇ ਫਿਰ ਉਹ ਮੁੱਦੇ ਨੂੰ ਜਿਹੜਾ ਹੈਗਾ ਨਰਿੰਦਰ ਮੋਦੀ ਦੇ ਜਾਂ ਮੋਦੀ ਸਰਕਾਰ ਨੂੰ ਜਿਹੜੇ ਸਵਾਲ ਖੜੇ ਕੀਤੇ ਸੀ, ਉਹਨੂੰ ਮੁਲਕ ਦਾ ਮੁੱਦਾ ਬਣਾ ਲਿਆ ਵੀ ਦੇਖੋ ਜੀ ਭਾਰਤ ਦੀ ਬੇਇੱਜ਼ਤੀ ਹੋ ਗਈ, ਫਲਾਨਾ ਹੋ ਗਈ। ਉਹ ਆਪਾਂ ਪਹਿਲਾਂ ਕਈ ਵਾਰ ਕਿਹਾ ਵੀ ਨਰਿੰਦਰ ਮੋਦੀ ਨੇ ਇਹੋ ਜਿਹੀਆਂ ਗੱਲਾਂ ਦੂਜੀਆਂ ਸਰਕਾਰਾਂ ਬਾਰੇ ਕੀਤੀਆਂ ਨੇ। ਤੇ
ਆ ਵੀ ਕੋਈ ਇਸ਼ੂ ਨਹੀਂ ਸੀ। ਇਹਦੇ ਬਾਰੇ ਵੀ ਇਹ ਕਹਿੰਦਾ ਰਿਹਾ ਕਦੇ ਤਾਂ ਸੋਨੀਆ ਗਾਂਧੀ ਨੂੰ ਨਰਿੰਦਰ, ਜੇ ਇਹੀ ਕੇਸ ਇਹਦੇ ਤੇ ਲਾਉਣਾ ਹੋਵੇ ਆਪਣਾ ਨਰਿੰਦਰ ਮੋਦੀ ਦੇ ਉੱਤੇ, ਸੋਨੀਆ ਗਾਂਧੀ ਨੂੰ ਜਰਸੀ ਗਾਂ ਕਿਹਾ, ਕਾਂਗਰਸੀਆਂ ਨੂੰ ਵਿਧਵਾ ਕਿਹਾ, ਮਨਮੋਹਨ ਸਿੰਘ ਨੂੰ ਰੇਨਕੋਟ ਦੇ ਵਿੱਚ ਨਹਾਉਣ ਵਾਲਾ ਕਿਹਾ ਵੀ ਬਾਥਰੂਮ 'ਚ ਵੜ ਕੇ ਰੇਨਕੋਟ ਨਹਾਉਂਦਾ ਹੈਗਾ ਇਹ। ਤੇ ਜਦੋਂ ਪ੍ਰਧਾਨ ਮੰਤਰੀ ਸੀ ਮਨਮੋਹਨ ਸਿੰਘ, ਉਦੋਂ ਸ਼ਿਖੰਡੀ ਗਿਆ। ਉਹ ਸ਼ਿਖੰਡੀ ਮਤਲਬ, ਹਾਲਾਂਕਿ ਸ਼ਿਖੰਡੀ ਇੱਕ ਮਹਾਭਾਰਤ ਦਾ ਕਰੈਕਟਰ ਆ, ਪਰ ਇੱਕ ਤਰ੍ਹਾਂ ਖੁਸਰਾ ਇਹਦਾ ਮਤਲਬ ਹੋ ਗਿਆ। ਤੇ ਫਿਰ 12 ਵਜਣ ਵਾਲੀ ਗੱਲ ਕਹੀ ਹੈ ਮਨਮੋਹਨ ਸਿੰਘ ਬਾਰੇ ਵੀ, ਮਨਮੋਹਨ ਸਿੰਘ ਦੇ 12 ਵਜੇ ਹੋਏ ਨੇ, ਉਹ ਵੀ ਉਦੋਂ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਹੁੰਦਾ ਸੀ ਇਹ ਉਦੋਂ ਕਹੀ ਇਹਨੇ। ਫਿਰ ਇਸੇ ਢੰਗ ਦੇ ਨਾਲ ਹੀ ਇੱਕ ਕਾਂਗਰਸ ਦੀ ਸੀਨੀਅਰ ਆਗੂ ਨੂੰ, ਜਿਹੜੀ ਕਿ ਲੋਕ ਸਭਾ ਮੈਂਬਰ ਆ, ਉਹਨੂੰ ਕਿਹਾ ਵੀ ਤੇਰਾ ਹਾਸਾ ਸਰੂਪ ਨਖਾਰਗਾ ਹੈਗਾ। ਇਸੇ ਢੰਗ ਦੇ ਨਾਲ ਉਦੋਂ ਉਹ ਕਾਰਵਾਈ ਨੂੰ ਸੰਸਦ ਦੇ ਵਿੱਚੋਂ ਵੀ ਬਾਹਰ ਕੱਢਣਾ ਪਿਆ। ਉਹ ਪਹਿਲੀ ਵਾਰ ਹੋਇਆ ਕਿ ਕਿਸੇ ਪ੍ਰਧਾਨ ਮੰਤਰੀ ਦੀ ਕਾਰਵਾਈ ਨੂੰ ਸੰਸਦ ਚੋਂ ਕੱਢਣਾ ਪਿਆ ਹੋਵੇ। ਤੇ ਇਸੇ ਢੰਗ ਦੇ ਨਾਲ ਹੀ ਇਹਨੇ ਇੱਕ ਮਰਹੂਮ ਔਰਤ, ਜਿਹੜੀ ਕਿ ਇੱਕ ਸਾਬਕਾ ਮੰਤਰੀ ਕਾਂਗਰਸ ਸ਼ਸ਼ੀ ਥਰੂਰ ਦੀ ਘਰ ਵਾਲੀ ਸੀ, ਉਹਨੂੰ 50 ਕਰੋੜ ਦੀ ਪ੍ਰੇਮਿਕਾ ਕਿਹਾ ਸੀਗਾ। ਤੇ ਇਸੇ ਤਰ੍ਹਾਂ ਇਹਨੇ ਵੀ ਇੱਕ ਡਾਇਲੋਗ ਵਰਤਿਆ ਸੀਗਾ ਕਿ ਜੇ ਹੁਣ ਇਹਦੇ ਤੇ ਗੁੱਸਾ ਕਰ ਰਹੇ ਨੇ, ਇਹਨੇ ਤਾਂ ਇਦੋਂ ਵੀ ਖਤਰਨਾਕ ਬੋਲਿਆ ਸੀ। ਇਹ ਕਹਿੰਦਾ ਵੀ ਠੀਕ ਆ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ, ਪਰ ਸਾਰੇ ਅੱਤਵਾਦੀ ਮੁਸਲਮਾਨ ਹੀ ਕਿਉਂ ਹੁੰਦੇ ਨੇ। ਇਹ ਵੀ ਨਰਿੰਦਰ ਮੋਦੀ ਦਾ ਡਾਇਲੋਗ ਹੈਗਾ ਜੇ ਦੇਖਿਆ ਜਾਵੇ ਤਾਂ। ਤੇ ਇਸ ਤਰ੍ਹਾਂ ਦੀ ਇੱਕ ਪੂਰੀ ਲੰਮੀ ਫਰਿਸਤ ਹੈ। ਜੇ ਮੈਂ ਗਿਣਾਉਣ ਲੱਗ ਜਾ, ਮੈਂ ਤੈਨੂੰ ਘੱਟੋ ਘੱਟ ਮੈਂ ਅੱਗੇ ਵੀ ਕਿਹਾ ਸੀ, ਮੈਂ 40-50 ਇਹੋ ਜਿਹੀਆਂ ਗਲਤੀਆਂ ਮੋਦੀ ਦੀਆਂ ਗਿਣਾ ਸਕਦਾ ਹਾਂ। ਇਹਦੇ ਵਿੱਚ ਐਂ ਹੁੰਦਾ ਨਾ ਵੀ ਆਪਦੀਆਂ ਤਾਂ ਤੁਸੀਂ ਕੱਚ 'ਚ ਰੱਖਦੀਆਂ, ਦੂਜੇ ਵੇਲੇ ਜਿਹੜੇ ਕਰਨ ਲੱਗੇ ਵੀ ਐਂ ਕਰਤਾ ਐਂ ਕਰ ਦਿੱਤਾ। ਇਸ ਕਰਕੇ ਜੇ ਆਪਾਂ ਇਹ ਹਿਸਾਬ ਕਿਤਾਬ ਲਾਈਏ ਤੇ ਹਿਸਾਬ ਕਿਤਾਬ ਦੇ ਵਿੱਚ ਬੀਜੇਪੀ ਵਾਲਿਆਂ ਦਾ ਹਿਸਾਬ ਕਿਤਾਬ ਵੱਧ ਵਿਗੜੂਗਾ। ਫਿਰ ਪਤਾ ਨਹੀਂ ਕਿਹਦੀ ਸੰਸਦ ਦੀ ਮੈਂਬਰੀ ਜਾਊਗੀ। ਪਰ ਚੱਕਰ ਕੀ ਆ ਕਿ ਸਾਡੀਆਂ ਜਿਹੜੀਆਂ ਅਦਾਲਤਾਂ ਅੱਜ ਕੱਲ੍ਹ, ਸਾਡੀਆਂ ਅਦਾਲਤਾਂ ਉੱਤੇ ਇਸ ਸਾਲ ਖੜਾ ਹੋਣ ਲੱਗਿਆ ਹੋਇਆ। ਇਹਦੇ ਤੋਂ ਤਾਂ ਟਿੱਪਣੀ ਕੀਤੀ ਹੈ ਬਹੁਤ ਵੱਡੀ ਆ। ਹਲੇ 3-4 ਦਿਨ ਪਹਿਲਾਂ ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਟਿੱਪਣੀ ਕੀਤੀ ਹੈ, ਸ਼ਾਇਦ ਤੁਹਾਡੇ ਯਾਦ ਹੋਵੇ। ਉਹ ਕਹਿੰਦੀ ਕਿ ਜਿਸ ਤਰ੍ਹਾਂ ਹੇਟ ਸਪੀਚਸ ਆ ਰਹੀਆਂ ਨੇ ਮੁਲਕ ਦੇ ਵਿੱਚ, ਜਿਸ ਤਰ੍ਹਾਂ ਮੁਲਕ ਦਾ ਮਾਹੌਲ ਬਣ ਰਿਹਾ ਹੈਗਾ, ਮੌਜੂਦਾ ਹਕੂਮਤ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਤੇ ਵਾਜਪੇਈ ਦੀਆਂ ਜਿਹੜੀਆਂ ਸਪੀਚਸ ਨੇ ਸੁਣਨੀਆਂ ਚਾਹੀਦੀਆਂ। ਉਹ ਕਿਤੇ ਨਾ ਕਿਤੇ ਹੁਕਮ ਕਰ ਦੇਣ ਵੀ ਆ ਸਪੀਚਸ ਜਿਹੜੀਆਂ ਨੇ ਭਾਈ ਤੁਸੀਂ ਸੁਣਾਓ। ਉਹਨਾਂ ਨੇ ਇਹ ਕਿਹਾ ਵੀ ਸੁਣਨੀਆਂ ਚਾਹੀਦੀਆਂ ਨੇ। ਇਹ ਸਰਕਾਰ ਨੂੰ ਫਿਟਲਾਨਤ ਪਾਈ ਹੈ। ਫਿਟਲਾਨਤ ਤੋਂ ਵੱਡੀ ਹੋਰ ਕੀ ਹੋਊਗੀ ਜੀ। ਬੀਬੀ ਉਹ ਕੀ ਬੋਲਦੇ ਸੀ, ਤੁਸੀਂ ਕੀ ਬੋਲਦੇ ਹੋ? ਕਿ ਉਹ ਇਸੇ ਢੰਗ ਨਾਲ ਹੀ, ਜਿਵੇਂ ਆ ਕੱਲ ਨਰਿੰਦਰ ਮੋਦੀ ਦੇ ਭਾਸ਼ਣ ਸੁਣ ਰਿਹਾ ਮੈਂ, ਵੀ ਜਿਵੇਂ ਉਹ ਕਹਿੰਦਾ ਕਿ ਮੈਨੂੰ ਸਵਾਲ ਕਰਨ ਵਾਲੇ ਉਹ ਤੁਹਾਨੂੰ ਲੈਣੇ ਤੇ ਦੇਣੇ ਪੈ ਜਾਣਗੇ। ਇੱਕ ਤਾਂ ਇਹ ਬੜੀ ਘਟੀਆ ਬੋਲੀ ਆ, ਇਹ ਗੈਰ ਲੋਕਤੰਤਰੀ ਬੋਲੀ ਆ। ਦੂਜੇ ਪਾਸੇ ਜਿਵੇਂ ਕਹਿੰਦਾ ਵੀ ਮੈਨੂੰ ਸਵਾਲ ਜਿਹੜੇ ਕਰਦੇ ਨੇ ਉਹਨਾਂ ਨੂੰ ਲੈਣੇ ਤੇ ਦੇਣੇ ਪੈ ਜਾਣਗੇ। ਇਹ ਮਤਲਬ ਇੱਕ ਪ੍ਰਧਾਨ ਮੰਤਰੀ ਦੀ ਬੋਲੀ ਤਾਂ ਨਹੀਂ ਕਦੇ ਹੋਈ ਅੱਜ ਤੱਕ। ਜਿੰਨੇ ਵੀ ਪ੍ਰਧਾਨ ਮੰਤਰੀ ਹੋਏ ਨੇ, ਚਾਹੇ ਉਹ ਤਾਨਾਸ਼ਾਹ ਤੋਂ ਤਾਨਾਸ਼ਾਹ ਹੋਇਆ, ਤੇ ਮੈਂ ਕਦੇ ਉਸ ਤਰ੍ਹਾਂ ਦੇ ਪ੍ਰਧਾਨ ਮੰਤਰੀ ਦੀ, ਮੈਂ ਕਿਉਂਕਿ ਪੁਰਾਣੇ ਪ੍ਰਧਾਨ ਮੰਤਰੀਆਂ ਦੀਆਂ ਵੀ ਨਾ ਕਈ ਵਾਰ ਜਿਹੜੀਆਂ ਭਾਸ਼ਣ ਉਹ ਕੱਢ ਕਰਕੇ ਸੁਣਦਾ ਹੁੰਦਾ ਵੀ ਇਹਨਾਂ ਨੇ ਕੀ ਬੋਲਿਆ, ਇੰਦਰਾ ਗਾਂਧੀ ਫਲਾਣੀ ਇੰਟਰਵਿਊ 'ਚ ਕੀ ਬੋਲਦੀ ਆ, ਮੁਰਾਰਜੀ ਦੇਸਾਈ ਕੀ ਬੋਲਦਾ। ਮੈਨੂੰ ਉਹਨਾਂ ਪੁਰਾਣਿਆਂ ਵਿੱਚੋਂ ਵੀ ਕਿਸੇ ਦੀ ਇਸ ਤਰ੍ਹਾਂ ਦੀ ਲੋਹ ਪੱਧਰ ਦੀ, ਥੱਲੇ ਵਾਲੇ ਪੱਧਰ ਦੀ, ਨਿਚਲੇ ਪੱਧਰ ਦੀ ਜਿਹੜੀ ਕਿ ਪ੍ਰਧਾਨ ਮੰਤਰੀ ਦੀ ਬੋਲੀ ਨਾਲ ਉਹ ਗਲੀ ਦੇ ਗੁੰਡੇ ਦੀ ਬੋਲੀ ਵੱਧ ਲੱਗਦੀ ਹੈ, ਉਸ ਤਰ੍ਹਾਂ ਦੀ ਬੋਲੀ ਕਦੇ ਦਿਖਾਈ ਨਹੀਂ ਦਿੱਤੀ ਜੀ। ਕਾਲ ਲੈ ਲਈਏ ਜੀ। ਸਤਿ ਸ਼੍ਰੀ ਅਕਾਲ ਜੀ। 92-164 ਤੇ ਆਉਣੇ ਰਹੋ। ਸਤਿ ਸ਼੍ਰੀ ਅਕਾਲ ਵੀਰ ਜੀ। ਸੁਰਿੰਦਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੌਣ ਸਾ ਬੋਲਦੇ, ਕਿੱਥੋਂ? ਵੀਰ ਜੀ ਮੈਂ ਪੁੱਛਣਾ ਜੀ, ਜਿਹੜਾ ਉੱਥੇ ਘਾਟਾ ਹੈ ਜਲੰਧਰ ਦੇ ਵਿੱਚ, ਉਹ ਮੁੱਦਾ ਇਹਨਾਂ ਦੇ ਵਾਸਤੇ ਮਾਈਨਸ ਵਿੱਚ ਜਾਊਗਾ ਕਿ ਨਹੀਂ ਜਾਊਗਾ? ਆਮ ਆਦਮੀ ਪਾਰਟੀ ਇੱਕ ਜਿਵੇਂ ਸਿੱਧੂ ਮੂਸੇਵਾਲਾ ਕਾਂਗਰਸ ਦੀ ਟਿਕਟ ਤੇ ਲੜਿਆ ਸੀ, ਜੇ ਕੱਲ ਨੂੰ ਉਹਦਾ ਬਾਪ ਉੱਥੇ ਜਾ ਕੇ ਇਹਨਾਂ ਦੇ ਖਿਲਾਫ ਪ੍ਰਚਾਰ ਕਰਦਾ, ਉਹ ਵੀ ਤਾਂ ਇੱਕ ਵੱਡਾ ਮੁੱਦਾ। ਇੱਕ ਸੰਦੀਪ ਨੰਗਲ ਅੰਬੀਆਂ ਵਾਲਾ, ਉਹ ਵੀ ਆ, ਕੋਈ ਜ਼ਿਆਦਾ ਉਹਨਾਂ ਤੇ ਕਾਰਵਾਈ ਨਹੀਂ ਹੋਈ, ਉਹਦੇ ਬਾਰੇ ਕੀ ਕਹਿਣਾ ਜੀ? ਇਹੀ ਪੁੱਛਣਾ ਜੀ। ਮੈਨੂੰ ਸੁਣਿਆ ਨਹੀਂ ਆਪਣਾ। ਇੱਕ ਤਾਂ ਕਹਿੰਦੇ ਵੀ ਸੰਦੀਪ ਅੰਬੀਆਂ ਜਿਹੜਾ ਮਸਲਾ ਹੈਗਾ ਉਹ ਵੀ ਜਿਹੜਾ ਹੈਗਾ ਕਿਵੇਂ ਅਪੀਲ ਕਰੂਗਾ ਜਿਹੜਾ ਕੁਝ ਉੱਥੇ ਹੋਇਆ ਹੈਗਾ। ਆਪਾਂ ਗੱਲ ਕਰੀਏ ਲੈਂਡ ਆਰਡਰ ਦੀ, ਤੇ ਲਾਅ ਐਂਡ ਆਰਡਰ ਦਾ ਮੁੱਦਾ ਤਾਂ ਰਹੂਗਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗਾ। ਜਿਹੜਾ ਇਹਨਾਂ ਦੀ ਸਰਕਾਰ, ਕਿਉਂਕਿ ਉਹ ਸੰਦੀਪ ਅੰਬੀਆਂ ਦਾ ਜਿਹੜਾ ਕਤਲ ਹੈ ਨਾ, ਉਹ ਵੀ ਦੇਖਿਆ ਜਾਵੇ ਤਾਂ ਸਾਡੇ ਲਾਅ ਐਂਡ ਆਰਡਰ ਦੇ ਵਿੱਚ ਹੀ ਆ ਜਾਂਦਾ ਹੈਗਾ। ਚਾਹੇ ਆ ਸਿੱਧੂ ਮੂਸੇਵਾਲਾ, ਕਿਉਂਕਿ ਸੰਦੀਪ ਨੰਗਲ ਅੰਬੀਆਂ ਦਾ ਸਿੱਧਾ ਸੰਬੰਧ ਉਸ ਇਲਾਕੇ ਨਾਲ ਜੁੜ ਗਿਆ, ਤੇ ਇਸ ਕਰਕੇ ਉਹ ਮੁੱਦੇ ਲਾਅ ਐਂਡ ਆਰਡਰ ਦੇ ਰੂਪ ਦੇ ਵਿੱਚ ਸਰਕਾਰ ਨੂੰ, ਜਿਹੜੀ ਮੌਜੂਦਾ ਹਕੂਮਤ ਪੰਜਾਬ ਵਾਲੀ ਸਰਕਾਰ ਆ, ਇਹਨੂੰ ਸਵਾਲ ਖੜੇ ਕਰਨਗੇ। ਇਹ ਇਸ਼ੂ ਹੋ ਸਕਦੇ ਨੇ, ਕਿਉਂਕਿ ਮੈਂ ਉਹੀ ਕਿਹਾ ਵੀ ਜਲੰਧਰ ਦੇ ਵਿੱਚ ਨਾ ਇਹ ਜਿਹੜੀ ਚੋਣਾਂ ਹੋਰ ਮੁੱਦਿਆਂ ਨਾਲੋਂ ਨਾ ਜਿਹੜੇ ਲੋਕਾਂ ਦੇ ਮੁੱਦੇ ਨੇ, ਜਿਹੜੇ ਬੇਸਿਕ ਮੁੱਦੇ ਨੇ, ਰੋਟੀ ਕੱਪੜੇ ਮਕਾਨ ਵਾਲੇ, ਤੁਹਾਡੀਆਂ ਨੌਕਰੀਆਂ ਵਾਲਾ, ਅਮਨ ਸ਼ਾਂਤੀ ਵਾਲਾ ਮੁੱਦਾ, ਵੀ ਆ ਲੋਕ ਸਹੀ ਸਲਾਮਤ ਜੀਣਾ ਚਾਹੁੰਦੇ ਨੇ ਨਾ। ਇਹ ਨਹੀਂ ਨਾ ਚਾਹੁੰਦੇ ਵੀ ਮੈਂ ਘਰੋਂ ਬਾਹਰ ਗਿਆ ਤੇ ਕੋਈ ਮੇਰੇ ਠਾਹ ਦੇ ਨੇ ਗੋਲੀ ਮਾਰ ਕੇ ਚਲਾ ਜਾਵੇ ਹੈ। ਤੇ ਉਹ ਇਸ਼ੂ ਨੇ ਲੋਕਾਂ ਦੇ ਮੂਲ, ਉਹ ਕਿਤੇ ਨਾ ਕਿਤੇ ਪ੍ਰਭਾਵਿਤ ਕਰਨਗੇ। ਮੈਨੂੰ ਲੱਗਦਾ ਹੈਗਾ ਵੀ ਉਹ ਇਸ਼ੂ ਰਹਿਣਗੇ ਜੀ ਇਹਦੇ ਵਿੱਚ ਜੀ। ਖਾਲਸਾ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਦਾਨੇ ਭਾਈ ਸਾਹਿਬ ਔਰ ਸ਼ਿਵਿੰਦਰ ਜੀ। ਜਿਹੜੀ ਤੁਸੀਂ ਗੱਲ ਕਹੀ ਹੈ ਨਾ ਪ੍ਰਧਾਨ ਮੰਤਰੀ ਬਾਰੇ, ਇਹ ਠੀਕ ਹੈ। ਪ੍ਰਧਾਨ ਮੰਤਰੀ ਦਾ ਜੋ ਕੁਛ ਵੀ ਅੱਜ ਤੱਕ ਕਰ ਰਿਹਾ ਹੈਗਾ, ਉਹ ਪ੍ਰਧਾਨ ਮੰਤਰੀ ਦਾ ਤਾਂ ਕੰਮ ਕਰ ਹੀ ਨਹੀਂ ਹੈ।
ਤੇ ਪਹਿਲੀ ਗੱਲ ਮੈਂ ਕਹਿਣੀ ਚਾਹਾਂਗਾ ਜਿਹੜੀ ਪਹਿਲਾਂ ਚੱਲ ਰਹੀ ਸੀ, ਵਿਸ਼ਾ ਚੱਲ ਰਿਹਾ ਸੀ ਕਿ ਆਮ ਆਦਮੀ ਪਾਰਟੀ ਨੂੰ ਅਸੀਂ ਇਸ ਕਰਕੇ ਉਹਨੂੰ ਵੋਟ ਦਿੱਤੀ ਸੀ, ਸਪੋਰਟ ਦਿੱਤੀ ਸੀ ਕਿ ਇਹ ਕੁਝ ਪੰਜਾਬ ਦੀ ਖਾਤਰ ਕਰੂ, ਲੇਕਿਨ ਇਹ ਤਾਂ ਪੰਜਾਬ ਨੇ ਠੱਗੀ ਮਾਰ ਗਏ। ਹੁਣ ਰਹੀ ਗੱਲ ਜਲੰਧਰ ਵਾਲੀ ਸੀਟ, ਜਲੰਧਰ ਵਾਲੀ ਸੀਟ ਕੇ ਦਿੱਲੀ ਤੋਂ ਲੈ ਕੇ ਖੜਾ ਕਰ ਲੈਣ। ਹੁਣ ਇਹ ਪੰਜਾਬ ਦਾ ਖਜ਼ਾਨਾ ਜੋ ਲੁੱਟ ਲੁੱਟ ਕੇ ਬਾਹਰ ਵਰਤਾਈ ਜਾਂਦੇ ਆ, ਤੇ ਹੁਣ ਜਦੋਂ ਫਸਲ ਦਾ ਜਿਹੜਾ ਨੁਕਸਾਨ ਹੈ ਉਹ ਦੇਣ ਦਾ ਮੌਕਾ ਆਇਆ ਤੇ ਉੱਥੇ ਇਹਨਾਂ ਕੋਲ ਜਿੰਨਾ ਕਿਹਾ ਉਹਨਾਂ ਵੀ ਨਹੀਂ ਦੇ ਹੋਣਾ। ਤੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਬਹੁਤ ਤੁਹਾਡਾ ਧੰਨਵਾਦ ਜੀ। ਭਾਈ ਸਾਹਿਬ ਥੋੜੀ ਜਿਹੀ ਮਦਦ ਕਰ ਦਿਓ ਕਿ ਮੇਰੇ ਕੋਲ ਨਾ ਆਵਾਜ਼ ਨਹੀਂ ਕਲੀਅਰ ਆ ਰਹੀ, ਪਤਾ ਨਹੀਂ ਇਹ ਚੱਕਰ ਪਤਾ ਕੀ ਹੈ, ਆਪਾਂ ਨੂੰ ਕਰਨਾ ਪੈਣਾ ਜੀ। ਚਲੋ ਕਰਦੇ ਆ, ਫੋਨ ਬਦਲਣ ਵਾਲੇ ਪੁਰਾਣੇ ਹੋਏ ਪਏ ਆ ਸਾਰੇ ਬੰਦਾ ਦਾ। ਉਹਨਾਂ ਨੇ ਕਿਹਾ ਜੀ ਵੀ ਇੱਕ ਤਾਂ ਖਾਲਸਾ ਹੀ ਕਹਿੰਦੇ ਵੀ ਜਦੋਂ ਕਹਿੰਦੇ ਤੁਸੀਂ ਰਾਜ ਸਭਾ ਦੇ ਮੈਂਬਰ ਵੀ ਦੂਜੇ ਬਣਾ ਲਏ, ਕਹਿੰਦੇ ਹੁਣ ਵੀ ਦਿੱਲੀੋਂ ਲਿਆ ਕੇ ਖੜਾ ਕਰ ਲਓ। ਹਾਂ, ਇਹ ਸਵਾਲ ਇਹ ਤਾਂ ਆਵਾਮ ਵੀ ਪੁੱਛ ਰਹੀ ਹੈ ਖਾਲਸਾ ਜੀ, ਜਿਵੇਂ ਤੁਸੀਂ ਪੁੱਛ ਰਹੇ ਹੋ, ਸਾਡੇ ਪੰਜਾਬ ਦੀ ਆਵਾਮ ਵੀ ਪੁੱਛ ਰਹੀ ਹੈ। ਕਈਆਂ ਨੂੰ ਸ਼ੰਕਾ ਵੀ ਹੈ ਕਿ ਕਿਤੇ ਇਹ ਨਾ ਹੋਵੇ ਵੀ ਕੋਈ ਦਿੱਲੀ ਉਹਨਾਂ ਬੰਦਾ ਲਿਆ ਕੇ ਖੜਾ ਕਰ ਦੇਣ, ਪਰ ਮੈਨੂੰ ਲੱਗਦਾ ਵੀ ਐਤਕੀ ਵਾਲੀ ਇਹ ਗਲਤੀ ਨਹੀਂ ਕਰਨਗੇ, ਕਿਉਂਕਿ ਇਹਨਾਂ ਦੀ ਪਿਛਲੇ ਵਾਰ ਜੱਗ ਹਸਾਈ ਬਹੁਤ ਹੋ ਚੁੱਕੀ ਹੈ। ਹੁਣ ਅਸਲ 'ਚ ਨਾ ਮੇਨ ਕਾਰਨ ਇੱਕ ਇਹ ਵੀ ਹੈ ਕਿ ਇਹਨਾਂ ਦਾ ਨਾ ਬੇਸ ਤਾਂ ਇਹ ਨਹੀਂ ਸੀ। ਇਹ ਉਹ ਪਾਰਟੀ ਹੈ ਦੇਖੋ ਜਿਹੜੀ ਪਾਰਟੀ ਦਾ ਕੋਈ ਗਰਾਊਂਡ ਨਹੀਂ ਹੈਗਾ। ਇਹ ਪਾਰਟੀ ਇੱਕ ਹਵਾ 'ਚ ਉਸਰੀ ਹੋਈ ਹੈ, ਇੱਕ ਭਾਵਨਾਵਾਂ ਦੇ ਬੇਗ 'ਚ ਉਸਰੀ ਹੋਈ ਹੈ। ਜਦੋਂ ਇੱਕ ਤਰ੍ਹਾਂ ਦੀਆਂ ਭਾਵਨਾਵਾਂ ਨਹੀਂ ਚੱਲਦੀਆਂ ਹੁੰਦੀਆਂ ਲੋਕਾਂ ਦੀਆਂ, ਉਹਦੇ ਵਿੱਚ ਕੋਈ ਪਾਰਟੀ ਉਸਰ ਜਾਂਦੀ ਹੈ। ਤੇ ਇਹਦਾ ਮੰਨਣਾ ਵੀ ਇਹੀ ਹੈ ਵੀ ਸਾਨੂੰ ਜਿਹੜਾ ਹੈਗਾ ਗਰਾਊਂਡ ਬਣਾਉਣ ਦੀ ਲੋੜ ਨਹੀਂ ਹੈਗੀ, ਜ਼ਮੀਨ ਬਣਾਉਣ ਦੀ ਲੋੜ ਨਹੀਂ, ਵੀ ਅਸੀਂ ਕੁਝ ਮੁੱਦੇ ਨੇ, ਕੁਝ ਇਸ਼ੂ ਨੇ, ਉਹਨਾਂ ਨੂੰ ਹਵਾ ਦੇਵਾਂਗੇ, ਉਹ ਲੋਕਾਂ ਤੱਕ ਅਪੀਲ ਕਰਨਗੇ, ਉਹਦੇ ਸਿਰ ਤੇ ਅਸੀਂ ਜਿੱਤਾਂਗੇ। ਇਹ ਮਤਲਬ ਇੱਕ ਨਵੇਂ ਜਿਹੜਾ ਆਪਣਾ ਅੱਜ ਕੱਲ੍ਹ ਦਾ ਜਿਹੜਾ ਇੱਕ ਨਵਾਂ ਮਾਡਲ ਹੈ ਨਾ, ਉਹ ਨਵੇਂ ਮਾਡਲ ਦੀ ਪੇਸ਼ਕਾਰੀ ਹੈ, ਜਿਹਦੇ ਵਿੱਚ ਕੀ ਹੁੰਦਾ ਵੀ ਤੁਸੀਂ ਮੈਨੇਜ ਕਿਵੇਂ ਕਰਨਾ ਚੀਜ਼ਾਂ ਨੂੰ। ਤੁਸੀਂ ਜਿਹੜਾ ਹੈਗਾ ਤੁਹਾਨੂੰ ਕੋਈ ਵੀ ਵਰਕਰਾਂ ਦੀ ਲੋੜ ਨਹੀਂ, ਬਸ ਤੁਹਾਡੇ ਕੋਲ ਇੱਕ ਵਲੰਟੀਅਰ ਚਾਹੀਦੇ ਨੇ ਜਿਹੜੇ ਮਾੜੇ ਮੋਟੇ ਕਾਗਜ਼ ਕੂਗਜ਼ ਲਾ ਲੈਣ, ਥੋੜਾ ਪ੍ਰਚਾਰ ਕਰ ਦੇਣ, ਤੁਹਾਡੇ ਪੋਸਟਰ ਲਾ ਦੇਣ, ਤੇ ਉਹ ਜੇ ਵਲੰਟੀਅਰ ਹੋਣ। ਉਹਦਾ ਜਥੇਬੰਦਕ ਢਾਂਚੇ ਦੀ ਕੋਈ ਲੋੜ ਨਹੀਂ ਹੈਗੀ ਤੁਹਾਨੂੰ, ਮਤਲਬ ਕੋਈ ਜ਼ਮੀਨੀ ਆਧਾਰ ਬਣਾਉਣ ਦੀ ਲੋੜ ਨਹੀਂ। ਬਸ ਕੁਛ ਇਸ਼ੂ ਹਵਾ 'ਚ ਉਛਾਲੋ, ਉਹ ਇਸ਼ੂ ਦੇ ਉੱਤੇ ਵਰਕ ਕਰੋ ਤੇ ਸੋਸ਼ਲ ਮੀਡੀਆ ਰਾਹੀਂ ਜਾਂ ਹੋਰ ਢੰਗ ਨਾਲ ਉਹਦਾ ਪ੍ਰਚਾਰ ਕਰੋ। ਇਹ ਮਤਲਬ ਆਮ ਆਦਮੀ ਪਾਰਟੀ ਦਾ ਇੱਕ ਨਵੇਂ ਯੁੱਗ ਦਾ, ਜਿਹਨੂੰ ਆਪਾਂ ਕਹਿ ਲਓ ਕਿ ਮਲਟੀਮੀਡੀਆ ਵਾਲਾ ਯੁੱਗ ਹੋ ਗਿਆ, ਆਧੁਨਿਕ ਯੁੱਗ ਹੋ ਗਿਆ, ਇਹ ਉਹਦੀ ਤਰਜਮਾਨੀ ਕਰਦੀ ਹੋਈ ਪਾਰਟੀ ਆ। ਇਸ ਕਰਕੇ ਤਾਂ ਹੀ ਇਹਨਾਂ ਨੂੰ ਬੰਦੇ ਨਹੀਂ ਛੇਤੀ ਲੱਭਦੇ ਹੈਗੇ, ਕਿਉਂਕਿ ਜੇਕਰ ਇਹਨਾਂ ਦਾ ਕੋਈ ਬੇਸ ਬਣਿਆ ਹੋਵੇ ਗਰਾਊਂਡ ਦੇ ਉੱਤੇ ਫਿਰ ਤਾਂ ਬੰਦੇ ਆ ਜਾਣ, ਕਿਉਂਕਿ ਫਿਰ ਤਾਂ ਵਰਕਰਾਂ ਵਿੱਚ ਵੀ ਆ ਜਾਣ। ਹੁਣ ਇਹਨਾਂ ਨੂੰ ਲੱਭਣੇ ਪੈਂਦੇ ਨੇ ਵੀ ਚੰਗਾ ਹੁਣ ਇਹਨੂੰ ਇਹ ਲੱਭੀਏ ਜਾਂ ਅੱਗੇ ਨਾ ਲੱਭੀਏ। ਜੀ ਕਾਲ ਲੈ ਲਈਏ ਜੀ, ਫਿਰ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਤੁਹਾਡੇ ਵੀਰਾਂ ਨੂੰ। ਭਾਜੀ ਲਖਵਿੰਦਰ ਬੋਲਦਾ ਜੀ। ਜੀ ਲਖਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਜਿਹੜੀ ਜਲੰਧਰ ਜਿਮਣੀ ਚੋਣ ਆ ਨਾ, ਇਹਨੂੰ ਗੌਰਮੈਂਟ ਨੂੰ ਜਿੱਦਾਂ ਆਮ ਆਦਮੀ ਪਾਰਟੀ ਨੂੰ ਸ਼ੀਸ਼ਾ ਦਿਖਾ ਦੇਗੀ, ਕਿਉਂਕਿ ਇੱਕ ਤਾਂ ਜਿੱਦਾਂ ਇਹਨਾਂ ਨੇ ਬਿਜਲੀ ਜਿਹੜੀ ਫ੍ਰੀ ਕੀਤੀ ਹੈ ਉਹਦਾ ਵੀ ਲੱਗ ਜੂ ਪਤਾ ਵੀ ਕਿੰਨੇ ਕੁ ਲੋਕੀ ਬਿਜਲੀ ਤੇ ਜਾਂਦੇ ਆ ਜਾਂ ਲਾ ਐਂਡ ਆਰਡਰ ਦੇ ਮਗਰ ਜਾਂਦੇ ਆ। ਇੱਥੇ ਕਲੀਅਰ ਸਥਿਤੀ ਹੋ ਜੂਗੀ, ਇਹਨਾਂ ਨੂੰ ਪਤਾ ਲੱਗ ਜਾਵੇ ਅਸੀਂ ਕਿੰਨੇ ਕੁ ਪਾਣੀ ਵਿੱਚ ਆ ਗਾਹਾਂ ਵਾਸਤੇ। ਜੀ ਮੈਨੂੰ ਲੱਗਦਾ ਕਿ ਮੁਸ਼ਕਲ ਹੈ ਇਹਨਾਂ ਵਾਸਤੇ, ਕਿਉਂਕਿ ਸਾਡੇ ਲੋਕੀ ਜਿਹੜੀ ਫ੍ਰੀ ਫਰਾ ਵਾਲਾ ਚੱਕਰ ਆ ਨਾ, ਮੈਨੂੰ ਨਹੀਂ ਲੱਗਦਾ ਇਹਦੇ ਪਿੱਛੇ ਜਾਣਗੇ। ਜਿਹੜਾ ਅੰਮ੍ਰਿਤਪਾਲ ਦਾ ਮੁੱਦਾ ਆ ਨਾ, ਜਿਹੜੀ ਤਾਂ ਸਿੱਖ ਵੋਟ ਆ ਜੀ, ਜਿੱਥੋਂ ਦਾ ਮੈਨੂੰ ਲੱਗਦਾ ਕਿ ਇਹ ਭਾਜੀ ਵੋਟ ਅਗੇਂਸਟ ਇਹਨਾਂ ਦੇ ਜਾਊਗੀ, ਕਿਉਂਕਿ ਜਿੱਦਾਂ ਦਾ ਗੱਲਾਂ ਬਾਤਾਂ ਆਪਾਂ ਕਰਦੇ ਆ, ਜਿੱਦਾਂ ਯਾਰਾਂ ਦੋਸਤਾਂ ਨਾਲ ਸਾਰਿਆਂ ਨਾਲ ਗੱਲ ਕਰਦੇ, ਸਾਰੇ ਸਾਨੂੰ ਲਾਹਨਤਾਂ ਪਾਉਂਦੇ, ਕਹਿੰਦੇ ਤੁਸੀਂ ਕਹਿੰਦੇ ਪਾਓ ਝਾੜੂ ਨੂੰ ਵੋਟਾਂ, ਪਾਓ ਆਮ ਆਦਮੀ ਲੈ ਲਓ, ਕਹਿੰਦੇ ਆਮ ਆਦਮੀ ਤੋਂ ਤੁਸੀਂ ਕੁਝ, ਕਿਉਂਕਿ ਉਹ ਸਾਨੂੰ ਭਾਜੀ ਬਹੁਤ ਜਵਾਬ ਸਵਾਲ ਕਰਦੇ ਮੋਰੇ। ਕਿਉਂਕਿ ਮੈਨੂੰ ਲੱਗਦਾ ਕਿ ਇਹਨਾਂ ਨੂੰ ਸ਼ੀਸ਼ਾ ਦਿਖਾਊਗੀ ਜਲੰਧਰ ਵਾਲੀ ਜਿਹੜੀ ਆਪਣੇ। ਤੁਸੀਂ ਤਾਂ ਜਲੰਧਰ ਤੋਂ ਵੈਸੇ ਹੀ ਬਿਲੋਂਗ ਕਰਦੇ, ਮੈਨੂੰ ਲੱਗਦਾ ਤੁਹਾਡਾ ਹਲਕਾ ਵੀ ਜਲੰਧਰ। ਹਾਂਜੀ ਬਿਲਕੁਲ ਬਿਲਕੁਲ, ਜਲੰਧਰ ਹਲਕਾ ਵੀ ਆਪਣਾ ਜਲੰਧਰ ਹੀ ਹੈ ਜੀ। ਹਾਂਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਹਾਂਜੀ, ਇਹਨਾਂ ਦੀ ਆਵਾਜ਼ ਸੁਣ ਗਈ ਸੀ, ਮੈਂ ਸਮਝ ਗਿਆ ਇਹਨਾਂ ਦੀ ਸਾਰੀ ਗੱਲ। ਇਹਦੇ ਵਿੱਚ ਦੇਖੋ ਜਿਹੜਾ ਹੁਣ ਇਹ ਅੰਮ੍ਰਿਤਪਾਲ ਵਾਲਾ ਇਸ਼ੂ ਹੈ, ਜੇ ਨਾ ਇਫੈਕਟ ਕਰਦਾ ਹੋਇਆ ਤਾਂ ਇੱਕ ਹੋਰ ਐਂਗਲ ਤੇ ਕਰ ਸਕਦਾ। ਇਹ ਅੰਮ੍ਰਿਤਪਾਲ ਕਰਕੇ ਨਹੀਂ ਕਰ ਸਕਦਾ, ਜਿਹੜੇ ਮੁੰਡੇ ਚੱਕੇ ਸੀ ਨਾ ਇਹਨਾਂ ਨੇ, ਹਾਂ ਉਸ ਰੂਪ ਦੇ ਵਿੱਚ ਸ਼ਾਇਦ ਹੈ, ਕਿਉਂਕਿ ਉਹ ਇੱਕ ਚੀਜ਼ ਉਹ ਦਿਖੀ ਜ਼ਰੂਰ ਆ, ਕਿਉਂਕਿ ਉਹ ਮੈਨੂੰ ਵੀ ਦਿਖੀ ਆ ਕਿ ਦੇਖੋ ਜੀ ਅੰਮ੍ਰਿਤਪਾਲ ਜਦ ਜਿਹੋ ਜਿਹਾ ਵੀ ਸੀਗਾ, ਪਰ ਜਿਹੜੇ ਮੁੰਡੇ ਚੱਕੇ ਨੇ ਉਹ ਗਲਤ ਕੀਤਾ, ਕਿਉਂਕਿ ਪੰਜਾਬ ਦੇ ਲੋਕਾਂ ਦੇ ਦਿਮਾਗ 'ਚ ਨਾ ਇੱਕ ਧਾਰਨਾ ਬਣੀ ਹੋਈ, ਸੱਚੀ ਵੀ ਹੈ ਉਹ ਗੱਲ, ਵੀ ਜਿਹੜੀ ਪੁਲਿਸ ਆ ਜ਼ੁਲਮ ਕਰਦੀ ਹੈ, ਆਮ ਨਿਰਦੋਸ਼ਾਂ ਨੂੰ ਜ਼ੁਲਮ ਕਰਦੀ ਹੈ, ਕਿਉਂਕਿ ਪੰਜਾਬੀਆਂ ਨੇ 80 ਨੇ ਸਿਹਾ ਹੋਇਆ, ਤੇ ਉਹ ਗਲਤੀ ਇਹਨਾਂ ਨੇ ਕੀਤੀ ਹੈ, ਤੇ ਉਹ ਗਲਤੀ ਦੀ ਕਿਤੇ ਨਾ ਕਿਤੇ ਨਾਰਾਜ਼ਗੀ ਇਹਨਾਂ ਨੂੰ ਝੱਲਣੀ ਪੈ ਸਕਦੀ ਹੈ। ਬਾਕੀ ਇਹਨਾਂ ਦੀ ਭਾਈ ਸਾਹਿਬ ਦੀ ਗੱਲ ਨਾਲ ਵੀ ਮੈਂ ਸਹਿਮਤ ਹਾਂ ਵੀ ਜਿਹੜਾ ਨਾ ਛੋਟੀ ਛੋਟੀ ਰਿਆਇਤਾਂ ਦੇਣ ਵਾਲੀ ਗੱਲ ਹੈ, ਇਹ ਨਾ ਪੰਜਾਬੀ ਬਹੁਤਾ ਚਿਰ ਨਾ ਇਹਦਾ ਆਸਾਨ ਨਹੀਂ ਕਰਦੇ ਹੈਗੇ, ਮੰਨਦੇ ਹੈਗੇ, ਕਿਉਂਕਿ ਉਹਨਾਂ ਨੂੰ ਹੁੰਦਾ ਕਿ ਇਹ ਕਿਤੇ ਹੋਰ ਦਿੱਲੀ ਵਰਗੀ ਸਟੇਟ ਵਿੱਚ ਤਾਂ ਚੱਲ ਸਕਦੀ ਹੈ, ਜਿੱਥੇ ਇੱਕ ਸਮਾਲ ਮਿਡਲ ਕਲਾਸ 'ਚ ਬਣੀ ਹੋਈ ਹੈਗੀ ਹੈ ਨਾ। ਇੱਥੇ ਪੰਜਾਬੀਆਂ ਦੇ ਵਿੱਚ ਇੱਕ ਹੋਰ ਜਿਹੜੀਆਂ ਕਲਚਰਲੀ ਚੀਜ਼ਾਂ ਨੇ ਨਾ, ਵੀ ਅਸੀਂ ਕਿਸੇ ਦਾ ਮੰਗ ਕੇ ਕਿਉਂ ਖਾਈਏ, ਮਤਲਬ ਇਹ ਪੰਜਾਬੀਆਂ ਦੇ ਕਲਚਰ 'ਚ ਵਸਿਆ ਹੋਇਆ ਵੀ ਲੈ ਅਸੀਂ ਕਿਤੇ ਮੰਗਦੇ ਹਾਂ, ਅਸੀਂ ਕਿਉਂ ਖਾਈਏ। ਉਹ ਹਰ ਪੰਜਾਬੀ ਹੈ, ਚਾਹੇ ਮਤਲਬ
ਉਹਦੇ ਮਨ 'ਚ ਕਿਤੇ ਨਾ ਕਿਤੇ ਰਹਿੰਦੀ ਆ, ਉਹ ਫਿਰ ਇਸ ਕਰਕੇ ਇਹਦੀ ਜਗ੍ਹਾ ਤੇ ਮੁੱਦਿਆਂ ਉੱਤੇ ਆਉਂਦਾ ਹੈਗਾ। ਸੋ ਇਹ ਗੱਲ ਮੈਂ ਪੂਰੀ ਤਰ੍ਹਾਂ ਇਹਨਾਂ ਨਾਲ ਸਹਿਮਤ ਹਾਂ ਇਸ ਗੱਲ ਦੇ ਉੱਤੇ ਜੀ। ਸੋ ਸ਼ੁਕਰੀਆ ਜੀ ਤੁਹਾਡਾ, ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਜੀ। ਦੱਸ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਵਿਦੇਸ਼ਾਂ 'ਚ ਵਸਣ ਵਾਲੇ ਪੰਜਾਬੀਆਂ ਦੇ ਲਈ ਸੁਨਹਿਰੀ ਮੌਕਾ ਲੈ ਕੇ ਆਈ ਆ ਪੰਜਾਬ ਦੀ ਬਹੁਤ ਹੀ ਵੱਡੀ ਰੀਅਲ ਅਸਟੇਟ ਕੰਪਨੀ DH ਰੀਅਲ ਅਸਟੇਟ। ਬਹੁਤ ਹੀ ਨਾਮਵਰ ਕੰਪਨੀ ਤੁਹਾਨੂੰ ਮੌਕਾ ਪ੍ਰਦਾਨ ਕਰਦੀ ਹੈ ਕਿ ਬਿਨਾਂ ਪੰਜਾਬ ਗਏ ਤੁਸੀਂ ਹੁਣ ਆਪਣੀ ਜ਼ਮੀਨ ਵੇਚ ਸਕੋਗੇ ਜਾਂ ਫਿਰ ਆਪਣੀ ਪਸੰਦੀ ਦੀ ਜ਼ਮੀਨ ਖਰੀਦ ਸਕੋਗੇ। ਕਿਸੇ ਵੀ ਤਰ੍ਹਾਂ ਦੀ ਕੋਠੀ, ਫਲੈਟ, ਪਲਾਟ ਜਾਂ ਫਿਰ ਕਮਰਸ਼ੀਅਲ ਜਾਂ ਐਗਰੀਕਲਚਰ ਲੈਂਡ ਲੈਣੀ ਹੋਵੇ ਤਾਂ DH ਰੀਅਲ ਅਸਟੇਟ ਨਾਲ ਸੰਪਰਕ ਕਰੋ। ਤੁਹਾਨੂੰ ਪੰਜਾਬ ਜਾਣ ਦੀ ਲੋੜ ਨਹੀਂ, ਸੌਦਾ ਬੈਠੇ ਬਿਠਾਏ ਇੱਥੇ ਹੀ ਕਰਾ ਕੇ ਤੇ ਇੱਥੇ ਹੀ ਪੈਸੇ ਪਹੁੰਚਦੇ ਕਰ ਦਿੰਦੇ ਨੇ। ਨੰਬਰ ਹੈ DH ਰੀਅਲ ਅਸਟੇਟ ਦਾ 98775 0758 ਪਲੱਸ 91 ਇੰਡੀਆ ਦਾ ਕੋਡ ਲਾਉਣਾ। WhatsApp ਤੇ ਜਾਂ ਫਿਰ ਡਾਇਰੈਕਟ ਕਾਲ ਕਰ ਲੈਣੀ ਹੈ 98775 0758। DH ਰੀਅਲ ਅਸਟੇਟ ਇਹਨਾਂ ਦਾ ਸਲੋਗਨ ਹੈ, ਪੰਜਾਬ ਵਿੱਚ ਬੇਫਿਕਰੇ ਹੋ ਕੇ ਹੁਣ ਖਰੀਦੋ ਜ਼ਮੀਨ, ਪਲਾਟ, ਕੋਠੀ ਜਾਂ ਫਿਰ ਫਲੈਟ। ਭੈਣ ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜਿਊਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ AC ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ। ਔਰਤਾਂ, ਮਰਦਾਂ, ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜੁਐਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ, ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੀਨਿਊ, ਸਾਊਥ ਈਸਟ, ਕੈਂਟ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਤੁਸੀਂ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਤੇ ਮੈਂ ਸਵਰਨ ਸਿੰਘ ਦਾਨੇਵਾਲੀਆ ਤੁਹਾਡੇ ਨਾਲ, ਤੇ ਮੇਰੇ ਨਾਲ ਨੇ ਇਸ ਵਕਤ ਡਾਕਟਰ ਹਰਸ਼ਿੰਦਰ ਕੌਰ ਹੋਰੀ। ਤੇ ਮੈਂ ਮਾਫੀ ਚਾਹੁੰਦਾ ਕਿ 1-2 ਪ੍ਰੋਗਰਾਮ ਜਿਹੜਾ ਅਸੀਂ ਭੈਣ ਜੀ ਹੋਰਾਂ ਨਾਲ ਕਰ ਨਹੀਂ ਸਕੇ। ਇਹਦਾ ਰੀਜ਼ਨ ਵੀ ਕੁਛ ਇਸ ਤਰ੍ਹਾਂ ਕਿ ਸਮਾਂ ਨਹੀਂ ਮਿਲਿਆ, ਭੈਣ ਜੀ ਹੋਰੀ ਬਾਹਰ ਗਏ ਹੋਏ ਸੀਗੇ ਤੇ ਆਪਾਂ ਫੋਨ ਕਾਲ ਦੇ ਜ਼ਰੀਏ ਉਹਨਾਂ ਨਾਲ ਜੁੜ ਗਏ। ਭੈਣ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ। ਭੈਣ ਜੀ, ਇੱਕ ਨੌਜਵਾਨਾਂ ਦੇ ਵਿੱਚ ਖਾਸ ਕਰਕੇ ਆਪਾਂ ਪੰਜਾਬ ਦੀ ਗੱਲ ਕਰੀਏ, ਵਿਹਲੜਪੁਣਾ ਜਿਹੜਾ ਹੈਗਾ, ਜਿਹਨੂੰ ਆਪਾਂ ਕਹਿੰਦੇ ਲੈਜਰਲੀ, ਹਰੇਕ ਚੀਜ਼ ਨੂੰ ਲੇਜ਼ਰ ਮੂਡ ਦੇ ਵਿੱਚ ਲੈਣਾ, ਠੀਕ ਹੈ ਜੀ, ਨੈਗੇਟਿਵਿਟੀ ਆ ਜਾਣੀ, ਕੰਮ ਨਾ ਕਰਨਾ, ਕੋਈ ਨਾ ਵੇਖੀ ਜਾਊਗੀ, ਸਭ ਕੁਛ ਹੁੰਦੇ ਹੋਏ। ਹੁਣ ਮੈਂ ਇੱਕ ਨਵਾਂ ਤਰੀਕਾ ਦੇਖਿਆ, ਅੱਜ ਹੀ ਮੈਂ ਇੱਕ ਬੜੇ ਬੰਦੇ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਯਾਰ ਮੈਂ ਹੈਰਾਨ ਸੀ ਵੀ ਬੱਚੇ ਪੜ੍ਹਨ ਜਾਂਦੇ ਨੇ, ਸਵੇਰੇ ਮੈਂ ਸੈਰ ਕਰ ਰਿਹਾ ਸੀਗਾ 7 ਵਜੇ ਦਾ ਟਾਈਮ, 2 ਲੜਕੀਆਂ, ਕਿਉਂਕਿ ਅੱਜ ਕੱਲ੍ਹ ਜਿਹੜੇ ਮਾਡਲ ਟਾਊਨ ਏਰੀਆਜ਼ ਜਾਂ ਇਹ ਹੁੰਦੇ ਨੇ, ਇੱਥੇ ਫੁੱਲ ਫਲ ਅਤੇ ਬਗੀਚੀਆਂ ਸੋਹਣੀਆਂ ਹੁੰਦੀਆਂ, ਸਵੇਰੇ ਤੁਹਾਡੀਆਂ ਰੀਲਸ ਬਣਾ ਰਹੀਆਂ ਨੇ, ਫੋਟੋਆਂ ਖਿੱਚ ਰਹੀਆਂ ਨੇ। ਫਿਰ 1.5 ਘੰਟਾ, ਪੂਰਾ 1.5 ਘੰਟਾ ਮੈਂ ਉਹਨਾਂ ਮੇਰੇ CCTV ਕੈਮਰੇ 'ਚ ਰਿਕਾਰਡ ਕੀਤਾ। 3 ਮੁੰਡੇ ਬੁਲਟ ਮੋਟਰਸਾਈਕਲ 'ਤੇ ਆਏ, ਪੂਰਾ 1.5 ਘੰਟਾ ਸੜਕ ਦੇ ਕਰਕੇ ਉਹਨਾਂ ਨੇ ਤਸੱਲੀ ਨਾਲ ਨਹੀਂ ਬਣੀ ਬਣਾਉਂਦੇ ਰਹੇ, ਆਪਦੀ ਸੈਲਫੀਜ਼, ਰੀਲਸ ਇਹ ਕ੍ਰੀਏਟ ਕਰਦੇ ਰਹੇ। ਜਿਹੜਾ ਵਿਹਲੜਪੁਣਾ ਆ ਗਿਆ, ਬਾਹਰ ਜਾਣ ਨੂੰ ਹਰੇਕ ਦਾ ਜੀ ਕਰਦਾ, ਆਈਲੈਟਸ ਕਰ ਲਈਏ ਜੀ, ਬਾਹਰ ਜਾਣਾ। ਜੇ ਕਿਸੇ ਬੱਚੇ ਨਾਲ ਗੱਲ ਕਰੀਏ, ਬੱਚਾ ਤੂੰ ਬਾਹਰ ਜਾਣਾ ਤੇ ਪੁੱਤ ਇੱਥੇ ਕੰਮ ਸਿੱਖ ਕੇ ਜਾ ਵੜਾ ਕੁਛ, ਉਹ ਨਾ ਜੀ ਉੱਥੇ ਕਿਹੜੇ ਕੰਮ ਹੈ। ਉਹਨਾਂ ਨੂੰ ਤਾਂ ਐਂ ਲੱਗਦਾ ਜਿਵੇਂ ਡਾਲਰ ਜਿਹੜੇ ਆ ਉਹ ਜਿਵੇਂ ਘਾਹ ਕੱਟਣ ਵਾਲੀ ਮਸ਼ੀਨ ਕੱਟ ਕੇ ਤੇ ਅੱਗੋਂ ਭਰ ਦਿੰਦੀ ਹੈ, ਦਰਖਤ ਤੋਂ ਲਾਉਣ ਤੇ ਤਾਂ ਟਾਈਮ ਲੱਗਦਾ ਵੀ ਭਰਿਆ ਬੋਰਾ ਤੇ ਘਰੇ ਭੇਜ ਦਿਆ ਕਰਾਂਗੇ।
ਰਹਿੰਦ ਖੂੰਦ ਵੱਡੀਆਂ ਵੱਡੀਆਂ ਗੱਡੀਆਂ ਚੀਕਾਂ ਮਾਰ ਕੇ ਦਿਖਾਉਂਦੇ ਨੇ, ਨੱਤੀਆਂ ਪਾਈਆਂ ਹੁੰਦੀਆਂ, ਹੋਰ ਪਾਏ ਹੁੰਦੇ ਆ। ਇਹ ਜਿਹੜੀ ਸਥਿਤੀ ਆ ਇਹ ਪੈਦਾ ਹੋ ਗਈ। ਮਾਂ ਬਾਪ ਰਾਹ ਨਹੀਂ ਦੇ ਰਹੇ, ਬਾਹਰ ਜਾਂਦੇ ਨੇ, ਬਾਹਰ ਵੀ ਇਹਨਾਂ ਨੂੰ ਕੋਈ ਸੇਧ ਨਹੀਂ ਦਿੰਦਾ ਵੀ ਭਾਈ ਕਾਕਾ ਕੰਮ ਕਰ ਲਓ। ਤਾਂ ਬਾਅਦ 'ਚ ਪਤਾ ਲੱਗਦਾ ਨਾ, ਜਦੋਂ ਕੰਮ ਕਰਨਾ ਪੈਂਦਾ ਆਪਦੇ ਪੀਜ਼ਿਆਂ ਦੇ, ਬਰਗਰਾਂ ਦੇ। ਪਹਿਲੇ 6 ਮਹੀਨੇ ਤਾਂ ਉਹਨੂੰ ਐਂ ਲੱਗਦਾ ਪਤਾ ਨਹੀਂ ਕੀ ਹੈ। ਅਤੇ ਹੈਰਾਨੀ ਦੀ ਗੱਲ ਤਾਂ ਮੈਨੂੰ ਉਦੋਂ ਹੁੰਦੀ ਹੈ ਜਦੋਂ ਮਾਂ ਬਾਪ ਵੀ ਇੱਥੋਂ ਭੇਜਦੇ। ਮੈਂ ਟਿਕਟ ਕਰਾ ਰਿਹਾ ਸੀਗਾ, ਕੈਨੇਡਾ ਜਾਣਾ ਮੈਂ ਹੁਣ ਅਗਲੇ ਹਫ਼ਤੇ। ਉੱਥੇ ਮੈਂ ਵੇਖਿਆ ਕਹਿੰਦੇ ਜੀ ਡਾਇਰੈਕਟ ਫਲਾਈਟ। ਮੈਂ ਡਾਇਰੈਕਟ ਫਲਾਈਟ ਜੀ, ਅਗਲਾ ਉਹ ਕਹਿੰਦਾ ਜੀ 2 ਲੱਖ ਦੀ। ਮੈਂ ਕਿਹਾ ਇੰਡਾਇਰੈਕਟ ਲੈ ਲਓ, ਇਹਦੀ ਕਿੱਡੀ ਗੱਲ ਹੈ। ਮੈਂ ਕਿਹਾ ਤੁਹਾਡਾ 70-80 ਹਜ਼ਾਰ ਰੁਪਈਆ ਬਚਦਾ। ਮੈਂ ਕਿਹਾ 2 ਮਹੀਨਿਆਂ ਦਾ ਖਰਚਾ ਨਿਕਲਦਾ ਤੁਹਾਡਾ ਰੋਟੀ ਦਾ। ਉਹ ਨਹੀਂ ਜੀ, ਜਿੱਥੇ ਇੰਨੇ ਲਾਤੇ ਉੱਥੇ ਹੋਰ ਲਾ ਦਿਆਂਗੇ, ਬੱਚੇ ਨੂੰ ਤਕਲੀਫ ਨਾ ਆਵੇ। ਮੈਂ ਕਿਹਾ ਤਕਲੀਫ ਕੀ ਆਉਣੀ ਹੈ, ਇੱਧਰੋਂ ਉਤਰੇ ਇੱਧਰ ਚੜ੍ਹ ਗਏ। ਮੈਂ ਕਿਹਾ ਬਜ਼ੁਰਗ ਜਿਹੜੇ ਅਨਪੜ੍ਹ ਜਾਂਦੇ ਨੇ, ਇਕੱਲੇ ਜਾਂਦੇ ਨੇ, ਮੈਂ ਕਿਹਾ ਉਹ ਤੁਰੇ ਫਿਰਦੇ ਅਸਿਸਟੈਂਸ ਦਾ। ਮੈਂ ਕਿਹਾ ਗੱਲ 'ਚ ਪਟਾ ਪਾ ਦਿਓ, ਮੈਨੂੰ ਅੰਗਰੇਜ਼ੀ ਨਹੀਂ ਆਉਂਦੀ। ਇਹ ਕੀ ਸਥਿਤੀਆਂ ਕਿਉਂ ਪੈਦਾ ਹੋ ਰਹੀਆਂ, ਕਿਉਂ ਨਹੀਂ ਸੇਧ ਮਿਲ ਰਹੀ? ਪੈਸਾ ਵਾਧੂ ਆ ਗਿਆ ਮਾਂ ਬਾਪ ਕੋਲੇ, ਜਾਂ ਮਾਂ ਬਾਪ ਜਿਹੜੇ ਨੇ ਬੇਬਸ ਹੋ ਗਏ ਨੇ, ਜਾਂ ਮਾਂ ਬਾਪ ਟੋਕਦੇ ਨਹੀਂ। ਅਸੀਂ ਤਾਂ ਇਹ ਕਹਿੰਦੇ ਹੁੰਦੇ ਸੀ ਸਾਡੇ, ਤੁਹਾਡੇ ਵੇਲੇ ਵੀ ਸਾਡੇ ਵੇਲੇ ਵੀ ਪੁੱਤ ਤਾਂ ਪਿਓ ਜੰਮਦੇ ਹੀ ਇਸ ਕਰਕੇ ਵੀ ਛਿੱਤਰ ਫੇਰਾਂਗੇ ਜੀ। ਦੇਖੋ, ਬਹੁਤ ਡੂੰਘੀ ਗੱਲ ਤੁਸੀਂ ਸ਼ੁਰੂ ਕੀਤੀ ਜੇ, ਜਿਸ 'ਚ ਅਹਿਮ 2-3 ਚੀਜ਼ਾਂ ਜਿਨ੍ਹਾਂ ਦਾ ਜ਼ਿਕਰ ਕਰਨਾ ਬਣਦਾ ਉਹ ਇਹ ਹੈ ਜੀ ਕਿ ਸਾਡੀ ਐਜੂਕੇਸ਼ਨ ਦਰਅਸਲ ਕਿੱਧਰਲੇ ਪਾਸੇ ਨੂੰ ਜਾ ਰਹੀ ਹੈ। ਅਸੀਂ ਸਿਰਫ ਇਹੋ ਸਿਖਾ ਰਹੇ ਹਾਂ ਬੱਚਿਆਂ ਨੂੰ ਕਿ ਤੁਸੀਂ ਕਿਵੇਂ ਛੇਤੀ ਅਗਾਂਹ ਲੰਘਣਾ, ਕਿਵੇਂ ਕਮਾਈ ਜ਼ਿਆਦਾ ਕਰਨੀ ਹੈ ਜੀ। ਕਿਉਂਕਿ ਅਸੀਂ ਇੱਕ ਮਿੱਥ ਦਿੱਤਾ ਉਹਨਾਂ ਅੱਗੇ ਟੀਚਾ ਕਿ ਜੇ ਤੁਸੀਂ ਇੱਜ਼ਤ ਕਮਾਉਣੀ ਹੈ ਤਾਂ ਉਹ ਸਿਰਫ ਤੁਹਾਡੇ ਵੱਡੇ ਘਰ ਸਦਕਾ, ਤੁਹਾਡੇ ਕੋਲ ਵੱਡੀ ਕਾਰ ਸਦਕਾ, ਤੁਹਾਡਾ ਰੁਤਬਾ, ਪੈਸਾ, ਬਸ ਇਹੀ ਤੁਹਾਡੀ ਪਛਾਣ ਬਣ ਸਕਦੀ ਹੈ, ਵਰਨਾ ਹੋਰ ਕੁਝ ਵੀ ਨਹੀਂ। ਉਹਦੇ ਵਿੱਚ ਯਾਨੀ ਅਸੀਂ ਕਾਰ ਲੈਣੀ ਸਿਖਾਤੀ, ਸੰਸਕਾਰ ਗਾਇਬ ਹੋ ਗਏ ਨੇ। ਹੁਣ ਉਸ ਵਿੱਚ ਵੀ ਤੁਸੀਂ ਕਦੇ ਦੇਖੋ, ਉਹ ਸਮੇਂ ਸੀ ਜਦੋਂ ਸਕੂਲਾਂ ਦੇ ਵਿੱਚ ਇਹ ਸਿਖਾਇਆ ਜਾਂਦਾ ਸੀ ਕਿ ਕਿਵੇਂ ਅਦਬ ਨਾਲ ਹਰ ਕਿਸੇ ਨੂੰ ਬੁਲਾਉਣਾ, ਸਤਿ ਸ਼੍ਰੀ ਅਕਾਲ ਬੁਲਾਉਣੀ ਹੈ, ਵੱਡਿਆਂ ਦੇ ਪੈਰਾਂ ਨੂੰ ਹੱਥ ਲਾਉਣਾ। ਕੋਈ ਹੋਰ ਆਇਆ ਉਹਦੇ ਲਈ ਤੁਸੀਂ ਕਿਵੇਂ ਫਟਾਫਟ ਪਾਣੀ ਲਿਆਉਣਾ, ਉਹਨਾਂ ਨੂੰ ਬੈਠਣ ਲਈ ਕੁਰਸੀ ਦੇਣੀ ਹੈ। ਇਹ ਸਾਰੀਆਂ ਚੀਜ਼ਾਂ ਸ਼ਾਮਲ ਸਨ ਜੋ ਅੱਜ ਵੀ ਵਿਸ਼ਵ ਪੱਧਰੀ ਥਾਵਾਂ ਤੇ ਤੁਸੀਂ ਜਦੋਂ ਵੀ ਜਾਓ, ਉਹਨਾਂ ਦੇ ਬੱਚਿਆਂ ਨੂੰ ਪਤਾ ਹੈ ਵੀ ਜੇ ਅਸੀਂ ਵਾਸ਼ਰੂਮ ਗਏ ਹਾਂ ਤਾਂ ਅਗਲੇ ਲਈ ਉਹ ਥਾਂ ਸਾਫ਼ ਰੱਖਣੀ ਜੇ। ਇਹ ਕੂੜਾ ਹੈ ਤਾਂ ਇਹ ਕੂੜੇਦਾਨ ਵਿੱਚ ਹੀ ਸੁੱਟਣਾ। ਅਸੀਂ ਇਹਨਾਂ ਚੀਜ਼ਾਂ ਤੋਂ ਬੱਚਿਆਂ ਨੂੰ ਉੱਕਾ ਹੀ ਕੋਰਾ ਰੱਖ ਲਿਆ। ਉਹਨਾਂ ਨੂੰ ਛੋਟੀ ਉਮਰੇ ਹੀ ਇਹ ਦਿਸਦਾ ਹੈ ਕਿ ਅਸੀਂ ਜੀ ਸਕੂਲ ਵਿੱਚ ਫਲਾਣੀ ਗੱਡੀ 'ਚ ਜਾਵਾਂਗੇ ਤਾਂ ਸਾਡੀ ਟੌਰ ਬਣਦੀ ਜੇ। ਇਹ ਸਾਡੇ ਇਸ ਵੇਲੇ ਪ੍ਰਾਇਮਰੀ ਸਕੂਲ ਦੇ ਬੱਚੇ ਵੀ ਜਿਹੜੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਨੇ, ਉਹ ਉਸ ਤੋਂ ਹੀ ਉਹਨਾਂ ਨੂੰ ਪਤਾ ਹੈ ਕਿ ਸਾਡੀ ਟੌਰ ਸਿਰਫ ਤਾਂ ਜੇ ਅਸੀਂ ਵੱਡੀ ਕਾਰ 'ਚ ਜਾ ਕੇ ਤੇ ਬੜਾ ਆਕੜ ਕੇ ਆਪਣੇ ਦੋਸਤਾਂ ਨੂੰ ਦੱਸ ਸਕਾਂਗੇ ਇਹ ਵਾਲੀ ਜੇ ਮੇਰੀ ਕਾਰ। ਹੁਣ ਇਸ ਦੇ ਨਾਲ ਜਿਹੜੀ ਇਹ ਫੋਕੀ ਟੌਰ ਜਿਹਨੇ ਸਾਨੂੰ ਇਸ ਵੇਲੇ ਅਗਾਂਹ ਲਿਜਾਣਾ, ਉਹ ਇੱਕ ਤਰਫਾ ਨਹੀਂ ਜੇ ਕਿ ਸਿਰਫ ਸਕੂਲਾਂ 'ਚ ਸ਼ੁਰੂ ਹੁੰਦੀ ਜੇ। ਘਰਾਂ ਵਿੱਚ ਵੀ ਜੋ ਗੱਲਬਾਤ ਹੁੰਦੀ ਜੇ ਉਹ ਇਸੇ ਨਾਲ, ਤੂੰ ਬੱਚੇ ਬਿਲਕੁਲ ਪਰਵਾਹ ਨਾ ਕਰ, 2 ਠੋਕ ਕੇ ਆ, ਤੇਰੇ ਪਿਓ ਦੀ ਪਹੁੰਚ ਬੜੀ ਉੱਤੇ ਤੱਕ ਹੈ। ਜਾਂ ਇਹ ਕਹਿਣਾ, ਆਹ ਦੇਖੋ ਜੀ ਅਸੀਂ 3 ਜਣੇ ਅੱਜ ਮੋਟਰਸਾਈਕਲ ਤੇ ਲਾਲ ਬੱਤੀ ਲੰਘ ਗਏ ਜੀ, ਅਸੀਂ ਸਿਰ ਤੇ ਕੁਝ ਵੀ ਨਹੀਂ ਸੀ ਪਾਇਆ ਹੋਇਆ, ਹੈਲਮਟ ਪਾਏ ਬਗੈਰ। ਆਹ ਵੇਖੋ ਜੀ ਸਾਡੀ ਟੌਰ ਇਸ ਵਿੱਚ ਹੈ ਕਿ ਅਸੀਂ ਕਾਨੂੰਨ ਤੋੜਿਆ। ਹੁਣ ਇਹ ਸਾਰਾ ਵਰਤਾਰਾ ਜਿਸ ਵਿੱਚ ਅੱਗੇ ਤੁਹਾਨੂੰ ਚੇਤੇ ਹੋਏਗਾ ਬੜੀ ਆਮ, ਹੁਣ ਤੇ ਕੋਈ ਹਾਸੇ ਦੇ ਪ੍ਰੋਗਰਾਮ ਵਿੱਚ ਵੀ ਇਹ ਉਹ ਗੱਲ ਕਰਦਾ ਹੈ ਕਿ ਜੀ ਉਹ ਇੱਕ ਜਿਹੜੇ ਵਿਚਕਾਰਲੇ ਸਦੀ ਦੇ ਪੇਰੈਂਟਸ ਸੀਗੇ ਜੀ, ਉਹ ਇਹ ਗੱਲਾਂ ਕਰਦੇ ਸੀ, ਕਾਕਾ ਜਾਂ ਤਾਂ ਪੜ੍ਹ ਲੈ ਆਪਣੀ ਕਮਾਈ ਤੇ, ਨਹੀਂ ਫਿਰ ਛੋਲੇ ਭਟੂਰਿਆਂ ਦੀ ਰੇਹੜੀ ਲਾ ਲਈ। ਇਹ ਆਮ ਹਾਸੇ ਦੇ ਪ੍ਰੋਗਰਾਮਾਂ ਵਿੱਚ ਹੁੰਦਾ ਹੈ ਕਿ ਪੰਜਾਬੀਆਂ ਦੀ ਸੋਚ ਇੱਥੇ ਤੱਕ ਹੀ ਹੈ। ਪਰ ਉਹ ਸੋਚ ਦੇ ਪਿੱਛੇ ਕਿੱਡੀ ਡੂੰਘੀ ਗੱਲ ਸੀ ਉਹ ਸ਼ਾਇਦ ਅਸੀਂ ਭੁੱਲ ਰਹੇ ਹਾਂ ਕਿ ਉੱਥੋਂ ਇੱਕ ਵਰਕ ਕਲਚਰ ਸ਼ੁਰੂ ਹੁੰਦਾ ਸੀ, ਕਿਰਤ ਦਾ ਰਾਹ। ਸਾਨੂੰ ਤਾਂ ਤੁਸੀਂ ਭਟੂਰਿਆਂ ਵਾਲੀ ਰੇਹੜੀ ਪਟਿਆਲੇ ਵਾਲੀ ਗੱਲ ਕਰਤੀ, ਸਾਡੇ ਇੱਥੇ ਨਾ ਗਵਾਰਾ ਨਾ, ਜਿਹੜਾ ਗਵਾਰਾ ਇੱਕ ਫਸਲ ਹੈ, ਤੇ ਸਾਨੂੰ ਇਹ ਕਹਿੰਦੇ ਤੇ ਪੁੱਤ ਕਹਿੰਦਾ ਜਿਆਦਾ ਪੜ੍ਹਦਾ ਨਹੀਂ ਤਾਂ ਗਵਾਰਾ ਗਾਉਣ ਲਾ ਦੂੰ।
ਉਹ ਜਦੋਂ ਗੁਆਰੇ ਦੀ ਕੰਡ ਲੜਦੀ ਸੀ ਨਾ ਜੀ, ਫਿਰ ਚੀਕਾਂ ਨਿਕਲਦੀਆਂ। ਬਿਲਕੁਲ ਬਿਲਕੁਲ। ਉਹਨਾਂ ਗੱਲਾਂ ਵਿੱਚ ਅਸਲ 'ਚ ਕਲਚਰ ਛੁਪਿਆ ਸੀ ਜੀ, ਕਿ ਕਿਵੇਂ ਇਸ ਬੱਚੇ ਨੂੰ ਇਹ ਸਮਝ ਆਵੇ ਕਿ ਤੇਰਾ ਪਿਓ ਕਿੰਨੀ ਮਿਹਨਤ ਨਾਲ ਇਸ ਥਾਂ ਤੱਕ ਪਹੁੰਚਿਆ, ਤੇ ਕਾਕਾ ਇਹ ਸੋਚੀ ਨਾ ਕਿ ਇਹ ਪੈਸਾ ਅਜਾਈ ਗਵਾਉਣ ਵਾਲਾ ਜੇ ਜਾਂ ਤੇਰੇ ਉਡਾਉਣ ਲਈ ਰੱਖਿਆ ਜੇ। ਆਪਣੀ ਮਿਹਨਤ ਨਾਲ ਨਾ ਪਹੁੰਚ ਸਕਿਆ ਤੇ ਕਾਕਾ ਉਸੇ ਲੈਵਲ ਤੋਂ ਜ਼ੀਰੋ ਤੋਂ ਹੀ ਸ਼ੁਰੂ ਹੋਏਗਾ। ਇਹ ਇੱਕ ਜਜ਼ਬਾ ਸੀ ਪੰਜਾਬੀਆਂ ਦਾ, ਜਿਨ੍ਹਾਂ ਨੇ ਪੁਸ਼ਤ ਦਰ ਪੁਸ਼ਤ ਉਹਨਾਂ ਨੂੰ ਤਗੜੇ ਬਣਾਈ ਰੱਖਿਆ ਜੀ, ਜਿਨ੍ਹਾਂ ਨੂੰ ਪਤਾ ਸੀ ਕਿ ਅਸੀਂ ਜ਼ਮੀਨੀ ਪੱਧਰ ਤੋਂ ਖੜੇ ਹੋਏ ਹਾਂ ਤੇ ਜ਼ਮੀਨ ਨਾਲ ਜੁੜੇ ਰਹਿਣਾ ਜੀ। ਇਸ ਕਿਰਤ ਤੋਂ ਦੂਰ ਕਰਨਾ, ਜਿਹਦਾ ਮਤਲਬ ਹੈ ਬੱਚਿਆਂ ਨੂੰ ਇਹ ਦਿਖਾਉਣਾ, ਛੋਟਿਆਂ ਨੂੰ ਹੀ, ਲੈ ਪਈ ਨਵਾਂ ਮੋਟਰਸਾਈਕਲ ਸਭ ਤੋਂ ਮਹਿੰਗਾ, ਲੈ ਪਈ ਖੁੱਲੀ ਜੀਪ, ਲੈ ਪਈ ਜੀਪ ਤੇ ਨਾਲ ਬਿਠਾ ਕੁੱਤੇ, ਲੈ ਪਈ ਹੁਣ ਇੰਝ ਹੈ ਕਿ ਤੇਰੀਆਂ ਗਰਲਫ੍ਰੈਂਡਸ ਤੇਰੇ ਫਲਾਣੇ ਮੇਰੇ ਸ਼ਰੀਕ ਤੋਂ ਵੱਧ ਹੋਣੀਆਂ ਚਾਹੀਦੀਆਂ, ਤੇ ਜੇ ਆਪਦੀ ਧੀ ਭੈਣ। ਜੀ ਬਿਲਕੁਲ। ਸੋ ਉਹਦੇ ਵਿੱਚ ਆਪਣੀ ਧੀ ਭੈਣ ਤੇ ਉਹਨੂੰ ਗੋਲੀ ਮਾਰ ਕੇ ਉਡਾ ਦੇਣਾ। ਦੱਸੋ, ਪਰ ਪੁੱਤਰ ਤੋਂ ਅਸੀਂ ਇਹ ਐਕਸਪੈਕਟ ਕਰਨਾ ਕਿ ਦੋ ਤਿੰਨ ਹੁਣ ਤੇਰੀਆਂ ਸਹੇਲੀਆਂ, ਔਰ ਇਸੇ ਚ ਹੈ ਕਿ ਜੇ ਤੂੰ ਮੇਰੇ ਸ਼ਰੀਕ ਤੋਂ ਵੱਧ ਇਸ ਤਰੀਕੇ ਦੀਆਂ ਦੋਸਤ ਬਣਾ ਸਕੇ। ਹੁਣ ਇਹ ਕੌਣ ਦੇ ਰਿਹਾ ਜੇ ਸਿੱਖਿਆ? ਅਸੀਂ ਯਾਨੀ ਬੱਚਿਆਂ ਨੂੰ ਜੇ ਉਸ ਰਾਹ ਤੋਰ ਕੇ ਫਿਰ ਕਹਿੰਦੇ ਆ ਕਿ ਤੁਸੀਂ ਜੀ ਵਿਦੇਸ਼ਾਂ ਦੇ ਵਿੱਚ ਜਾ ਕੇ ਉਹ ਕੁਝ ਕਿਉਂ ਸ਼ੁਰੂ ਕੀਤਾ, ਤੇ ਉਹਦੇ ਵਿੱਚ ਜੋ ਅੰਕੜੇ ਦੱਸਦੇ ਨੇ ਉਹ ਦਿਲ ਕੰਬਾਊ ਨੇ ਜੀ। ਮੈਨੂੰ ਨਹੀਂ ਪਤਾ ਭਾਜੀ ਕਿ ਉਹ ਅੰਕੜੇ ਕਿੰਨੇ ਸਹੀ ਆ ਕਿੰਨੇ ਨਹੀਂ ਸਹੀ। ਕੈਨੇਡਾ ਵਿੱਚੋਂ ਹੀ ਜੋ ਉੱਥੇ ਦੇ 50 ਸਾਲਾਂ ਤੋਂ ਰਹਿ ਰਹੇ ਲੋਕ ਨੇ, ਜਦੋਂ ਉਹਨਾਂ ਦੀਆਂ ਵੀਡੀਓਜ਼ ਬਾਹਰ ਆਉਂਦੀਆਂ, ਜੋ ਉਹ ਕਹਿੰਦੇ ਨੇ, ਮੈਂ ਉਹੀ ਦੁਹਰਾ ਰਹੀ ਹਾਂ, ਮੈਂ ਕਿਸੇ ਤੇ ਉਂਗਲ ਨਹੀਂ ਚੁੱਕ ਰਹੀ, ਕਿ ਇੱਥੇ ਭਾਰੀ ਗਿਣਤੀ ਜਿਹੜੇ ਇਸ ਤਰੀਕੇ ਦੇ ਜਿਨ੍ਹਾਂ ਕੋਲ ਬਹੁਤ ਵਾਧੂ ਮਾਇਆ ਆ ਚੁੱਕੀ ਹੈ, ਜੋ ਕੰਮ ਕਾਰ ਨਹੀਂ ਕਰ ਰਹੇ, ਵੇਲੜਾ ਵਾਂਗ ਘੁੰਮਦੇ ਨੇ, ਉਹਨਾਂ ਚੋਂ ਬਹੁਤ ਗਿਣਤੀ ਨੇ ਪੰਜਾਬ ਦੇ ਪੁਲਿਸ ਆਫਿਸਰਸ ਦੇ ਬੱਚੇ। ਬਿਲਕੁਲ, ਇਹ ਸਾਰੇ ਕਹਿੰਦੇ ਜਿਹੜੇ ਬਾਹਰ ਜਾਂਦੇ ਆ, ਪੁਲਿਸ ਨਹੀਂ, IAS ਦੇ ਅਫਸਰ ਵੀ ਐਵੇਂ ਹੈ। ਬਿਲਕੁਲ, ਇਹੋ ਕਿਹਾ ਕਿ ਪੁਲਿਸ ਆਫਿਸਰਸ ਦੇ ਨੇ, ਇਹ IAS ਦੇ ਬੱਚੇ ਨੇ, ਯਾਨੀ IAS IPS ਦੇ ਜਿਹੜੇ ਪੰਜਾਬ ਪੁਲਿਸ ਵਿੱਚ ਵੀ ਨੇ, ਉਹ ਸਾਰਿਆਂ ਦੇ ਬੱਚੇ ਅਸੀਂ ਇੱਥੇ ਦੇਖੇ ਨੇ ਕਿ ਅੰਬਾਰ ਪੈਸੇ ਦਾ ਹੈ, ਵੱਡੀਆਂ ਵੱਡੀਆਂ ਕੋਠੀਆਂ ਕਾਰਾਂ ਉਹਨਾਂ ਕੋਲ ਨੇ, ਕੰਮਕਾਰ ਉਹ ਨਹੀਂ ਕਰ ਰਹੇ, ਪਰ ਉਹ ਜਿਹੜੇ ਵਿਚਾਰੇ ਗਰੀਬ ਘਰਾਂ ਤੋਂ ਬੱਚੇ ਆਉਂਦੇ ਨੇ, ਉਹਨਾਂ ਨੂੰ ਜਿਸ ਤਰੀਕੇ ਦੇ ਉਹਨਾਂ ਦਾ ਮਾਨਸਿਕ ਪੱਖੋਂ ਉਹਨਾਂ ਨੂੰ ਨੀਵਾਂ ਵਿਖਾਉਂਦੇ ਨੇ, ਉਹਨਾਂ ਨੂੰ ਢਹਿ ਢੇਰੀ ਕਰਦੇ ਨੇ, ਉਹ ਖੁਦਕੁਸ਼ੀਆਂ ਵੱਲ ਜਾਂਦੇ ਨੇ ਕਿ ਅਸੀਂ ਤਾਂ ਮਿਹਨਤ ਕਰ ਕਰ ਪਿਓ ਕਰਜ਼ਈ ਹੋਇਆ ਪਿਆ, ਕੁਛ ਪਿੱਛੇ ਭੇਜਣ ਨੂੰ ਨਹੀਂ, ਇੰਨੀ ਮਹਿੰਗਾਈ। ਤੇ ਦੂਜੇ ਪਾਸੇ ਇਸ ਤਰੀਕੇ ਦੀ ਜੋ ਨਸ਼ੇ ਵੱਲ ਨੂੰ ਜਾਣਾ, ਜਾਂ ਇਹ ਸਾਰਾ ਕਾਰੋਬਾਰ ਜਿੱਥੇ ਸ਼ੁਰੂ ਹੋਣਾ, ਜਾਂ ਗੈਂਗਸਟਰ ਕਲਚਰ ਆਉਣਾ, ਇਸ ਸਾਰੇ ਵਰਤਾਰੇ ਵਿੱਚ ਭਾਜੀ ਅਸੀਂ ਮੀਡੀਆ ਦਾ ਵੀ ਇੱਕ ਅਹਿਮ ਰੋਲ ਗਿਣਦੇ ਹਾਂ, ਜੋ ਬੱਚਿਆਂ ਨੂੰ ਇਹੋ ਜਿਹੇ ਰੋਲ ਮਾਡਲਸ ਦਿਖਾ ਕੇ ਵਾਰ-ਵਾਰ ਜੋ ਰੈਪੀਟੀਸ਼ਨਸ ਹੁੰਦੀਆਂ ਨੇ ਕੁਝ ਸਿਲੈਕਟਿਵ ਮੀਡੀਆ ਤੇ, ਉਹ ਆਮ ਬੱਚੇ ਜੋ ਪਿੰਡਾਂ ਵਿੱਚ ਭੋਲੇ ਭਾਲੇ ਨੇ ਭਰਮਾਏ ਜਾਂਦੇ ਨੇ ਕਿ ਇੰਨੀ ਟੌਰ ਹੁੰਦੀ ਜੇ ਬਾਹਰ ਜਾ ਕੇ, ਤਾਂ ਫਿਰ ਸਭ ਕੁਝ ਤਿਆਗੋ ਅਸੀਂ ਬਾਹਰ ਦੌੜਦੇ ਹਾਂ ਜੀ। ਸੋ ਜੇ ਮੀਡੀਆ ਜੋ ਇਹ ਸਿਲੈਕਟਿਵ ਮੀਡੀਆ ਦੀ ਮੈਂ ਗੱਲ ਕਰ ਰਹੀ ਹਾਂ, ਮੈਂ ਸਾਰੇ ਸਮੁੱਚੇ ਮੀਡੀਆ ਤੇ ਬਿਲਕੁਲ ਉਂਗਲ ਨਹੀਂ ਚੁੱਕ ਰਹੀ, ਬਹੁਤ ਜ਼ਿਆਦਾ ਇਸ ਵੇਲੇ ਪੋਜ਼ਿਟਿਵ ਭੂਮਿਕਾ ਵੀ ਮੀਡੀਆ ਵਿੱਚ ਹੈ, ਪਰ ਜੋ ਹੁਣ ਵਰਤਾਰਾ ਸਾਡੇ ਸਾਹਮਣੇ ਹੈ ਕਿ ਕੁਝ ਸਿਲੈਕਟਿਵ ਕਿਸ ਤਰੀਕੇ ਇੱਕੋ ਹੀ ਚੀਜ਼ ਦੀ ਰੈਪੀਟੀਸ਼ਨ ਨਾਲ ਜਿਵੇਂ ਉਹਨਾਂ ਨੂੰ ਇਹੋ ਜਿਹਾ ਨੂੰ ਉਭਾਰਦੇ ਨੇ, ਉਹਦੇ ਨਾਲ ਬਹੁਤ ਜ਼ਿਆਦਾ ਸਾਡੇ ਬੱਚੇ ਜੋ ਕਿ ਅੱਗੇ ਸ਼ਾਇਦ 3 ਜਾਂ 4 ਵੀ ਹੁੰਦੇ ਸਨ, ਤਾਂ ਉਹਨਾਂ ਨੂੰ ਆਪੋ ਵਿੱਚ ਵੀ ਥੋੜਾ ਜਿਹਾ ਹੋ ਜਾਂਦਾ ਸੀ ਕਿ ਭਾਈ ਉਹਨੇ ਮਿਹਨਤ ਕਰਨੀ, ਮੈਂ ਵੀ ਕਰਨੀ। ਹੁਣ ਇੱਕੋ ਇੱਕ ਮੁੰਡਾ ਰੱਖਣਾ, ਉਹਨੂੰ ਵੀ ਇਹ ਪਤਾ ਹੈ ਕਿ ਸਾਰੀ ਜਾਇਦਾਦ ਪਿਓ ਦੀ ਮੇਰੇ ਹੀ ਨਾ ਆਣੀ ਹੈ, ਤੇ ਜਿਸ ਤਰੀਕੇ ਦਾ ਉਹ ਮਾਨਸਿਕ ਪ੍ਰੈਸ਼ਰ ਜੋ ਉਹਨਾਂ ਤੇ ਆਪਣੇ ਪਿਓ ਤੇ, ਭਈ ਮੈਂ ਛੱਡ ਕੇ ਚੱਲਿਆ ਫਿਰ ਸਾਂਭ ਲਿਓ ਜੋ ਕਰਨਾ, ਯਾਨੀ ਉਹ ਇੱਕ ਤਰੀਕੇ ਧਮਕਾਉਣਾ, ਮਾਂ ਪਿਓ ਨੂੰ ਬਲੈਕਮੇਲ ਕਰਨਾ,
ਉਹ ਇੰਨਾ ਜ਼ਿਆਦਾ ਹੱਦ ਤੱਕ ਪਹੁੰਚ ਚੁੱਕਿਆ ਕਿ ਬਤੌਰ ਡਾਕਟਰ ਦੱਸ ਰਹੀ ਹਾਂ, ਸਾਡੇ ਕੋਲ ਆ ਕੇ ਕਈ ਮਾਪੇ ਦੁਹੱਥੜ ਮਾਰ ਕੇ ਰੋਂਦੇ ਨੇ ਵੀ ਬੱਚੇ ਦਾ ਤਾਂ ਜੋ ਹੋਣਾ ਸੋ ਹੋਣਾ, ਸਾਡਾ ਖੁਦਕੁਸ਼ੀ ਵਾਲਾ ਹਾਲ ਕਰ ਛੱਡਿਆ। ਇੰਨਾ ਜ਼ਿੱਦੀ, ਇੰਨਾ ਅੜਬ, ਤੇ ਜਿਸ ਤਰੀਕੇ ਦੇ ਦੋਸਤਾਂ ਦੇ ਨਾਲ ਜਾ ਕੇ ਇੱਥੋਂ ਤੱਕ ਧਮਕਾਉਣਾ ਕਿ ਮੈਂ ਫਿਰ ਨਸ਼ੇ ਹੀ ਸ਼ੁਰੂ ਕਰ ਲੈਣਾ, ਜੇ ਨਹੀਂ ਪੈਸੇ ਦਿੰਦੇ ਮੈਨੂੰ ਜਾਂ ਬਾਹਰ ਭੇਜੋ। ਤੇ ਇਸ ਤਰੀਕੇ ਦੀ ਜੋ ਸੋਚ ਹੌਲੀ ਹੌਲੀ ਜਿਸ 'ਚ ਵਿਗਾੜ ਪੈਣਾ ਸ਼ੁਰੂ ਹੋਇਆ, ਬਹੁਤ ਖਤਰਨਾਕ ਰੁਝਾਨ ਜੇ ਉਹਦੇ ਵਿੱਚ। ਹੁਣ ਜਿਸ ਤਰੀਕੇ ਤੁਸੀਂ ਵਿਹਲੜਾਂ ਦਾ ਗੱਲ ਕੀਤੀ ਕਿ ਵਿਹਲੜਾਂ ਦੇ ਵੱਗ ਜਿਨ੍ਹਾਂ ਕੋਲ ਐਜੂਕੇਸ਼ਨ ਜਿਹੜੀ ਹੈ ਉਹ ਜਿਸ ਵੀ ਤਰੀਕੇ ਦੀ ਹੈ, ਉਹਨੇ ਉਹਨਾਂ ਨੂੰ ਬਸ ਇੱਕ ਕਿ ਦਸਤਖਤ ਕਰ ਲਵਾਂਗੇ, ਉਹਨੇ ਗਿਆਨ ਵਿੱਚ ਵਾਧਾ ਨਹੀਂ ਜੇ ਕੀਤਾ ਜੀ। ਉਹ ਸਿਰਫ ਇੱਕ ਪੌੜੀ ਮੰਨ ਕੇ ਤੁਰੇ ਨੇ ਕਿ ਜੀ ਬਾਹਰ ਜਾਣਾ, ਆਈਲੈਟਸ ਕਰਨੀ ਕੰਪਲਸਰੀ, ਇੰਨਾ ਕੁ ਕਰ ਲਈਏ। ਉਹਦੇ ਨਾਲ ਜੇ ਉਹਨਾਂ ਦੀ ਸੋਚਣ ਸਮਝਣ ਦੀ ਸ਼ਕਤੀ ਵਿੱਚ ਨਿਖਾਰ ਆਇਆ ਹੋਏ, ਇਹ ਨਦਾਰਦ ਜੇ। ਮੈਂ ਇਸ ਕਰਕੇ ਦਾਅਵੇ ਨਾਲ ਇਹ ਚੀਜ਼ ਕਹਿ ਰਹੀ ਹਾਂ ਕਿ ਤੁਸੀਂ ਜ਼ਰਾ ਸੋਸ਼ਲ ਮੀਡੀਆ ਤੇ ਜੇ ਧਿਆਨ ਮਾਰੋਗੇ, ਨੌਜਵਾਨ ਬੱਚੇ ਜਿਨ੍ਹਾਂ ਵਿੱਚੋਂ ਬਹੁਤ ਗਿਣਤੀ ਇਸ ਵੇਲੇ ਆਪਣੇ ਆਪ ਨੂੰ, ਕਿਉਂਕਿ ਅਸਲ ਗਿਣਤੀ ਜੋ ਸਾਡੀ ਬੇਟੀਆਂ ਦੀ ਪੰਜਾਬ ਵਿੱਚ ਵੀ ਹੈ ਉਸ ਤੋਂ 3 ਗੁਣਾ ਵੱਧ ਫੇਸਬੁੱਕ ਤੇ ਨੇ, ਯਾਨੀ ਦਿਸ ਰਿਹਾ ਹੈ ਕਿ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਨਾਮ ਤੇ ਵੀ ਬਣਾ ਕੇ ਤੇ ਫਿਰ ਜਿਸ ਤਰੀਕੇ ਦੀ ਭੱਦੀ ਸ਼ਬਦਾਵਲੀ ਵਰਤਦੇ ਨੇ ਜੀ, ਸ਼ਰਮ ਆਉਂਦੀ ਜੇ ਕਿ ਇਹ ਸਾਡੇ ਪੰਜਾਬ ਦੇ ਬੱਚੇ ਨੇ ਜਿਨ੍ਹਾਂ ਦੇ ਨਾ ਤਾਂ ਉਹਨਾਂ ਨੂੰ ਸਮਝ ਆਉਂਦੀ ਜੇ ਕਿ ਜ਼ਬਾਨ ਜੇ ਖੁੱਲਣੀ ਚਾਹੀਦੀ ਹੈ ਤੇ ਕੁਝ ਸੋਚ ਸਮਝ ਕੇ ਅੱਖਰ ਕੱਢਣਾ ਚਾਹੀਦਾ ਹੈ, ਕਿਉਂਕਿ ਇਹ ਤਲਵਾਰ ਦੀ ਸੱਟ ਨਾਲੋਂ ਜ਼ਿਆਦਾ ਡੂੰਘਾ ਵਾਰ ਕਰਦੀ ਜੇ। ਪਰ ਜਿਸ ਬੇਹੂਦਗੀ ਨਾਲ ਇਹ ਇਸ ਤਰੀਕੇ ਇਹ ਜੋ ਅਸੀਂ ਸੋਸ਼ਲ ਮੀਡੀਆ ਤੇ ਖਾਸ ਤੌਰ ਤੇ ਕਈ ਵਾਰ ਲਾਈਵ ਹੋ ਕੇ ਵੀ ਜੋ ਗੰਦਗੀ ਪਰੋਸੀ ਜਾਂਦੀ ਜੇ, ਉਹਨੇ ਬਹੁਤ ਬੁਰਾ ਅਸਰ ਛੱਡਿਆ ਨੌਜਵਾਨ ਪੀੜ੍ਹੀ ਉੱਤੇ, ਜਿਹੜੇ ਇੰਨੇ ਕੁ ਗੁੱਸੇ ਤੇ ਸਟ੍ਰੈਸ 'ਚ ਭਰੇ ਪਏ ਨੇ ਕਿ ਰੋਡ ਰੇਸ ਦੇ ਵਿੱਚ ਕਤਲ ਕਰ ਦੇਣਾ ਜਾਂ ਫਿਰ ਨਸ਼ੇ ਅਧੀਨ ਪੂਰੀ ਸਪੀਡ ਤੇ ਕਾਰ ਚਲਾਉਣੀ ਤੇ ਫਿਰ ਮਰ ਜਾਣਾ। ਅਸੀਂ ਸਾਡੇ ਸਾਹਮਣੇ ਜੇ ਐਕਸੀਡੈਂਟਾਂ ਦਾ ਭੰਡਾਰ ਜਿਸ ਵਿੱਚ ਨੌਜਵਾਨਾਂ ਦੀ ਮੌਤ ਸਭ ਤੋਂ ਵੱਧ ਹੋ ਰਹੀ ਜੇ। ਹੁਣ ਇਹ ਸਾਰੇ ਵਰਤਾਰੇ ਵਿੱਚ ਨਸ਼ਾ ਵੀ ਇੱਕ ਅਹਿਮ ਭੂਮਿਕਾ ਨਿਭਾ ਰਿਹਾ। ਨਸ਼ਾ ਦਰਅਸਲ ਜਿਸ ਤਰੀਕੇ ਸਾਡੇ ਤੋਂ ਕੋਲ ਖਬਰਾਂ ਪਹੁੰਚਦੀਆਂ, UN ਨੇ ਕਿਹਾ ਕਿ ਜਦੋਂ ਕੋਈ ਚੀਜ਼ਾਂ ਭਾਰਤ ਵਿੱਚ ਜਿਸ ਤਰੀਕੇ ਦੇ ਜਿਹੜੇ ਲੁਕਾ ਕੇ ਅੰਡਰ ਦੀ ਟੇਬਲ ਜੋ ਅੰਕੜੇ ਦੱਸਦੇ ਨੇ, ਇਹ ਮੇਰੇ ਲਫ਼ਜ਼ ਨਹੀਂ ਹਨ, ਤੁਸੀਂ ਨੈਟ ਤੇ ਖੋਲ ਕੇ ਪੜ੍ਹ ਸਕਦੇ ਹੋ ਵੀ ਜੋ ਜੁਰਮ ਤੇ ਨਸ਼ੇ ਦੇ ਅੰਕੜੇ ਨਸ਼ਰ ਕੀਤੇ ਜਾਂਦੇ ਨੇ, ਜੇ ਅਸਲ ਗਿਣਤੀ ਵੇਖਣੀ ਹੋਏ ਤਾਂ ਜ਼ਰਬ 60 ਨਾਲ ਕਰੋ। UN ਵੱਲੋਂ ਕਿਹਾ ਸ਼ਬਦ ਜੇ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਜੇ ਅੱਜ ਤੁਸੀਂ ਕਲੇਮ ਕਰਦੇ ਆ ਕਿ ਇੱਥੇ 10 ਲੱਖ ਹਾਰਡ ਡਰੱਗ ਅਡਿਕਟਸ ਨੇ ਜੀ, ਤਾਂ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਗੱਲ ਕਿੱਥੇ ਪਹੁੰਚੇਗੀ। ਜਿਹੜੇ ਤਾਂ ਅੰਡਰ ਟ੍ਰੀਟਮੈਂਟ ਨੇ ਉਹ ਸਾਡੇ ਕੋਲ ਰਿਕਾਰਡ ਹੋ ਗਏ, ਤੇ ਜਿਹੜੇ ਨਿੱਕੇ ਮੋਟੇ ਨਸ਼ਿਆਂ ਤੋਂ ਸ਼ੁਰੂ ਅੱਜ ਹੋ ਚੁੱਕੇ ਨੇ, ਜਦੋਂ ਉਹ 4 ਜਾਂ 5 ਸਾਲ ਬਾਅਦ ਉਸੇ ਥਾਂ ਪਹੁੰਚਣਗੇ ਤਾਂ ਇਹ ਗਿਣਤੀ ਤਾਂ ਵਾਕਈ ਇਸ ਪੱਧਰ ਤੇ ਹੌਲੀ ਹੌਲੀ ਪਹੁੰਚੇਗੀ। ਸੋ ਇਹਦਾ ਮਤਲਬ ਹੈ ਕਿ ਇਸ ਪੱਖੋਂ ਵੀ ਜੋ ਬੱਚੇ ਹੀ ਭਾਵੇਂ ਬਲੈਕਮੇਲ ਕਰਕੇ ਖੁੱਲ ਮੰਗਦੇ ਨੇ ਕਿ ਤੁਸੀਂ ਜੀ ਪੁਰਾਣੇ ਜ਼ਮਾਨੇ ਦੇ ਹੋ ਗਏ, ਅਸੀਂ ਨਵੇਂ ਦੇ ਆ, ਸਾਡੇ ਲਈ ਰਾਤ ਨੂੰ ਬਾਹਰ ਜਾਣਾ ਜ਼ਰੂਰੀ ਹੈ, ਅਸੀਂ ਪਿਛਾਂ ਖਿੱਚੂ ਨਹੀਂ ਆ, ਅਸੀਂ ਮਾਡਰਨ ਜ਼ਮਾਨੇ ਦੇ ਲੋਕ ਆ, ਅਸੀਂ ਤਾਂ ਇਹ ਨਸ਼ਾ ਕਰਨਾ ਹੀ ਜੇ, ਅੱਜ ਸਾਡੀ ਡਰਿੰਕਸ ਪਾਰਟੀ ਹੈ, ਅਸੀਂ ਇਹ ਕਰਨੀ ਹੋਈ ਹੈ, ਅੱਜ ਇਹ ਬੇਟੀਆਂ ਨੇ, ਇਹ ਨਾਲ ਇਹਨਾਂ ਨੇ ਜਾਣਾ ਹੀ ਜਾਣਾ, ਸਾਡੇ ਤੇ ਰੋਕ ਕਿਉਂ, ਅਸੀਂ ਆਜ਼ਾਦ ਆ, ਅਸੀਂ ਬਰਾਬਰ ਦੀਆਂ, ਅਸੀਂ ਨਿਕਲਾਂਗੀਆਂ। ਤਾਂ ਮੇਰਾ ਖਿਆਲ, ਮੈਂ ਹੋਟਲ ਦਾ ਨਾਮ ਨਹੀਂ ਲੈਂਦੀ, ਜੋ ਪਟਿਆਲੇ ਵਿੱਚ ਹੀ ਵਾਪਰਿਆ ਸੀ, ਜਿਸ ਦੀਆਂ ਖਬਰਾਂ ਵੀ ਨਸ਼ਰ ਹੋਈਆਂ ਸੀ, ਤੇ ਅੱਧ ਬਸਤਰਾਂ ਦੇ ਵਿੱਚ ਜਿਵੇਂ ਨਸ਼ੇ ਵਿੱਚ ਟੱਲੀ ਹੋਈਆਂ ਸਾਡੀਆਂ ਬੇਟੀਆਂ ਆ ਕੇ ਸੜਕਾਂ ਤੇ ਡਿੱਗ ਰਹੀਆਂ ਸਨ, ਉਲਟੀਆਂ ਕਰ ਰਹੀਆਂ ਸਨ, ਜਿਸ ਤਰੀਕੇ ਰੱਜੇ ਪੁੱਜੇ ਘਰਾਂ ਦੇ ਕਾਕੇ ਉੱਥੇ ਮੁੱਦੇ ਪਏ ਸਨ, ਦਿਖ ਰਿਹਾ ਸੀ ਕਿ ਕੀ ਸਾਡੇ ਆਉਣ ਵਾਲੀ ਪੀੜ੍ਹੀ ਦਾ ਹਾਲ ਹੈ। ਬਿਲਕੁਲ ਇਹ ਸਾਰਾ ਕੁਛ ਦਾ ਵਰਤਾਰਾ ਅੱਗੋਂ ਆਉਣ ਵਾਲਾ ਸਮਾਂ ਕਿੰਜ ਦਾ ਹੋਏਗਾ ਉਸ ਦੇ ਬਾਰੇ ਸਾਨੂੰ ਅਗਾਊਂ ਚੇਤੰਨ ਕਰ ਰਿਹਾ।
ਜੇ ਅੱਜ ਵੀ ਅਸੀਂ ਇਸੇ ਹੀ ਦੌੜ ਵਿੱਚ ਡਟੇ ਰਹੇ ਕਿ ਬਸ ਬੱਚੇ ਸਿਰਫ ਇੱਕ ਠੱਪਾ ਲਵਾਣਾ, ਜੇ 10ਵੀਂ ਪਾਸ ਦਾ ਆਈਲੈਟਸ ਕਰਾਣੀ ਹੈ ਤੇ ਬਾਹਰ ਤੋਰ ਦੇਣਾ, ਤਾਂ ਜਿਵੇਂ ਹੁਣ 700 ਬੱਚਿਆਂ ਤੇ ਇਸ ਵੇਲੇ ਵਾਪਸ ਭੇਜਣ ਦਾ ਜ਼ੋਰ ਪਾਇਆ ਜਾ ਰਿਹਾ, ਜੇ ਇਸੇ ਤਰ੍ਹਾਂ ਹੋਰ ਮੁਲਕਾਂ ਵਿੱਚ ਜੋ ਇਸ ਤਰੀਕੇ ਦੀ ਹੁੱਲੜਬਾਜ਼ੀ ਹੋ ਰਹੀ ਹੈ, ਜੇ ਉਹਨਾਂ ਨੇ ਰੋਕ ਲਾ ਦਿੱਤੀ, ਤੁਸੀਂ ਸਮਝ ਸਕਦੇ ਹੋ ਕਿ ਕੀ ਬਣੇਗਾ। ਮੈਂ ਕਹਿੰਦੀ ਬੁਰਾ ਹਾਲ। ਸਾਡੇ ਬੱਚਿਆਂ ਨੂੰ ਕਿਰਤ ਕਰਨੀ ਆਉਂਦੀ ਨਹੀਂ, ਅਸੀਂ ਕਦੇ ਸਕੂਲ ਵਿੱਚ ਉਹ ਚੀਜ਼ ਨਹੀਂ ਸਿਖਾਈ ਜੋ ਵਿਦੇਸ਼ਾਂ ਦੇ ਸਕੂਲਾਂ ਵਿੱਚ ਉਹਨਾਂ ਨੂੰ ਆਪਣੇ ਡੈਸਕ ਸਾਫ਼ ਕਰਨੇ। ਉਹਨਾਂ ਦਾ ਕਿਸ ਪਾਸੇ ਵੱਲ ਰੁਝਾਨ ਹੈ? ਭੈਣ ਜੀ, ਮੈਂ ਇੱਕ ਗੱਲ ਕਰਦਾ, ਵਿਦੇਸ਼ਾਂ ਦੀ ਗੱਲ ਛੱਡੋ, ਆਪਣੇ ਇੰਡੀਆ ਦੀ ਗੱਲ ਲੈ ਲਓ। ਤੁਸੀਂ ਵੀ ਪੜ੍ਹੇ ਹੋ, ਮੈਂ ਵੀ ਪੜ੍ਹਿਆ। ਪਹਿਲਾਂ ਕੀ ਕਹਿੰਦੇ ਹੁੰਦੇ ਸੀ? ਸੋਸ਼ਲ ਪ੍ਰੋਡਕਟਿਵ ਵਰਕ। ਸਕੂਲ ਦਾ ਚਾਰ ਚੁਫੇਰਾ, ਸਕੂਲ ਦਾ ਦਾਇਰਾ ਸਾਫ਼ ਰੱਖਣਾ, ਬੱਚਿਆਂ ਨੇ ਫੁੱਲ ਕੱਟਣੇ ਨੇ, ਕਲਾਸਰੂਮ ਸਾਫ਼ ਕਰਨੇ ਨੇ। ਅਸੀਂ ਹੋਸਟਲ 'ਚ ਪੜ੍ਹੇ ਹਾਂ, ਸਾਨੂੰ ਸਿਖਾਇਆ ਗਿਆ ਸੀਗਾ। ਹੁਣ ਉਹੋ ਜਿਹੇ ਤਾਂ ਅਨਪੜ੍ਹ ਪੱਤਰਕਾਰ, ਉਹੋ ਜਿਹੀ ਗਾਂ ਸੋ ਕਾਲਡ ਤੁਹਾਡੇ ਚਾਈਲਡ ਆਪਣੇ ਕੀ ਕਹਿੰਦੇ ਆ ਵਾਟ ਦੇ ਕਾਲ ਕਮਿਸ਼ਨ। ਜੇ ਕੋਈ ਅਧਿਆਪਕ ਕਿਸੇ ਬੱਚੇ ਨੂੰ ਕੋਈ ਕੰਮ ਸਿਖਾ ਰਿਹਾ ਹੈ, ਅਮਰੀਕਾ ਕੈਨੇਡਾ ਜਾਓ, 14 ਸਾਲ ਦੇ ਬੱਚੇ ਨੂੰ ਕੰਮ ਸਿਖਾਉਣ ਦੇ ਲਈ ਅਲਾਊਡ ਹੈ। ਇੱਥੇ ਜੇ ਬੱਚੇ ਨੂੰ ਤੁਸੀਂ ਪ੍ਰੋਡਕਟਿਵ ਕੰਮ ਸਿਖਾ ਰਹੇ ਹੋ, ਸੋਸ਼ਲ ਯੂਜ਼ਫੁਲ ਪ੍ਰੋਡਕਟਿਵ ਵਰਕ ਕਿਹਾ ਜਾਂਦਾ ਹੈ, ਤੁਸੀਂ ਖਬਰਾਂ ਲਾ ਰਹੇ ਹੋ, ਅਧਿਆਪਕਾਂ ਦੇ ਤੁਸੀਂ ਜਵਾਬ ਤਲਬੀ ਕਰ ਰਹੇ ਹੋ। ਇਹ ਕਿਆ ਹੋ ਰਿਹਾ? ਪੱਤਰਕਾਰ ਜਾਂਦਾ ਜੀ ਬੱਚਿਆਂ ਤੋਂ ਜੀ ਸੁੱਕੇ ਪੱਤੇ ਚੁਕਾਏ ਜਾ ਰਹੇ ਆ। ਉਹ ਭਰਾਵਾ ਆਪਦਾ ਪ੍ਰਾਂਗਣ ਸਾਫ਼ ਕਰ ਰਹੇ ਨੇ, ਉਹ ਪ੍ਰਮਾਈਸਿਸ ਸਾਫ਼ ਕਰ ਰਹੇ ਨੇ ਸਕੂਲ ਦਾ, ਉਹ ਫੁੱਲਾਂ ਨੂੰ ਪਾਣੀ ਲਾ ਰਹੇ ਨੇ, ਉਹ ਬੂਟਿਆਂ ਨੂੰ ਪਾਣੀ ਲਾ ਰਹੇ ਨੇ, ਆਪਦਾ ਕਲਾਸਰੂਮ ਸਾਫ਼ ਕਰ ਰਹੇ ਨੇ। ਕੀ ਹੋ ਰਿਹਾ ਹੈ? ਬਿਲਕੁਲ ਭਾਜੀ, ਇਹ ਕਰਿਕੂਲਮ ਦਾ ਹਿੱਸਾ ਹੋਣਾ ਚਾਹੀਦਾ ਕਿ ਕਾਕਾ ਜੇ ਸਕੂਲ ਵਿੱਚੋਂ ਸਿੱਖ ਕੇ ਜਾਏਗਾ ਤੇ ਘਰ ਵਿੱਚ ਇਹੀ ਸਫਾਈ ਕਰੇਗਾ। ਬਲਕਿ ਤੈਨੂੰ ਅਸੀਂ ਸਗੋਂ ਇਹ ਤਾਂ ਸਿਖਾ ਰਹੇ ਹਾਂ ਕਿ ਕਾਕਾ ਜੀ ਤੁਹਾਡੇ ਹੱਕ ਕੀ ਨੇ, ਪਰ ਫਰਜ਼ ਵੀ ਕੋਈ ਚੀਜ਼ ਹੁੰਦੀ ਜੇ ਕਿ ਅਸੀਂ ਸਿਰਫ ਲੈਣਾ ਹੀ ਲੈਣਾ ਉਸ ਮੁਲਕ ਤੋਂ, ਜਿਸ ਮੁਲਕ ਵਿੱਚ ਪੜ੍ਹ ਰਹੇ ਹਾਂ, ਕਿ ਉੱਥੇ ਵਾਪਸ ਦੇਣ ਦਾ ਸਾਡਾ ਕੋਈ ਫਰਜ਼ ਨਹੀਂ ਹੈ। ਆਪਣੇ ਸਕੂਲ ਦੇ ਵਿੱਚ ਬੈਠ ਕੇ ਆਪਣੀ ਥਾਂ ਸਾਫ਼ ਕਰਨੀ ਕਿਵੇਂ ਭਾਰੀ ਗੁਨਾਹ ਹੋ ਜਾਂਦਾ, ਕਿਵੇਂ ਬਾਲ ਮਜ਼ਦੂਰੀ ਹੋ ਜਾਂਦੀ ਹੈ। ਉਹਦੇ ਵਿੱਚ ਕਿਵੇਂ ਸਿਖਾਵਾਂਗੇ ਬੱਚੇ ਨੂੰ ਕਿ ਭਾਈ ਤੁਸੀਂ ਦੂਸਰੇ ਲਈ ਵੀ ਸਗੋਂ ਉਸ ਥਾਂ ਤੇ ਉਹਦੇ ਪ੍ਰਤੀ ਸੁਹਿਰਦ ਹੋਵੋ। ਦੋਸਤੀਆਂ ਦਾ ਮਤਲਬ ਜੋ ਸਕੂਲਾਂ ਵਿੱਚ ਨਿਭਦੀਆਂ ਨੇ, ਉਹ ਸਾਰੀ ਉਮਰ ਦੀ ਜਿਸ ਤਰੀਕੇ ਦੀ ਸੋਚ ਬਣਨੀ ਜੇ, ਕਿਰਦਾਰ ਕਿੰਜ ਦਾ ਬਣਨਾ ਜੇ, ਉਹਦੇ ਉੱਤੇ ਅਸਰ ਪਾਉਂਦਾ ਜੇ। ਸੋ ਜੇ ਹੱਥੀਂ ਕਿਰਤ ਕਰਨ ਦੀ ਆਦਤ ਸਕੂਲ ਵਿੱਚੋਂ ਸ਼ੁਰੂ ਹੋ ਜਾਵੇ, ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ 50% ਤਾਂ ਇਹ ਜੋ ਅਸੀਂ ਅੱਜ ਦਾ ਵਰਤਾਰਾ ਦੇਖ ਰਹੇ ਹਾਂ, ਇਸ 'ਚ ਤਬਦੀਲੀ ਹੋ ਜਾਏਗੀ। ਸੋ ਲਾਜ਼ਮੀ ਹੋਣਾ ਚਾਹੀਦਾ ਹਰ ਸਕੂਲ ਵਿੱਚ ਕਿ ਆਓ ਪਹਿਲਾਂ ਆ ਕੇ ਆਪਣੀ ਕਲਾਸ, ਆਪਣੀ ਬੈਠਣ ਦੀ ਥਾਂ ਸਭ ਕੁਝ ਸਾਫ਼ ਕਰੋ, ਬਲੈਕ ਬੋਰਡ ਸਾਫ਼ ਕਰੋ, ਚੌਕ ਸਾਰੇ ਥਾਂ ਸਿਰ ਰੱਖੋ, ਉਹ ਸਾਰੀਆਂ ਚੀਜ਼ਾਂ, ਕਿਤਾਬਾਂ ਖੋਲੋ ਤੇ ਫਿਰ ਥਾਂ ਸਿਰ ਬੰਦ ਕਰਕੇ ਰੱਖੋ। ਜੇ ਤੁਸੀਂ ਖਾਣ ਲਈ ਬੈਠੇ ਹੋ ਤਾਂ ਤੁਹਾਡਾ ਫਰਜ਼ ਹੈ ਆਪਣੀ ਸਾਰੀ ਚੀਜ਼ਾਂ ਚੁੱਕੋ। ਭੈਣ ਜੀ ਬਿਲਕੁਲ ਬਿਲਕੁਲ 5 ਮਿੰਟ ਦਾ ਸਮਾਂ ਹੈ। 5 ਮਿੰਟ ਦੇ ਸਮੇਂ ਦੇ ਵਿੱਚ ਕੁਝ ਪੇਰੈਂਟਸ ਦੇ ਲਈ ਐਡਵਾਈਸ ਕਿ ਬੱਚਿਆਂ ਨੂੰ ਕਲੀਅਰ ਕੱਟ ਬਾਉਂਡਰੀਜ਼ ਜਿਹੜੀਆਂ ਨੇ ਉਹ ਆਪਾਂ ਨੂੰ ਰੱਖਣੀਆਂ ਪੈਣੀਆਂ ਜਦੋਂ ਟੀਨਸ ਦੇ ਨਾਲ ਡੀਲ ਕਰਦੇ ਆ। ਬਚਪਨ ਤੋਂ ਹੀ ਉਹਨਾਂ ਦੇ ਨਾਲ ਸਾਨੂੰ ਆਪਣਾ ਇੱਕ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਜਿਉਣ ਦੇ ਲਈ ਜਿਹੜਾ ਤਰੀਕਾ ਸਿੱਖਣਾ ਪਏਗਾ। ਜਿਵੇਂ ਚਨੱਕਿਆ ਨੀਤੀ ਹੈ, ਉਹ ਕਹਿੰਦਾ ਬੱਚਾ ਛੋਟਾ ਹੈ, ਕਹਿੰਦਾ ਕਰਨ ਦਿਓ ਜਿਹੜਾ ਕੰਮ ਕਰਦਾ, ਜੋ ਤੋੜਦਾ ਭੰਨਦਾ ਉਹਨੂੰ ਕਰ ਦਿਓ, ਸਿਖਾਓ ਨਾ ਉਹਨੂੰ, ਉਹ ਨਾ ਹੋਣ ਦਿਓ। ਤੇ ਕਹਿੰਦਾ ਪਰ ਜਦੋਂ ਕਹਿੰਦਾ 14 ਸਾਲ ਦਾ ਹੋ ਜਾਂਦਾ, ਫਿਰ ਕਹਿੰਦਾ ਸਿੰਘਾਸਨ ਖੋਲੋ, ਫਿਰ ਉਹਨੂੰ ਟ੍ਰੇਨ ਕਰੋ। ਤੇ ਕਹਿੰਦਾ ਜਦੋਂ ਉਹ 16 ਸਾਲ ਦਾ ਹੋ ਜਾਂਦਾ, ਫਿਰ ਮਿੱਤਰਤਾ ਪਾਵੇ ਪਿਓ। ਇਹ ਜਿਹੜੀ ਚਨੱਕਿਆ ਨੀਤੀ ਹੈ, ਆਈ ਮੇ ਬੀ ਰੋਂਗ ਇਨ ਉਹਦੇ ਏਜ ਫੈਕਟਰਸ ਦੇ ਵਿੱਚ, ਪਰ ਚਨੱਕਿਆ ਨੀਤੀ ਮੈਨੂੰ ਨਹੀਂ ਪਤਾ ਉਹ ਕੀ ਮੈਥੋਲੋਜੀ ਆ ਕੀ ਨਹੀਂ, ਕਿਹਨੇ ਲਿਖੀ ਹੈ, ਚਨੱਕਿਆ ਸੀ ਜਾਂ ਨਹੀਂ ਸੀ। ਪਰ ਪੇਰੈਂਟਸ ਦੇ ਲਈ ਵੀ ਇੱਕ ਐਡਵਾਈਸ ਹੋਣੀ ਚਾਹੀਦੀ ਹੈ ਕਿ ਬੱਚੇ ਦੇ ਨਾਲ ਡੀਲ ਕਰਨ ਦੇ ਤਰੀਕੇ ਕੀ ਹੋਣੇ ਚਾਹੀਦੇ। ਬਿਲਕੁਲ ਜੀ, ਪੇਰੈਂਟਲ ਐਜੂਕੇਸ਼ਨ ਜ਼ਰੂਰੀ ਹੁੰਦੀ ਜੇ, ਜਿਸ ਵਿੱਚ ਬੱਚੇ ਦਾ ਆਪਣਾ ਜੋ ਉਹਦਾ ਸੁਭਾਅ ਹੋਣਾ ਚਾਹੀਦਾ ਕਿ ਕਿਸੇ ਚੀਜ਼ ਬਾਰੇ ਜਾਣਨਾ, ਉਹਦੇ ਵਿੱਚੋਂ ਆਪਣੀ ਨਵੀਂ ਕਾਢ ਕੱਢਣਾ, ਅੱਗੇ ਖੋਜ ਵੱਲ ਨੂੰ ਪੈਣਾ। ਇਹ ਚੀਜ਼ਾਂ ਦਾ ਅਸੀਂ ਬਿਲਕੁਲ ਹੀ ਨਹੀਂ ਕਰਦੇ। ਅਸੀਂ ਤਾਂ ਰੱਟਰਫਿਕੇਸ਼ਨ 'ਚ ਬਹੁਤ ਯਕੀਨ ਰੱਖਦੇ ਹਾਂ, ਇਸੇ ਲਈ ਨੋਬਲ ਪ੍ਰਾਈਜ਼ ਸਾਡੇ ਮੁਲਕ ਨੂੰ ਨਹੀਂ ਮਿਲ ਰਹੇ। ਸੋ ਸਭ ਤੋਂ ਪਹਿਲੀ ਚੀਜ਼ ਤਾਂ ਤੁਸੀਂ ਬਿਲਕੁਲ ਸਹੀ ਕਿਹਾ ਕਿ ਬੱਚੇ ਨੂੰ
ਸਗੋਂ ਕੁਐਸਚਨ ਪੁੱਛਣ ਲਈ ਮਜਬੂਰ ਹੋਣਾ ਪਵੇ, ਇਹ ਚਾਹੀਦਾ। ਬਲਕਿ ਅਸੀਂ ਡਾਂਟ ਦਿੰਦੇ ਹਾਂ, ਮੈਂ ਬਿਜ਼ੀ ਹਾਂ, ਵਾਰ-ਵਾਰ ਨਾ ਪੁੱਛ, ਤੂੰ ਉਹੀ ਰੱਟ ਜੋ ਕਿਤਾਬ 'ਚ। ਬਿਲਕੁਲ ਗਲਤ ਗੱਲ ਜੇ। ਬੱਚੇ ਨੂੰ ਸਮਾਂ ਹਰ ਹਾਲ ਵਿੱਚ ਸ਼ਾਮ ਨੂੰ ਮਿਲਣਾ ਚਾਹੀਦਾ। ਉਹਨੂੰ ਆਪਣੇ ਬਚਪਨ ਦੀਆਂ ਕਹਾਣੀਆਂ, ਮਿਹਨਤ ਕਰਨ ਬਾਰੇ ਗੱਲ ਕਰਨ ਦੀ ਲੋੜ ਏ। ਫਿਰ ਅੱਗੋਂ ਜ਼ਰੂਰੀ ਜੇ ਕਿ ਤੁਸੀਂ ਸਕੂਲ ਦੇ ਵਿੱਚ ਉਹਨੂੰ ਇਹੀ ਸਿਖਾ ਕੇ ਭੇਜੋ ਕਿ ਉੱਥੇ ਅਦਬ ਕਰਨੀ ਜੇ। ਜੋ ਟੀਚਰ ਪੜ੍ਹਾਉਣ ਵਾਲਾ ਜੇ ਉਹ ਰੱਬ ਦੇ ਲੈਵਲ ਤੇ ਹੋਣਾ ਚਾਹੀਦਾ, ਨਾ ਕਿ ਉਹਨੂੰ ਮਾਰ ਕੁਟਾਈ ਕਰਕੇ ਜਾਂ ਰੋਬ ਪਾ ਕੇ ਉਹਦੇ ਤੇ ਆ ਜਾਣਾ। ਗਲਤ ਚੀਜ਼ ਜੇ ਜਿਸ ਨੂੰ ਅਸੀਂ ਵਧਾਵਾ ਦੇ ਰਹੇ ਹਾਂ, ਠੀਕ ਨਹੀਂ ਹੈ। ਕਿ ਉੱਥੇ ਤੂੰ ਜੇ ਕਿਸੇ ਨੇ ਲੜਿਆ ਵਾਪਸ ਘਸੁੰਨ ਮਾਰ ਕੇ ਆ, ਇਹ ਗੱਲ ਠੀਕ ਨਹੀਂ ਹੈ। ਕਿਉਂਕਿ ਬੱਚੇ ਨੂੰ ਅਸੀਂ ਸਿਖਾਉਣਾ ਕਿ ਰਲ ਮਿਲ ਕੇ ਕੀ ਹੁੰਦਾ ਰਹਿਣਾ, ਮਿਲਵਰਤਨ ਸਿਖਾਉਣਾ ਹੁੰਦਾ, ਸਦਭਾਵਨਾ ਸਿਖਾਣੀ ਹੈ। ਉਹ ਸਗੋਂ ਦੂਸਰੇ ਦੀ ਪੀੜ ਨੂੰ ਮਹਿਸੂਸ ਕਰ ਸਕੇ, ਨਾ ਕਿ ਅਸੀਂ ਸਗੋਂ ਪੁੱਠਾ ਉਹਨੂੰ ਵਾਇਲੈਂਸ ਸਿਖਾਣੀ ਹੈ। ਇਹ ਚੀਜ਼ਾਂ ਦੀ ਬਹੁਤ ਖਿਆਲ ਰੱਖਣ ਦੀ ਲੋੜ ਹੈ। ਤੇ ਫਿਰ ਬੱਚੇ ਦੀ ਜਿਹੜੀ ਹਰ ਗੱਲ ਦੀ ਮਨਮਰਜ਼ੀ, ਇਹ ਸਬਜ਼ੀ ਨਹੀਂ ਖਾਣੀ, ਖਬਰਦਾਰ ਬਣਾਣੀ ਹੋਈ ਨਹੀਂ ਜੀ, ਘਰ 'ਚ ਨਹੀਂ ਖਾਂਦੀ, ਜੋ ਬਾਹਰੋਂ ਖਾਣਾ ਖਾਣ ਦਿਓ, ਇਹ ਵੀ ਗਲਤ ਗੱਲ ਜੇ। ਰਸੋਈ ਦੇ ਵਿੱਚ ਬੱਚੇ ਨੂੰ ਨਾਲ ਖੜੇ ਹੋਣ, ਘਰ ਦੇ ਕੰਮ ਵਿੱਚ ਉਹਦਾ ਬਰਾਬਰ ਦਾ ਹਿੱਸਾ ਵੰਡਾਉਣਾ, ਇਹ ਅਹਿਮ ਗੱਲਾਂ ਨੇ ਜੋ ਬੱਚੇ ਦੀ ਪਹਿਲੇ ਬੁਨਿਆਦੀ ਸਾਲਾਂ ਵਿੱਚ ਜੇ ਕਿਤੇ ਅਸੀਂ ਉਹਨੂੰ ਪਾ ਦਈਏ, ਯਕੀਨਨ ਉਹ ਬੱਚਾ ਕਦੇ ਡਿੱਗੇਗਾ ਜਾਂ ਡੋਲੇਗਾ ਨਹੀਂ, ਬਹੁਤ ਇੱਕ ਸੰਪੂਰਨ ਮਨੁੱਖ ਬਣ ਕੇ ਸਾਹਮਣੇ ਆਏਗਾ। ਬਿਲਕੁਲ, ਇਹ ਚੀਜ਼ਾਂ ਨੇ ਇਹਦੇ ਵਿੱਚ ਬੜੀਆਂ। ਆਪਾਂ ਗੱਲ ਕਰੀਏ ਕਿ ਸਭ ਤੋਂ, ਜੇ ਆਪਾਂ ਗੱਲ ਕਰੀਏ ਜਿਵੇਂ ਬੱਚੇ ਦੇ ਨਾਲ ਗੱਲ ਹੈ ਕਿ ਬੱਚੇ ਦੇ ਨਾਲ ਉਹਦਾ ਬਿਹੇਵੀਅਰ ਹੈ, ਉਹ ਬੈਡ ਬਿਹੇਵੀਅਰ ਨੂੰ ਤੁਸੀਂ ਆਪਣੇ ਆਪ ਤੇ ਨਾ ਲਓ। ਕੁਆਲਿਟੀ ਟਾਈਮ ਸਪੈਂਡ ਕਰੋ ਬੱਚਿਆਂ ਦੇ ਨਾਲ, ਆਪਣੇ ਆਪ ਨੂੰ ਕਾਮ ਰੱਖੋ, ਠੰਡਾ ਰੱਖੋ, ਉਹਦੀ ਗੱਲ ਸੁਣੋ, ਉਹਦੇ ਦੋਸਤ ਬਣੋ। ਜਿੰਨੀ ਦੇਰ ਦੇਖੋ, ਇੱਕ ਕਿਹਾ ਜਾਂਦਾ ਹੈ ਕਿ ਜੇ ਤੁਹਾਡਾ ਬੱਚਾ, ਤੁਸੀਂ ਆਪਦੇ ਬੱਚੇ ਦੀ ਗੱਲ ਨਹੀਂ ਸੁਣੋਗੇ, ਬੱਚੇ ਦੀ ਪ੍ਰੋਬਲਮ ਨਹੀਂ ਸੁਣੋਗੇ, ਦੂਜੇ ਬੰਦੇ ਕੋਲੇ ਜਾਏਗਾ, ਜੋ ਦੂਜੇ ਕੋਲੇ ਜਾਏਗਾ ਉਹਨੂੰ ਮਿਸਯੂਜ਼ ਕਰੇਗਾ। ਬਿਲਕੁਲ ਠੀਕ ਕਹਿ ਰਹੇ ਹੋ। ਕਿਉਂਕਿ ਅੱਜ ਦੇ ਬੱਚੇ ਜਿਸ ਤਰੀਕੇ ਵਾਇਲੈਂਸ ਵੱਲ ਪ੍ਰਮੋਟ ਹੋ ਰਹੇ ਨੇ, ਬਹੁਤੇ ਤਾਂ ਘਰੋਂ ਹੀ ਸਿੱਖ ਕੇ ਜਾਂਦੇ ਨੇ ਕਿ ਘਰ ਵੀ ਘਰੇਲੂ ਹਿੰਸਾ ਹੈ, ਘਰ ਵੀ ਸਾਡੀ ਜਿਹੜੀ ਭੈਣ ਹੈ ਉਹਦੇ ਤੇ ਜ਼ਿਆਦਾ ਰਿਸਟ੍ਰਿਕਸ਼ਨਸ ਨੇ। ਸੋ ਉਹ ਜਦੋਂ ਬਚਪਨ ਵਿੱਚ ਹੀ ਇਹ ਚੀਜ਼ਾਂ ਸਿੱਖ ਰਿਹਾ, ਉਹ ਅੱਗੋਂ ਜਾ ਕੇ ਬਿਲਕੁਲ ਉਸੇ ਤਰ੍ਹਾਂ ਦਾ ਹੀ ਬਣੇਗਾ। ਉਹ ਸਿਰਫ ਔਰਤ ਉੱਤੇ ਨਹੀਂ ਬਲਕਿ ਆਪਣੇ ਹਾਣੀਆਂ ਤੇ ਜਾਂ ਹੋਰਨਾਂ ਤੇ ਵੀ ਉਸੇ ਤਰ੍ਹਾਂ ਵਾਇਲੈਂਸ ਹੀ ਪ੍ਰਯੋਗ ਕਰੇਗਾ। ਸੋ ਮਤਲਬ ਇਹੋ ਜੇ ਕਿ ਜੋ ਅਸੀਂ ਚਾਹੁੰਦੇ ਹਾਂ ਸਮਾਜ ਦੇ ਵਿੱਚ ਸਾਡਾ ਸ਼ੀਸ਼ਾ ਜਿਸ ਤਰੀਕੇ ਦਾ ਬਣ ਕੇ ਸਾਡਾ ਪੁੱਤਰ ਜਾਂ ਧੀ ਜਾਵੇ, ਦਾ ਮਤਲਬ ਇਹ ਫਿਰ ਉਹ ਤੁਸੀਂ ਆਪ ਪਹਿਲਾਂ ਇੱਕ ਐਗਜ਼ਾਮਪਲ ਉਹਦੇ ਬਣੋ, ਉਹਦੇ ਹੀਰੋ ਆਪ ਬਣੋ ਕਿ ਬੱਚਾ ਹੀ ਕਵੇ ਮੈਨੂੰ ਫਖਰ ਏ ਮੇਰਾ ਪਿਓ ਏ, ਨਾ ਕਿ ਇਹ ਕਵੇ ਕਿ ਚੱਲ ਉਮਰ ਇਹਦੀ ਹੋਈ, ਕੱਢੋ ਘਰ ਚੋਂ, ਧੱਕਾ ਬਾਹਰ ਮਾਰੋ ਤੇ ਇਹਨੂੰ ਬੁਢੇਪੇ ਘਰ 'ਚ ਧੱਕੋ। ਕਿਉਂਕਿ ਜੋ ਕੁਛ ਅਸੀਂ ਦਿਆਂਗੇ ਵਾਪਸ ਓਨੇ ਹੀ ਜ਼ੋਰ ਦੀ, ਦੇਖੋ ਨਾ ਨਿਊਟਨ ਦਾ ਲਾਅ ਹੈ ਕਿ ਜੋ ਦੋ ਓਨਾ ਹੀ ਵਾਪਸ ਉਸੇ ਹੀ ਜ਼ੋਰ ਨਾਲ ਆਂਦਾ ਜੇ। ਸੋ ਐਕਸ਼ਨ ਐਂਡ ਰਿਐਕਸ਼ਨ ਆਰ ਇਕੁਅਲ ਐਂਡ ਆਪੋਜ਼ਿਟ। ਸੋ ਸਾਨੂੰ ਪਹਿਲਾਂ ਤਾਂ ਆਪਣੇ ਆਪ ਨੂੰ ਤਬਦੀਲ ਕਰਨਾ ਪਏਗਾ, ਤਾਂ ਹੀ ਅਸੀਂ ਬੱਚਿਆਂ ਤੋਂ ਕੁਝ ਐਕਸਪੈਕਟ ਕਰ ਸਕਦੇ ਹਾਂ। ਸੋ ਬਿਲਕੁਲ, ਆਪਾਂ ਕਲੋਜ਼ਿੰਗ ਦੇ ਵਿੱਚ ਗੱਲ ਕਰੀਏ ਤਾਂ ਮੈਂ ਜੋ ਆਪਣੇ ਤੌਰ ਦੇ ਉੱਤੇ ਇਹ ਗੱਲ ਕਹਿੰਦਾ ਕਿ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਸਿੱਖੋ, ਪੇਰੈਂਟਸ ਖਾਸ ਕਰਕੇ, ਕਿ ਟੀਨਏਜ ਦੇ ਐਟੀਟਿਊਡ ਦੇ ਨਾਲ ਜਦੋਂ ਤੁਸੀਂ ਡੀਲ ਕਰਦੇ ਹੋ, ਤੁਸੀਂ ਐਗਜ਼ੌਸਟਿੰਗ ਨਾ ਹੋ, ਸਟ੍ਰੈਸਫੁਲ ਨਾ ਹੋ, ਫਰੈਂਡਲੀ ਹੋ। ਅਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਆਪਣੇ ਬੱਚੇ ਦੇ ਨਾਲ ਸਮਾਂ ਬਤੀਤ ਕਰੋ। ਬਿਲਕੁਲ 100% ਮੈਂ ਤੁਹਾਡੇ ਨਾਲ ਸਹਿਮਤ ਹਾਂ। ਸਮਾਂ ਇਸ ਤੋਂ ਕੀਮਤੀ ਚੀਜ਼ ਅਸੀਂ ਬੱਚੇ ਨੂੰ ਦੇ ਨਹੀਂ ਸਕਦੇ। ਜਾਇਦਾਦ ਬਿਲਕੁਲ ਵੀ, ਇਹਦਾ ਕੋਈ ਭਰੋਸਾ ਨਹੀਂ, ਅੱਜ ਹੈ ਕੱਲ ਨਾ ਰਵੇ। ਸੋ ਕੋਸ਼ਿਸ਼ ਕਰੀਏ ਕਿ ਜੇ ਅਸੀਂ ਉਹਨੂੰ ਸਮਾਂ ਦੇ ਕੇ ਉਹਦੇ ਵਿੱਚ ਇੱਕ ਪੋਜ਼ਿਟਿਵ ਕੁਆਲਿਟੀ ਭਰ ਸਕੇ ਤਾਂ ਉਸ ਤੋਂ ਬਿਹਤਰ ਕੋਈ ਵੀ ਮਾਂ ਜਾਂ ਪਿਓ ਸੌਗਾਤ ਇਸ ਤੋਂ ਚੰਗੀ ਦੇ ਹੀ ਨਹੀਂ ਸਕਦਾ ਆਪਣੀ ਵਿਰਾਸਤ ਵਿੱਚ। ਸੋ ਇਸ ਚੀਜ਼ ਵੱਲ ਧਿਆਨ ਦੇਣ ਦੀ ਲੋੜ। ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਜਿਹੜੇ ਵੀਰ ਸਾਨੂੰ ਇਸ ਵਕਤ ਸੁਣ ਰਹੇ ਨੇ, ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਕਿ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖੋ, ਕਦੇ ਇਹ ਨਾ ਸੋਚੋ ਕਿ ਮੇਰਾ ਬੱਚਾ ਮੈਨੂੰ ਨਫ਼ਰਤ ਕਰਦਾ ਹੈ। ਉਹ ਅਗਰੈਸਿਵ ਹੋ ਸਕਦਾ ਹੈ, ਉਹਨੂੰ ਡੀਲ ਕਰਨਾ ਸਿੱਖੋ। ਉਸੇ ਤਰ੍ਹਾਂ ਜਿਵੇਂ ਭਾਰਤ ਦੀਆਂ ਸੜਕਾਂ ਦੇ ਉੱਤੇ ਤੁਸੀਂ ਇੱਕ ਟ੍ਰੈਫਿਕ ਜਾਂ ਇੱਕ ਗੱਡੀ ਚਲਾਉਂਦੇ ਹੋਏ ਦੂਸਰੇ ਲੋਕਾਂ ਨੂੰ ਮੈਨੇਜ ਕਰਦੇ ਹੋ, ਗੱਡੀ ਠੁੱਕ ਜਾਂਦੀ ਹੈ, ਰੋਡ ਰੇਜ ਇੱਕ ਵੱਖਰੀ ਗੱਲ ਹੈ, ਪਰ ਰੋਡ ਰੇਜ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਉਸ ਤੋਂ ਹਿੰਸਾ ਤੋਂ ਬਚਣਾ ਹੈ। ਉਸੇ ਤਰ੍ਹਾਂ ਆਪਣੇ ਬੱਚੇ ਦੇ ਨਾਲ ਡੀਲ ਕਰਨ ਲੱਗੇ ਇੱਕ ਚੀਜ਼ ਦਾ ਧਿਆਨ ਰੱਖੋ ਕਿ ਹਮੇਸ਼ਾ ਸ਼ਾਂਤ, ਉਸ ਨੂੰ ਸਮਝੋ, ਉਸ ਦੇ ਨਾਲ ਇੰਨੀ ਕੁ ਦੋਸਤੀ ਕਰੋ ਕਿ ਤੁਹਾਡੇ ਨਾਲ ਗੱਲ ਕਰੇ। ਇਹ ਕਦੇ
ਇਹੋ ਜਿਹੀ ਸਥਿਤੀ ਪੈਦਾ ਨਾ ਕਰੋ ਕਿ ਤੁਹਾਡਾ ਬੱਚਾ ਤੁਹਾਡੇ ਨਾਲ ਝੂਠ ਮਾਰੇ, ਤੁਹਾਡਾ ਬੱਚਾ ਤੁਹਾਡੇ ਤੋਂ ਕੋਈ ਚੀਜ਼ ਲੁਕੋਵੇ। ਪਰ ਹਾਂ, ਸਖਤੀ ਇੱਕ ਤਰੀਕਾ ਹੈ, ਸਖਤੀ ਪਿਆਰ ਨਾਲ ਵੀ ਹੋ ਸਕਦੀ ਹੈ। ਮੈਂ ਇੱਕੋ ਗੱਲ ਜਾਣਦਾ ਕਿ ਬੈਂਬੂ ਯਾਨੀ ਕਿ ਬਾਂਸ ਨੂੰ ਗਰਮ ਕਰਕੇ ਜਿਵੇਂ ਮਰਜ਼ੀ ਮੋੜੀ ਚੱਲੋ, ਤੂਤ ਦੀ ਛਟੀ ਦੇ ਟੋਕਰੇ ਵੀ ਬਣਦੇ ਨੇ, ਪਰ ਜਦੋਂ ਸੁੱਕ ਜਾਂਦੀ ਹੈ ਫਿਰ ਉਹ ਟੁੱਟਦੀ ਵੀ ਹੈ। ਸੋ ਨੇਚਰ ਨੂੰ ਅਡੋਪਟ ਕਰੋ। ਇਹ ਸਾਡੀ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ, ਸਾਨੂੰ ਕਿਰਪਾ ਕਰਕੇ ਜ਼ਰੂਰ ਜਾਣਕਾਰੀ ਦੇਣਾ। ਸੋ ਫਿਲਹਾਲ ਤੁਹਾਡੇ ਤੋਂ ਲੈਣੇ ਇਜਾਜ਼ਤ। ਸ਼ੁਕਰੀਆ, ਮਿਹਰਬਾਨੀ।